ਲਓ ਜੀ, ਗੁੱਡ ਮਾਰਨਿੰਗਾਂ ਤੇ ਗੁੱਡ ਈਵਨਿੰਗਾਂ। ਗੁੱਡ ਮਾਰਨਿੰਗਾਂ ਪੰਜਾਬ ਵਾਲੇ ਹਿਸਾਬ ਨਾਲ ਤੇ ਈਵਨਿੰਗਾਂ ਕੈਨੇਡਾ ਵਾਲੇ ਹਿਸਾਬ ਨਾਲ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV ਤੇ ਦਾਸ ਵੀ ਉਹੀ ਗੁਰਪ੍ਰੀਤ ਸਿੰਘ ਸੰਧਾਵਾਲੀਆ। ਹਾਂ, ਗੱਲਾਂ ਬਾਤਾਂ ਖਬਰਾਂ ਰੋਜ਼ ਬਦਲ ਜਾਂਦੀਆਂ। ਅੱਜ ਵੀ ਆਪਾਂ ਗੱਲਬਾਤ ਕਰਾਂਗੇ। ਇੱਕ ਤੇ ਕਹਿੰਦੇ ਆ ਕਿ MSP ਦਾ ਨਾਮ ਬੜੀ ਦੇਰ ਤੋਂ ਆਪਾਂ ਸੁਣਦੇ ਆ ਰਹੇ ਸੀ, ਪਰ 2 ਫਸਲਾਂ ਤੋਂ ਬਾਅਦ ਮਿਲਦੀ ਨਹੀਂ ਸੀ। ਪਰ ਹੁਣ ਕਹਿੰਦੇ ਵੀ ਕੇਂਦਰ ਸਰਕਾਰ ਇੱਕ ਹੋਰ ਫਸਲ ਤੇ ਵੀ MSP ਦੇਣਾ ਮੰਨ ਗਈ, ਯਾਨੀ ਕਿ ਚੱਕੇਗੀ ਉਹ ਆਪਣੀ ਫਸਲ। ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਦੇ ਕਹਿੰਦੇ ਵੀ ਹੁਣ ਘਟਾਅ ਹੋ ਗਿਆ। ਫਿਰ ਕੁਝ ਗੱਲਾਂ ਬਾਤਾਂ ਐਸੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਵੀ ਸਿਆਸੀ ਪਾਰਾ ਪੰਜਾਬ ਦਾ ਵਧਾ ਸਕਦੀਆਂ। ਉਹਦੀ ਗੱਲ ਵੀ ਕਰਾਂਗੇ। ਨਾਲ ਆਪਣੇ ਗੱਲਬਾਤ ਕਰਨ ਲਈ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਅੱਛਾ, ਨਹੀਂ ਸਿਹਤਾਂ ਹੀ ਠੀਕ ਚਾਹੀਦੀਆਂ ਹੁੰਦੀਆਂ, ਹੋਰ ਕੀ ਨਾਲ ਠੀਕ? ਨਹੀਂ, ਦੇਖੋ ਰੌਲਾ ਇਹ ਹੈ ਨਾ, ਜਦੋਂ ਕੋਈ ਹੈਵੀ ਤਾਕਤਵਰ ਚੀਜ਼ ਜਿਹੜੀ ਹੈ, ਜਿੱਦਾਂ ਦੁੱਧ ਸੋਡਾ ਸੀ, ਪਚ ਗਿਆ ਉਹ ਵੱਡੀ ਗੱਲ ਤੇ ਹੋਈ ਨਾ। ਵੱਡੀ ਗੱਲ ਇਹ ਹੋ ਗਈ ਆ। ਦੇਖੋ ਇਹ ਅਸੀਂ ਕੱਲ੍ਹ ਦੀ, ਜੇ ਤੁਸੀਂ ਨਹੀਂ ਸੁਣੀ ਗੱਲ, ਤੇ ਕੱਲ੍ਹ ਦਾ ਦੱਸੀਏ ਵੀ ਪੂਰੇ 2 ਗਲਾਸ ਦਾ ਸੇਵਨ ਸਰਦਾਰ ਪਰਮਵੀਰ ਸਿੰਘ ਬਾਠ ਹੋਰਾਂ ਨੇ ਕੀਤਾ। ਉਪਰੰਤ ਇਹ ਠੀਕ ਮਹਿਸੂਸ ਕੱਲ੍ਹ ਦੇ ਥੋੜ੍ਹੇ ਜਿਹੇ ਮਤਲਬ ਜਾਪਦਾ ਵੀ ਮਤਲਬ ਜੇ ਨਾੜਾਂ 'ਚ ਤਰੌਤ ਜੀ ਆਈ। ਹਾਂ ਨਹੀਂ, ਠੀਕ ਹੈ, ਕੁਛ ਤਰ ਜਿਹਾ ਕੰਮ ਚਾਹੀਦਾ ਹੁੰਦਾ ਨਾ। ਤੇ ਸੰਧਾਲੀਆ ਸਾਹਿਬ, ਮੈਂ ਵੈਸੇ ਹੀ ਮਨ ਦੇ ਵਿੱਚ ਆਇਆ ਕਿ ਇੱਕ ਗੱਲ ਕਰਦੇ ਹਾਂ। ਨਹੀਂ ਕਰੋ, ਆਪਣਾ ਕੰਮ ਹੀ ਗੱਲਾਂ ਦਾ। ਦੁੱਧ ਸੋਡੇ ਤੋਂ ਹੀ ਮਨ 'ਚ ਆਇਆ ਕਿ ਗਰਮੀਆਂ ਚੱਲਦੀਆਂ ਪੰਜਾਬ 'ਚ। ਹੁਣ ਗਰਮੀਆਂ ਚੱਲਦੀਆਂ ਤਾਂ ਦੇਖੋ ਕੁਦਰਤ ਨੇ ਕਿੰਨਾ ਕੁਛ ਦਿੱਤਾ ਸੀ ਨਾ, ਕਿ ਕਿਹੜੀ ਕਿਹੜੀ ਚੀਜ਼ ਵਰਤੀ ਜਾਂਦੀ ਸੀ ਉਦੋਂ ਗਰਮੀਆਂ ਦੇ ਵਿੱਚ। ਕਿ ਇੱਕ ਤਾਂ ਦੁਪਹਿਰੇ ਜਾਏ ਜਾਣੀ ਕਈ ਵਾਰੀ ਹੁੰਦਾ ਸੀ, ਚੌਲ ਬਣਾ ਲਓ, ਥੋੜ੍ਹੇ ਜਿਹਾ ਉਬਾਲ ਲਓ ਚੌਲ, ਸ਼ੱਕਰ ਨਾਲ ਖਾਂਦੇ ਹੁੰਦੇ ਸੀ ਉਹ। ਜਿਹੜੇ ਤੁਸੀਂ ਖਾਧੇ? ਹਾਂ, ਸ਼ੱਕਰ ਨਾਲ ਜਿਹੜੇ ਚੌਲ ਖਾਣੇ ਉਬਾਲ ਕੇ, ਉਹ ਕਈਆਂ ਨੇ ਤਸੀਰ ਠੰਡੀ ਹੁੰਦੀ ਹੈ ਜੀ, ਗਰਮੀ ਨੂੰ ਮਾਰਦੇ ਆ ਜੀ, ਬੰਦਾ ਠੀਕ ਰਹਿੰਦਾ ਹੈ ਜੀ। ਹੁਣ ਤੁਸੀਂ ਦੇਖੋ ਕਿ ਸ਼ਾਇਦ ਉਹ ਸ਼ੱਕਰ ਵਾਲੇ ਚੌਲ ਹੁਣ ਤਾਂ ਉੜ ਪੁੜ ਗਏ ਨਾ, ਕਿ ਬਹੁਤ ਸਾਰੇ ਲੋਕ ਤਾਂ ਸ਼ਾਇਦ ਉਹ ਖਾਂਦੇ ਨਹੀਂ। ਹੁਣ ਇਹ ਨਵੀਂ ਪੀੜ੍ਹੀ ਵਾਲਿਆਂ ਨੂੰ ਤਾਂ ਸ਼ਾਇਦ ਉਹ ਚੀਜ਼ ਦਾ ਪਤਾ ਨਹੀਂ ਹੋਣਾ। ਹਾਂ, ਹੋ ਸਕਦਾ ਕਿ ਵਿਰਲੇ ਵਾਂਝੇ ਪਰਿਵਾਰ ਦੇ ਵਿੱਚ ਕੰਮ ਅਜੇ ਵੀ ਚੱਲਦਾ ਹੋਵੇ ਤੇ ਕਹਿਰੇ ਦੇ ਬੰਦੇ ਹੱਥ ਨਾਲ ਵੀ ਲਾ ਪੈਂਦੇ ਹੁੰਦੇ। ਹਾਂ ਨਹੀਂ, ਗੱਲ ਹੈਗੀ, ਪਰ ਉਹ ਜਿਹੜੀ ਚੀਜ਼ ਬਣਦੀ ਹੈ ਉਹ ਵੱਖਰੀ ਸ਼ਾਇ ਬਣਦੀ। ਹਾਂ ਨਹੀਂ, ਉਹਦਾ ਤੋੜ ਕੋਈ ਨਹੀਂ, ਉਹਦਾ ਕੋਈ ਤੋੜ ਨਹੀਂ ਹੈਗਾ। ਪਰ ਖੈਰ ਜੇ ਅਜੇ ਵੀ ਤੁਸੀਂ ਕਿਤੇ ਛਕਦੇ ਛਕਾਉਂਦੇ ਹੋ ਜਾਂ ਮਤਲਬ ਚਾਹਵਾਨ ਹੋ, ਤੇ ਫਿਰ ਮੇਰਾ ਖਿਆਲ ਟਿੱਪਣੀ ਕੀਤੀ ਜਾ ਸਕਦੀ। ਇੱਕ ਸਵਾਲ ਉਹਦੇ ਵਿੱਚ ਹੋਰ ਹੁੰਦਾ ਸੀ, ਚੌਲ ਮੰਨ ਲਓ ਥਾਲ 'ਚ ਪਾ ਲਿਆ, ਥੋੜ੍ਹੇ ਪਾ ਲਏ ਜਾਂ ਬਹੁਤੇ ਪਾ ਲਏ, ਵੀ ਸ਼ੱਕਰ ਉਹਦੇ ਇੱਕ ਪਾਸੇ ਪਾਉਣੀ ਚਾਹੀਦੀ ਹੈ ਕਿ ਉੱਪਰ ਪਾਉਣੀ ਚਾਹੀਦੀ ਹੈ ਖਿਲਾਰ ਕੇ। ਦੂਜਾ ਸਵਾਲ ਫਿਰ ਪੈਦਾ ਹੁੰਦਾ ਕਿ ਜੇ ਸ਼ੱਕਰ ਮੰਨ ਲਓ ਉੱਪਰ ਪਾ ਲਈ ਆ, ਉਹ ਨਾਲ ਰਲਾ ਕੇ ਖਾਣੀ ਚਾਹੀਦੀ ਕਿ ਇੱਕ ਵਾਰੀ ਸਾਰੀ ਰਲਾ ਲੈਣੀ ਚਾਹੀਦੀ ਹੈ? ਅੱਛਾ, ਇਹ ਮੈਨੂੰ ਲੱਗਦਾ ਆਪੋ ਆਪਣਾ ਟੇਸਟ ਹੈ। ਆਪੋ ਆਪਣਾ ਟੇਸਟ ਹੈ ਨਾ। ਵੈਸੇ ਤੇ ਕੁੱਲ ਮਿਲਾ ਕੇ ਜਿਹੜਾ ਸਹੀ ਤਰੀਕਾ ਉਹਦਾ ਇਹ ਤੇ ਹੈ ਵੀ ਪਲੇਟ ਜਾਂ ਥਾਲੀ 'ਚ ਪਹਿਲਾਂ ਚੌਲਾਂ ਦਾ ਉਹ ਟੋਆ ਜਿਹਾ ਬਣਾਓ, ਉਹਦੇ ਵਿੱਚ ਪਾਓ ਸ਼ੱਕਰ, ਫਿਰ ਸ਼ੱਕਰ ਦੇ ਵਿੱਚ ਨਿੱਕਾ ਜਿਹਾ ਟੋਆ ਬਣਾਓ, ਉਹਦੇ 'ਚ ਘਿਓ ਪਾਓ, ਫਿਰ ਗੱਲ ਬਣਦੀ ਹੈ ਅਸਲ ਦੇ ਵਿੱਚ। 3 ਲੇਅਰਾਂ ਜਿਹੜੀਆਂ ਹੋਣ, 3 ਲੇਅਰਾਂ ਅਲੱਗ-ਅਲੱਗ ਤੌਰ ਤੇ ਹੌਲੀ ਹੌਲੀ ਕਰਕੇ ਚਮਚੇ ਨਾਲ ਨਾ, ਜਿੱਦਾਂ ਮਸ਼ੀਨ JCB ਚੱਲਦੀ ਹੁੰਦੀ ਗਏ। ਨਹੀਂ ਖੈਰ ਠੀਕ ਆ। ਅੱਜ ਕੱਲ੍ਹ ਵੇਖੋ ਕਾਰਨ ਆ ਵੀ ਇੱਕ ਤੇ ਗਰਮੀ ਆ, ਗਰਮੀ ਨਾਲ ਅੱਜ ਕੱਲ੍ਹ ਹਨੇਰੀਆਂ ਦਾ ਮੌਸਮ ਹੀ ਆ ਗਿਆ। ਤੇ ਮੈਨੂੰ ਲੱਗਦਾ ਹੁੰਦਾ ਕਿ ਵੀ ਸ਼ਾਇਦ ਪਹਿਲਾਂ ਉਹ ਮੁਸ਼ਕਿਲ ਨਾ ਆਉਂਦੀ ਹੋਵੇ ਜਿਹੜੀ ਅੱਜ ਕੱਲ੍ਹ ਆਉਂਦੀ, ਕਿਉਂਕਿ ਪਹਿਲਾਂ ਘਰ ਸਾਦੇ ਸੀ, ਕੱਚੇ ਸੀ, ਹੈ ਨਾ। ਤੇ ਜੇ ਮੰਨ ਲਓ ਵੀ ਉਹ ਮਾੜਾ ਮੋੜ ਕੋ ਮਿੱਟੀ ਘਟਾ ਇੱਧਰ ਉੱਧਰ ਪੈ ਵੀ ਗਿਆ ਤੇ ਸਵੇਰੇ ਬੌਕਰ ਝਾੜੂ ਨਾ ਹੂੰਜ ਕੇ ਬਾਹਰ। ਹੁਣ ਕਾਰਨ ਇਹ ਆ ਵੀ ਆਪਾਂ ਸੁੱਖ ਨਾਲ ਕੋਠੀ ਦੇ ਸ਼ੌਕੀਨ ਹੋ ਗਏ ਵੀ ਫਲਾਨੇ ਦੀ ਵਧੀਆ ਕੋਠੀ, ਆਪਾਂ ਹੁਣ ਉਹ ਤੋਂ ਵਧੀਆ ਪਾਉਣੀ, ਉਹ ਤੋਂ ਵਧੀਆ ਪਾਉਣੀ। ਹੁਣ ਕੋਠੀਆਂ ਪਾ ਲਈਆਂ ਤੇ ਚੀਜ਼ਾਂ ਵੀ ਐਸੀਆਂ ਲਾ ਲਈਆਂ ਵੀ ਜਿਹਦੇ ਤੇ ਇੱਕ ਦਿਨ ਉਹ ਕਹਿੰਦੇ ਟਾਕੀ ਟੱਲਾ ਜਾ ਕੋਈ ਕੱਪੜਾ ਨਾ ਫੇਰੋ ਤੇ ਅਗਲੇ ਦਿਨ ਜਾਦਾ ਵੀ ਆਹ ਕੀ ਹੋ ਗਿਆ, ਕਿੱਥੇ ਰਹਿਣ ਡੇ ਜੀ। ਹਾਂ, ਹੈ ਨਾ। ਹੁਣ ਕਾਰਨ ਹੈ ਵੀ ਜਦੋਂ ਅੱਜ ਦਾ ਦਿਨ ਤੁਸੀਂ ਵੇਖਣਾ ਵੀ ਅੱਜ ਜੇ ਮੰਨ ਲਓ ਦਿਨੇ ਸਫਾਈ ਕੀਤੀ ਹੈ ਤੇ ਸ਼ਾਮਾਂ ਹੀ ਇਹਨੂੰ ਹਨੇਰਾ ਆ ਗਿਆ ਤੇ ਸਵੇਰ ਨੂੰ ਉਹਨਾਂ ਚੀਜ਼ਾਂ ਨਾਲ ਵੇਖ ਕੇ ਬੰਦਾ ਆਪਣੇ ਘਰ ਵਾਲੀ ਨੱਕ ਬੋਲ ਜੇ ਵੱਟੀ ਜਾਂਦਾ, ਆਹ ਕਰੋ ਕੁਛ, ਆਹ ਵੇਖੋ ਇੱਥੇ ਵੀ ਕਿਰਕਿਆ, ਉੱਥੇ ਵੀ ਕਿਰਕਿਆ ਹੈ। ਪਰ ਮੈਂ ਇਹ ਸੋਚਦਾ ਵੀ ਆਪਾਂ ਉਹ ਚੀਜ਼ ਬਣਾ ਲਈ, ਉਹ ਬਣਾਉਣ ਤੋਂ ਬਾਅਦ ਆਪਾਂ ਇਹ ਕਦੀ ਸੋਚਿਆ ਨਹੀਂ ਵੀ ਯਾਰ ਹਨੇਰੀ ਤੇ ਹਰ ਵਾਰ ਆਉਂਦੀ ਹੈ ਨਾ। ਜਾਂ ਤੇ ਹੋਏ ਨਾ ਵੀ ਓਕੇ ਹੁਣ ਆਪਾਂ ਮਕਾਨ ਇਸ ਤਰ੍ਹਾਂ ਦਾ ਬਣਾ ਲਈਏ ਵੀ ਉੱਤੋਂ ਆਪਾਂ ਨੂੰ ਚਿੱਠੀ ਆ ਗਈ, ਬਾਬੇ ਨੇ ਆਖਿਆ ਵੀ ਅੱਜ ਤੋਂ ਬਾਅਦ ਪੰਜਾਬ 'ਚ ਹਨੇਰੀ ਨਹੀਂ ਆਊਗੀ। ਸੰਧਾਲੀਆ ਸਾਹਿਬ, ਕਈ ਵਾਰੀ ਨਾ ਕੋਈ ਪ੍ਰਾਹੁਣਾ ਜਾਵੇ ਘਰੇ, ਕੋਈ ਹੋਰ ਚਿਰਾਂ ਬਾਅਦ ਮਿਲੇ, ਤੇ ਘਰ ਦੇ ਵਿੱਚ ਕਿਸੇ ਬੀਬੀ ਨੂੰ ਪੁੱਛੋ, ਫਿਰ ਭੈਣ ਜੀ ਕੁਛ ਕਰਦੇ ਹੁੰਦੇ ਕਿ ਘਰੇ ਹੁੰਦੇ ਆ? ਕਰਨਾ ਕੀ ਹੈ ਜੀ, ਸਾਰੀ ਦਿਹਾੜੀ ਸਫਾਈ ਨਹੀਂ ਮੁੱਕਦੀ ਪਈ ਜਾਣੀ। ਆ ਦੇਖੋ ਹੁਣ ਹਨੇਰੀ ਆ ਜਾਣੀ ਆ, ਸਾਰਾ ਦਿਨ ਲੱਗ ਜਾਣਾ, ਅਜੇ ਸਾਫ਼ ਸੁਫ ਕਰਕੇ ਹਟੀਦਾ, ਸ਼ਾਮ ਨੂੰ ਫਿਰ ਹਨੇਰੀ ਆ ਜਾਂਦੀ ਹੈ। ਸਾਰਾ ਦਿਨ ਦਰਵਾਜ਼ੇ ਬੰਦ ਰੱਖੀਦੇ ਆ, ਦਰਵਾਜ਼ੇ ਦੇ ਥੱਲੇ ਕੱਪੜਾ ਵੀ ਦੇ ਰੱਖਦੀਆਂ ਬੀਬੀਆਂ ਕਿ ਥੱਲੇ ਦੀ ਮਿੱਟੀ ਨਾ ਆਵੇ। ਸ਼ਾਮ ਨੂੰ ਭੈਣ ਜੀ ਫੇਰ ਉਹੀ ਹਾਲ, ਪਤਾ ਨਹੀਂ ਕਿੱਥੋਂ ਆ ਜਾਂਦੀ ਹੈ। ਨਹੀਂ, ਇਹ ਵੀ ਇੱਕ ਮਸਲਾ। ਵੈਸੇ ਮੈਨੂੰ ਲੱਗਦਾ ਵੀ ਇੱਕ ਚੀਜ਼ ਦੀ ਸ਼ਾਇਦ ਹੁਣ ਅੱਗੇ ਨਾਲੋਂ ਬਚਤ ਹੋ ਗਈ ਹੈ, ਉਹ ਆ ਵੀ ਕੱਪੜੇ ਉੱਡਣ ਵਾਲਾ ਕੰਮ। ਅਜੇ ਵੀ ਉੱਡਦੇ ਹੋਣਗੇ ਪਰ ਉਨੇ ਨਹੀਂ, ਹੈ ਨਾ। ਕਿਉਂਕਿ ਹੁਣ ਉਹ हरेक बंदा सोचता भी वो ना वो पीछे थोड़ी जगह बनाई है, वो एक स्टैंड सा लाए हैं, स्टैंड के ऊपर चूंडियाँ लगाई हैं।
ਨਹੀਂ ਚੁੰਡੀਆਂ ਲਗਾਈਆਂ ਬਹੁਤ ਵਧੀਆ ਹੈ ਨਾ ਵੀ ਪਹਿਲਾਂ ਕੀ ਚੱਕਰ ਹੁੰਦਾ ਸੀ ਵੀ ਪਹਿਲਾਂ ਜੇ ਮੰਨ ਲਓ ਵੀ ਤਾਰ ਆ, ਤਾਰ ਖੁੱਲਾ ਵਿਹੜਾ, ਹੁਣ ਤਾਰ ਤੇ ਚੁੰਡੀ ਕਿਹੜੀ ਵੀ ਹਰੇਕ ਘਰੇ ਹੁੰਦੀ ਸੀ, ਕੋਈ ਬਹੁਤੀ ਲੱਭਦੀ ਸੀ, ਜਾਂ ਜੇ ਲਾਈ ਵੀ ਹੋਊ ਤੇ ਉਹ ਜਿਹੜੀਆਂ ਚਾਦਰਾਂ ਖੇਜ ਜਿਹੇ ਹੁੰਦੇ ਸੀ ਬਾਕੀ, ਉਹ ਜਦੋਂ ਉਧਰੋਂ ਹਨੇਰ ਆਉਣਾ ਤੇ ਆਖਣਾ ਵੀ ਬਾਕੀ ਠੀਕ ਹੈ, ਕਰਾਂ ਲੀੜੇ ਨਾ ਉੱਡ ਜਾਣੇ, ਇਹ ਫੜ ਲਓ। ਤੇ ਕਿਸੇ ਵੇਲੇ ਲੀੜੇ ਲੂੜੇ ਜੇ ਇਕੱਠੇ ਕਰਕੇ ਤੇ ਜੇ ਮਾਤਾ ਨੇ ਚੁੱਕੀ ਜਾਣੇ ਨਾ ਵੀ ਬਾਕੀ ਠੀਕ, ਹੁਣ ਮਾਤਾ ਨਾ ਉੱਡ ਜੇ ਕਿਤੇ ਇਹਦਾ ਪਤਾ ਕਰ ਲਓ। ਨਹੀਂ ਆਪਕੀ ਚੁੰਡੀਆਂ ਸੇ ਯਾਦ ਆਇਆ ਸੰਧਾਲੀਆ ਸਭ ਨਵੀਆਂ ਚੁੰਡੀਆਂ ਚਲੀਆਂ, ਚਲੋ ਤੁਸੀਂ ਤਾਂ ਵੱਡੇ ਬੰਦੇ, ਚੋਟੀ ਦੇ ਬੰਦੇ ਹੋ, ਅੱਛਾ ਹੈ ਨਾ। ਉਹ ਰੌਲਾ ਕੀ ਹੈ ਕਿ ਚੁੰਡੀਆਂ ਤੁਸੀਂ ਤਾਂ ਲਿਆਉਣੀਆਂ ਵਧੀਆ ਤਰੀਕੇ ਵਾਲੀਆਂ, ਆਮ ਤੌਰ ਤੇ ਨਾ ਪੰਜਾਂ ਦੀਆਂ 10, 10 ਦੀਆਂ 5 ਚੁੰਡੀਆਂ ਪਲਾਸਟਿਕ ਦੀਆਂ ਆਉਂਦੀਆਂ ਜੀ। ਉਹ ਪਹਿਲਾਂ ਤਾਂ ਲਾਲ, ਹਰੀਆਂ, ਨੀਲੀਆਂ ਹੋਣੀਆਂ, 4 ਰੰਗਾਂ ਦੀਆਂ, ਨਿਆਣਿਆਂ ਨੇ 4 ਦਿਨ ਖੇਡਣਾ ਵੀ। ਫਿਰ ਜਦੋਂ ਉਹ ਪੱਕੀਆਂ ਤਾਰ ਤੇ ਰਹਿ ਜਾਣੀਆਂ, ਉਹ ਡੱਬ ਖੜਬੀ ਹੋਣੀ, ਰੰਗ ਉੜਨ ਲੱਗ ਪੈਣਾ, ਹੌਲੀ ਹੌਲੀ ਉਹਦਾ ਇੱਕ ਪਾਸਾ ਟੁੱਟ ਜਾਣਾ, ਧੁੱਪ ਨਾ ਜਾਣੀ। ਕੁਆਲਿਟੀ ਇੰਨੀ ਵਧੀਆ ਹੁੰਦੀ ਸੀ। ਉਹ ਕਈ ਵਾਰੀ ਤਾਂ ਉਹ ਚੁੰਡੀ ਜਾਣੀ ਲਾਉਣ ਲੱਗੇ ਆਪਦੇ ਹੱਥ ਦੇ ਵਿੱਚ ਹੀ ਕੁਛ ਨਾ ਕੁਛ ਲੱਗ ਜਾਂਦਾ ਹੁੰਦਾ। ਇਹ ਐਕਸਪੀਰੀਅੰਸ ਸਾਰਿਆਂ ਦਾ ਰਿਹਾ ਹੁਣ। ਆਹ ਵੀ ਟੁੱਟ ਗਈ ਜੇ ਜਦੋਂ ਐ ਕੱਪੜਾ ਲਾਉਣ ਲੱਗਣਾ। ਨਹੀਂ ਉਹਦੇ 'ਚ ਨਾ ਫਿਰ ਇੱਕ ਹੋਰ ਤਜਰਬਾ ਹੋਇਆ, ਉਹ ਨਾ ਭੈਣ ਜੀ ਲੋਹੇ ਦੀਆਂ ਆਈਆਂ ਚੁੰਡੀਆਂ, ਉਹ ਨਹੀਂ ਜੇ ਟੁੱਟਦੀਆਂ, ਤੇ ਨਵੀਆਂ ਚੁੰਡੀਆਂ ਲੋਹੇ ਦੀਆਂ। ਮੈਨੂੰ ਯਾਦ ਆ ਗਿਆ ਵੀ ਹਾਂਜੀ ਉਹ ਜੀ ਨਵੀਆਂ ਹੁੰਦਾ ਵੀ ਟੌਰ ਮਾਰ ਲਿਓ, ਪਲਾਸਟਿਕ ਉਹ ਨਹੀਂ ਨਾ, ਉਹ ਕੌਣ ਵਰਤਦਾ ਭੈਣ ਜੀ ਹੁਣ ਮੁਸ਼ਕਿਲ ਹੈ ਵੀ ਉਹ ਲੋਹਾ ਵੀ ਕਿਹੜਾ ਸੁੱਖ ਨਾਲ ਆਪਣੇ ਉਧਰ ਕੁਆਲਿਟੀ ਵਾਲਾ ਲਾਉਂਦੇ ਹੁੰਦੇ, ਜੰਗ ਲੱਗ ਜਾਣਾ ਪਤਾ ਉਦੋਂ ਲੱਗਣਾ ਵੀ ਜਿੱਥੇ ਚੁੰਡੀ ਲੱਗੀ ਹੋਣੀ ਉੱਥੇ ਦਾਗ ਪੈ ਜਾਣਾ ਵੱਖਰਾ, ਤੇ ਬਾਅਦ ਚ ਆਖਣਾ ਵੀ ਲੈ ਲਓ ਹੋਰ ਲੈ ਲਓ ਚੁੰਡੀਆਂ ਮਹਿੰਗੀਆਂ। ਇੱਕ ਸੰਧਾਲੀਆ ਸਾਹਿਬ ਹੋਰ ਕੰਮ ਹੁੰਦਾ ਸੀ ਚੁੰਡੀਆਂ ਤੋਂ ਪਹਿਲਾਂ। ਹਨੇਰੀ ਆਈ, ਕੱਪੜਾ ਉੱਡ ਗਿਆ, ਮੰਨ ਲਓ ਬੀਬੀ ਮੜ ਜਾ ਢਿੱਡ ਹੌਲਾ ਕਰਨ ਗੁਆਂਢਣ ਕੇ ਗਈ ਆ, ਤੇ ਆਉਂਦਿਆਂ ਨੂੰ ਕੁਛ ਨਹੀਂ ਹੁੰਦਾ ਸੀ, ਚੁੰਨੀ, ਤੌਲੀਆ, ਇੱਕ ਅੱਧਾ ਕੱਪੜਾ ਕੋਈ ਐਂ ਚੰਗੀ ਤਰ੍ਹਾਂ ਨਾਲੀ 'ਚ ਪਿਆ ਹੋਣਾ, ਨਾਲ ਹੀ ਐਂ ਚੱਕੀ ਨਾਲ ਬੀਬੀਆਂ ਨੱਕ ਬੁੱਲ ਕੱਢੀ ਜਾਣਾ, 100 ਮੂੰਹ ਦੇ ਵਿੱਚੋਂ ਗੱਲ ਕਰਨੀ, ਫਿਰ ਐਂ ਕਰਕੇ ਨਲਕੇ ਦੇ ਥੱਲੇ ਧੋ ਕੇ ਫਿਰ ਸੁੱਕਣਾ ਪਾਉਣਾ। ਨਹੀਂ ਉਹਦੀ ਤੁਸੀਂ ਇੱਕ ਗੱਲ ਲਕੋ ਗਏ ਹੈ ਨਾ ਵੀ ਜੇ ਬੀਬੀ ਉਧਰ ਗਈ ਏ ਤੇ ਉਹਨੇ ਜਿਹੜੀ ਘਰੇ ਬੀਬੀ ਆ ਉਹਦੇ ਦੁਆਲੇ ਵੀ ਤੇ ਹੋਣਾ ਨਾ ਵੀ ਹਾਂ ਅੰਦਰ ਵੜ ਕੇ ਬੈਠੀ ਰਹਿਣਾ, ਬਾਹਰ ਨਹੀਂ ਵੇਖਣਾ ਵੀ ਹਾਂ ਸਾਰੀ ਦਿਹਾੜੀ ਟੀਵੀ ਮੂਹਰੇ ਪਤਾ ਨਹੀਂ ਕੀ ਦੇਖਦੀਆਂ ਰਹਿੰਦੀਆਂ ਆ। ਹੈ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਫੋਨ 'ਚ ਹੀ ਬੜੀਆਂ ਰਹਿੰਦੀਆਂ। ਕਲਕਦੇ ਨੂੰ ਪਰੇ ਕਰ ਲਿਆ ਕਰੋ। ਆਹ ਵੇਖੋ ਬਾਹਰ ਕੀ ਬਣਿਆ। ਚਲੋ ਖੈਰ ਕਿੱਥੋਂ ਗੱਲ ਹਨੇਰੀ ਤੋਂ ਸ਼ੁਰੂ ਹੋਈ ਤੇ ਕਿਧਰੋਂ ਜਾ ਕਿਧਰ ਦੀ ਕਿਧਰ ਮੁੱਕਦੀ ਮਕਾਉਂਦੀ। ਮੈਨੂੰ ਲੱਗਦਾ ਵੀ ਇਹਦੋਂ ਪਹਿਲਾਂ ਵੀ ਆਪਾਂ ਦੁਬਾਰਾ ਲੜਾਈ ਵਾਲੇ ਪਾਸੇ ਨੂੰ ਮੋੜ ਦਈਏ, ਆਪਾਂ ਕਿਸੇ ਹੋਰ ਪਾਸੇ ਚੱਲ ਚੱਲੀਏ। ਨਹੀਂ ਆ ਜਾਓ ਆਪਾਂ ਐਂ ਕਰਦੇ ਹਾਂ ਸੰਧਾਲੀਆ ਸਾਹਿਬ, ਗਰਮੀ ਆ, ਅਸੀਂ ਮੀਂਹ ਉਡੀਕਦੇ ਹਾਂ ਕਿ ਪੰਜਾਬ 'ਚ ਮੀਂਹ ਪੈਣ। ਜਦੋਂ ਗਰਮੀ ਹੁੰਦੀ ਹੈ ਤਾਂ ਸਾਡਾ ਉਦੋਂ ਵੀ ਔਖਾ ਕਿ ਭਾਈ ਹੁਣ ਕੀ ਹੋਇਆ, ਮੀਂਹ ਪੈ ਜਾਵੇ ਫਸਲਵਾੜੀ। ਤੇ ਜਦੋਂ ਭਾਰਤ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਪ੍ਰੀ ਮੌਨਸੂਨ ਛਿੱਟ ਛੋੜਾ ਜਿਹਾ ਕਰਨ ਆਉਂਦੀ ਹੈ, ਉਦੋਂ ਵੀ ਕੰਮ ਔਖਾ ਹੋ ਜਾਂਦਾ। ਤੁਸੀਂ ਦੇਖੋ ਕਿ ਜਦੋਂ ਪੰਜਾਬ ਵਾਲੇ ਲੋਕ ਖਬਰਾਂ ਪੜ੍ਹਦੇ ਸੁਣਦੇ ਹੋਣਗੇ, ਹਰਿਆਣੇ ਵਾਲੇ, ਕਿ ਗਰਮੀ ਬੜੀ ਆ ਜੀ, ਟੈਂਪਰੇਚਰ ਇੰਨਾ ਹੋ ਗਿਆ, ਮੌਨਸੂਨ ਅਜੇ ਦੇਰੀ ਨਾਲ ਆਉਣੀ ਆ ਜੀ, ਅਜੇ ਤਾਂ ਦਸਤਕ ਵੀ ਨਹੀਂ ਦਿੱਤੀ। ਕਿਉਂਕਿ ਪਹਿਲੀ ਖਬਰ ਉਹਦੇ ਕੀ ਹੁੰਦੀ ਹੈ, ਮੌਨਸੂਨ ਨੇ ਦਿੱਤੀ ਕੇਰਲਾ ਦੇ ਤੱਟ ਤੇ ਦਸਤਕ, ਹਲਕਾ ਮੀਂਹ ਪਿਆ, ਇੰਨੇ ਦਿਨਾਂ ਦੇ ਵਿੱਚ ਪਹੁੰਚ ਜਾਏਗੀ ਇਸ ਸੂਬੇ 'ਚ, ਇੰਨੀ ਤਰੀਕ ਨੂੰ ਪੰਜਾਬ ਦੇ ਵਿੱਚ ਮੌਨਸੂਨ ਦੇ ਬੱਦਲਾਂ ਦੇ ਪਹੁੰਚਣ ਦੇ ਅਸਾਰ। ਹੁਣ ਪੰਜਾਬ 'ਚ ਗਰਮੀ ਆ ਤੇ ਖਬਰ ਪਤਾ ਕੀ ਆ ਰਹੀ ਹੈ ਕਿ ਅਸਾਮ ਦੇ ਵਿੱਚ ਪ੍ਰੀ ਮੌਨਸੂਨ ਦੀਆਂ ਵਾਛੜਾਂ ਹੋਈਆਂ, 7 ਲੱਖ ਲੋਕ ਬੇਘਰ ਹੋ ਗਏ। 7 ਲੱਖ, ਜਾਣੀ ਕਿ ਇੰਨਾ ਜ਼ਿਆਦਾ ਮੀਂਹ ਪਿਆ। 2-3 ਨਦੀਆਂ ਜਿਹੜੀਆਂ ਐਨ ਉੱਪਰ ਤੱਕ ਵਗ ਕੇ ਹੜ੍ਹ ਆ ਗਿਆ ਚਾਰੇ ਪਾਸੇ। ਹੁਣ 7 ਲੱਖ ਬੰਦਾ ਇੱਕ ਪਾਸੇ ਪਾਣੀ ਤੋਂ ਤੰਗ ਹੈ, ਅਸੀਂ ਇਸ ਕਰਕੇ ਤੰਗ ਹਾਂ ਕਿ ਭਾਈ ਮੀਂਹ ਨਹੀਂ ਪੈਂਦਾ। ਬਿਹਾਰ ਦੇ ਵਿੱਚ ਉੱਥੇ 33 ਬੰਦਿਆਂ ਦੀ ਮੌਤ ਹੋ ਗਈ ਆ ਮੀਂਹ ਦੇ ਕਰਕੇ, ਤੇ 500 ਬੰਦਾ ਤਾਂ ਕਹਿੰਦੇ ਰੇਲ ਦੀ ਪਟੜੀ ਕਿਉਂਕਿ ਉੱਚੀ ਕਰਕੇ ਬਣਾਈ ਹੁੰਦੀ ਹੈ, ਥੋੜੀ ਮਜ਼ਬੂਤ ਬਣਾਈ ਹੁੰਦੀ, 500 ਬੰਦਾ ਜਿਹੜਾ ਉਹ ਪਟੜੀ ਤੇ ਬੈਠਾ ਰੇਲ ਵਾਲੀ ਤੇ। ਤੇ ਕਰਨਾਟਕ ਵਾਲਿਆਂ ਨੇ ਤਾਂ ਸਕੂਲ ਕਾਲਜ ਵੀ ਬੰਦ ਕਰਤੇ ਕਿ ਭਾਈ ਮੀਂਹ ਨੇ ਬੱਸ ਕਰਾਈ ਪਈ ਆ। ਮੈਨੂੰ ਲੱਗਦਾ ਜੇ ਬਾਬਾ ਵੰਡਵਾ ਦੇ ਦੇਵੇ ਤਾਂ ਵਧੀਆ ਨਹੀਂ। ਨਹੀਂ ਵੰਡਵਾ ਦੇ ਦੇਵੇ। ਦੂਜੀ ਗੱਲ ਮੈਨੂੰ ਲੱਗਦਾ ਇਹ ਵੀ ਆ ਵੀ ਇਹ ਆਪਾਂ ਬੜੀ ਦੇਰ ਤੋਂ ਸੁਣਦੇ ਆਉਂਦੇ ਆ ਕਿ ਵੀ ਭਾਰਤ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਸੰਭਾਲਣ ਲਈ ਕਦੀ ਕੋਈ ਗੱਲ ਸੁਣੀ ਨਹੀਂ, ਨਾ ਕਿ ਸਟੇਟ ਵੱਲੋਂ ਨਾ ਕੇਂਦਰ ਸਰਕਾਰ ਵਾਲੇ ਪਾਸਿਓਂ। ਹਾਂ ਇਹ ਜ਼ਰੂਰ ਹਰ ਵਾਰ, ਜਿੱਦਾਂ ਆਪਾਂ ਹਨੇਰੀ ਦੀ ਗੱਲ ਕੀਤੀ ਵੀ ਉਹ ਹਰੇਕ ਸਾਲ ਆਉਣੀ ਆ, ਆਪਾਂ ਉਹ ਹਨੇਰੀ 'ਤੇ ਇਤਰਾਜ਼ ਕਰੀ ਜਾਣਾ ਵੀ ਆਈ ਕਿਉਂ। ਆਪਾਂ ਇਹ ਨਹੀਂ ਵੇਖਣਾ ਵੀ ਯਾਰ ਇਹ ਤਾਂ ਪਹਿਲਾਂ ਵੀ ਆਉਂਦੀ ਸੀ ਜੀ। ਹੁਣ ਜੇ ਆਪਾਂ ਮੀਂਹ ਦੀ ਗੱਲ ਕਰੀਏ ਵੀ ਮੌਨਸੂਨ ਕਿਹੜਾ ਹੁਣ ਆਉਣ ਲੱਗਿਆ ਵੀ ਅਚਾਨਕ ਚਿੱਠੀ ਪਈ ਵੀ 10 ਸਾਲਾਂ ਤੋਂ ਨਾ ਬਾਬੇ ਨੇ ਕਿਹਾ ਵੀ ਇਹ ਨਾ ਬੱਦਲ ਅਲਾਟ ਕਰਤੇ ਆ, ਇਹ ਤੁਹਾਡੇ ਕੋਲ ਮੈਂ ਕਰਨਗੇ, ਮੀਂਹ ਪਾਇਆ ਕਰਨਗੇ। ਇਹ ਤਾਂ ਪਹਿਲਾਂ ਤੋਂ ਆ ਜੀ। ਉਹ ਹੁਣ ਭੂਗੋਲਿਕ ਸਥਿਤੀ ਇਦਾਂ ਦੀ ਆ ਵੀ ਉਹਨੇ ਆਉਣਾ ਹੀ ਆਉਣਾ, ਉਹਨੇ ਆਪਣੇ ਸਮੇਂ ਮੁਤਾਬਕ ਵਰਨਾ ਹੀ ਵਰਨਾ। ਹੁਣ ਅੱਜ ਦੀ ਡੇਟ 'ਚ ਠੀਕ ਆ ਉਸ ਪਾਸੇ ਸਾਰਾ ਕੁਝ ਚੱਲ ਰਿਹਾ, ਪਰ ਮੌਨਸੂਨ ਨੇ ਇੱਧਰ ਨੂੰ ਵੀ ਆਉਣਾ। ਆਣ ਕੇ ਫਿਰ ਆਪਾਂ ਉਹ ਵੀ ਟਾਈਮ ਵੇਖਦੇ ਹੁੰਦੇ ਵੀ ਉਦੋਂ ਪੰਜਾਬ ਦੇ ਵਿੱਚ ਵੀ ਕੋਈ ਥੋੜ੍ਹੇ ਜਿਹੇ ਦਿਨ ਇਹੋ ਜਿਹੇ ਬਣਦੇ ਹੁੰਦੇ ਵੀ ਫਲਾਣੇ ਥਾਂ 'ਤੇ ਹੁਣ ਦਰਿਆ ਰੁੜ ਗਈ, ਢੀਂਗੜੇ ਥਾਂ ਦੇ ਉੱਪਰ ਪਾਣੀ ਆ ਗਈ, ਇੱਥੇ ਲੋਕ ਫਸੇ, ਇੱਥੇ ਉਹਨਾਂ ਨੂੰ ਲੋੜ ਆ। ਮੈਨੂੰ ਜਾਪਦਾ ਹੁੰਦਾ ਵੀ ਇਹਦੇ 'ਤੇ ਵੀ ਕਿਤੇ ਨਾ ਕਿਤੇ ਪਾਲਿਸੀ ਬਣਾ ਲੈਣੀ ਚਾਹੀਦੀ ਹੈ ਵੀ ਅੱਜ ਦੀ ਡੇਟ 'ਚ ਕਿਤੇ ਤੇ ਆਪਾਂ ਰੋਂਦੇ ਫਿਰਦੇ ਹਾਂ ਵੀ ਜ਼ਮੀਨ ਹੇਠਲਾ ਪਾਣੀ ਮੁੱਕ ਗਿਆ, ਅਤੇ ਪਾਣੀ ਤਾਂ ਉਹੀ ਹੈ ਜਿਹੜਾ ਬਾਅਦ ਦੇ ਵਿੱਚ ਜ਼ਮੀਨ ਦੇ ਉੱਪਰ ਦੀ ਹੋ ਕੇ ਸਾਰਾ ਕੁਝ ਧਰੂ ਕੇ ਉਹ ਸਮੁੰਦਰ 'ਚ ਜਾ ਪਾਉਂਦਾ। ਜੇ ਆਪਾਂ ਉਹਨੂੰ ਥਾਂ ਥਾਂ ਸਾਂਭ ਲਈਏ ਕਿਤੇ ਤੇ ਉਹ ਪਾਣੀ ਕੰਮ ਆਵੇ। ਨਹੀਂ ਬਹੁਤ ਚੰਗੇ ਤਰੀਕੇ ਕੰਮ ਆ ਸਕਦਾ ਜੀ। ਦੇਖੋ ਕਈ ਵਾਰੀ ਇੱਦਾਂ ਦੇ ਰੌਲੇ ਪੈਂਦੇ ਹੁੰਦੇ, ਬਿਰਲਾ ਟਾਵੇਂ ਲੋਕ ਹੈਗੇ ਆ
ਕਿਉਂਕਿ ਬਹੁਤ ਵਾਰੀ ਹੁੰਦਾ ਕਰਨਾ ਕੀ ਆ, ਕੋਈ ਬਹੁਤਾ ਲੰਮਾ ਚੌੜਾ ਪ੍ਰੋਸੀਜਰ ਤਾਂ ਹੈ ਨਹੀਂ ਕਿ ਭਾਈ ਆਪਾਂ ਇੱਕ ਟੋਆ ਪੱਟਣਾ ਹੈ, ਘਰ ਦਾ ਸਾਰਾ ਛੱਤ ਦਾ ਪਾਣੀ ਇੱਧਰਲਾ ਪਾਣੀ ਟੋਏ 'ਚ ਪਾਉਣਾ ਹੈ, ਟੋਏ ਦੇ ਵਿੱਚ ਕਿੰਨੇ ਕੁ ਤਰ੍ਹਾਂ ਦੀ ਕੰਕਰੀਟ ਜੀ ਪਾਉਣੀ ਹੈ, ਉਹ ਇੱਕ ਤਰੀਕਾ ਕਿ ਪਾਣੀ ਉਹਦੇ ਵਿੱਚ ਜਾਵੇ, ਧਰਤੀ ਦੇ ਵਿੱਚ ਜੀਰ ਜਾਵੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਪੁਣ ਹੋ ਕੇ ਜਾਵੇ, ਹੈ ਨਾ। ਉਹਦੀ ਮਾੜੀ ਮੋਟੀ ਸਫਾਈ ਰੱਖਣੀ ਹੁੰਦੀ ਹੈ। ਇੱਦਾਂ ਦੀਆਂ ਗੱਲਾਂ ਨੇ, ਉਹ ਜੇ ਅਸੀਂ ਨਹੀਂ ਕਰਦੇ ਤਾਂ ਫਿਰ ਔਖਾ। ਇੱਕ ਗੱਲ ਪੱਕੀ ਹੈ ਸੰਧਾਲੀਆ ਸਾਹਿਬ, ਸਾਨੂੰ ਬਹੁਤ ਸਾਰੀਆਂ ਉਹ ਗੱਲਾਂ ਔਖੀਆਂ ਲੱਗਦੀਆਂ ਜਿਹੜੀਆਂ ਔਖੀਆਂ ਹੈ ਨਹੀਂ। ਛੋਟੇ ਘਰ ਹੁੰਦੇ ਸੀ ਆਪਣੇ ਸਾਰਿਆਂ ਦੇ, ਕੱਚੇ ਹੁੰਦੇ ਸੀ, ਬਾਲਿਆਂ ਵਾਲੇ ਹੁੰਦੇ ਸੀ ਨਾ। 100 ਸਾਲ ਪਹਿਲਾਂ ਤਾਂ ਲੈਂਟਰ ਕਿਸੇ ਨੇ ਨਹੀਂ ਸੀ ਪਾਇਆ, 40 ਸਾਲ ਪਹਿਲਾਂ ਵੀ ਬਹੁਤ ਘੱਟ ਲੋਕਾਂ ਦੇ ਲੈਂਟਰ ਸੀ। ਅਸੀਂ 2 ਕਮਰਿਆਂ ਦੇ ਘਰ ਨੂੰ 5 ਕਮਰੇ 'ਚ ਬਦਲ ਦਿੱਤਾ। ਅਸੀਂ 1 ਮੰਜ਼ਿਲ ਨੂੰ 2 ਜਾਂ 2.5 ਮੰਜ਼ਿਲ ਦੇ ਵਿੱਚ ਬਦਲ ਦਿੱਤਾ। ਅਸੀਂ ਇਹ ਵੀ ਕਹਿਣ ਲੱਗ ਪਏ ਨਹੀਂ ਕਾਰ ਖੜੀ ਕਰਨ ਨੂੰ ਵੀ ਵੱਖਰਾ ਥਾਂ ਚਾਹੀਦਾ। ਅੱਗੇ ਗੇਟ ਕਿੱਦਾਂ ਦੇ ਹੁੰਦੇ ਸੀ, ਮੈਂ ਕਹਿੰਦਾ ਕਿ ਲੱਖ ਰੁਪਈਆ ਗੇਟ ਤੇ ਆ ਦਿੰਦੇ ਨੇ ਬਹੁਤ ਸਾਰੇ ਸੱਜਣ, ਮੈਂ ਮਾੜਾ ਨਹੀਂ ਕਹਿੰਦਾ। ਉਹਦੇ ਤੋਂ ਇਲਾਵਾ ਵੀ ਇੱਥੇ ਆਹ ਕਰਨਾ ਜੀ, ਆਹ ਕਰਨਾ ਜੀ, ਰਸੋਈ ਦੇ ਵਿੱਚ ਹੀ ਕਿੰਨਾ ਆਪਾਂ ਖਰਚ ਕਰਦੇ ਹਾਂ। ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਸ਼ੀਸ਼ਾ ਹੈ ਮੂੰਹ ਦੇਖਣ ਨੂੰ, ਵਾਸ਼ ਬੇਸਨ ਹੈ, ਉਹ ਹੋ ਸਕਦਾ 2000 ਦਾ ਵੀ ਆਉਂਦਾ ਹੋਵੇ, ਤਾਂ ਹੋ ਸਕਦਾ ਕਿ 80,000 ਦਾ ਵੀ ਆਉਂਦਾ ਹੋਵੇ। ਉਹ ਅਸੀਂ 2000 ਤੋਂ 80,000 ਤੱਕ ਪਹੁੰਚ ਜਾਂਦੇ ਹਾਂ ਕਿ ਸੋਹਣਾ ਲੱਗਣਾ ਚਾਹੀਦਾ। ਸਾਰੇ ਖਰਚ ਸਾਡੇ ਘਰ ਬਣਾਉਣ ਲੱਗਿਆਂ ਸੂਚੀ 'ਚ ਹੁੰਦੇ ਆ ਕਿ ਆਹ ਕੰਮ ਕਰਨਾ ਹੀ ਕਰਨਾ, ਆਹ ਵੀ ਕਰਨਾ ਹੀ ਕਰਨਾ। ਉੱਪਰਲੇ ਪਾਸੇ ਜਾ ਕੇ ਬੱਤਕ ਵੀ ਰਖਾਉਣੀ ਆ, ਉਹਨੇ ਕਰਨਾ ਕੁਛ ਨਹੀਂ ਹੁੰਦਾ। ਬੱਤਕ ਸੋਹਣੀ ਲੱਗਦੀ ਆ, ਹਾਂ, ਉਹ ਬੱਤਕ ਦੀ ਚੁੰਝ ਜਿੰਨੇ ਪੈਸੇ ਹੋ ਸਕਦਾ ਹੈ ਕਿ ਛੱਤ ਦੇ ਉੱਤੋਂ ਪਾਣੀ ਆਉਂਦਾ, ਮੀਂਹ ਦਾ ਪਾਣੀ ਆਉਂਦਾ, ਉਹ ਸਾਂਭਣ ਦੇ ਲਈ ਜਿਹੜਾ ਟੋਆ ਪੱਟਣਾ ਹੈ, ਉਹਨੂੰ ਇੱਕ ਤਰੀਕੇ ਨਾਲ ਬਣਾਉਣਾ ਹੈ, ਉਹਦੇ ਤੇ ਲੱਗਣੇ ਆ। ਪਰ ਅਸੀਂ ਉਹ ਨਹੀਂ ਲਾਉਣਾ। ਗੁਰੂ ਘਰ ਜਾਣਾ ਹੈ, ਮੰਦਿਰ ਜਾਣਾ ਹੈ, ਮਸਜਿਦ ਜਾਣਾ ਹੈ, ਉੱਥੇ ਸੁਨੇਹਾ ਸਾਨੂੰ ਮਿਲਣਾ ਕਿ ਭਾਈ ਹਵਾ ਪਾਣੀ ਸਾਰੀਆਂ ਦੀ ਸਾਂਭ ਕਰਨੀ ਆ। ਉੱਥੇ ਮੱਥਾ ਟੇਕ ਲੈਣਾ, 4 ਦੀਵਾਰੀ ਤੋਂ ਬਾਹਰ ਨਿਕਲਣਾ, ਮਿਸਤਰੀ ਸਾਹਿਬ ਲੱਗੇ ਆ, ਉੱਥੇ ਆ ਕੇ ਭੁੱਲ ਜਾਣਾ। ਇਹ ਗੱਲ ਹੈਗੀ ਆ। ਦੇਖੋ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਲੋੜ ਤੇ ਹੈਗੀ ਵਿਚਾਰਨ ਦੀ। ਤੁਸੀਂ ਘਰਾਂ ਦੀ ਗੱਲ ਕੀਤੀ, ਫਿਰ ਯਾਦ ਆਉਂਦਾ ਵੀ ਉਦੋਂ ਟੱਬਰ ਵੱਡੇ ਹੁੰਦੇ ਸੀ ਤੇ ਘਰ ਛੋਟੇ ਹੁੰਦੇ ਸੀ। ਬਾਅਦ ਤੋਂ ਜੇ ਮੰਨ ਲਓ ਵੀ 3-4 ਭੈਣ ਭਰਾ ਨੇ, ਗਾਂ ਉਹਨਾਂ ਦੇ ਗਾਂ ਨਿਆਣੇ ਨੇ, ਉਦੋਂ ਬਾਅਦ ਉਹਨਾਂ ਨੂੰ ਇੱਕ ਕਮਰਾ ਹੀ ਲਾਟ ਹੁੰਦਾ ਹੈ ਵੀ ਹਾਂ ਇਹਦੇ 'ਚ ਚਾਚੀ ਦਾ ਸੰਦੂਕ ਹੀ, ਤੇ ਇਹਦੇ ਵਿੱਚ ਤਾਈ ਦੀ ਪੇਟੀ, ਪੂਰੇ ਟੱਬਰ ਨੂੰ ਕਮਰਾ ਹੁੰਦਾ ਸੀ। ਹੈ ਨਾ, ਪੂਰੇ ਟੱਬਰ ਦਾ ਕਮਰਾ ਹੁੰਦਾ ਹੈ ਵੀ ਮਤਲਬ ਜੇ ਉਹ ਪਰਿਵਾਰ ਦੇ ਹਿਸਾਬ ਨਾਲ ਇੱਕ ਅੱਧੇ ਦਾ ਆਖਣਾ ਵੀ ਹਾਂ ਇਹ ਫਿਰ ਮੁੰਡਾ ਬਾਅਦ ਵਿੱਚ ਇਹਦੇ ਫਿਰ ਇਧਰ ਸਵਾਤ 'ਚ ਰਖਾ ਦਿੱਤੀ ਉਦੋਂ ਪੇਟੀ, ਹੈ ਨਾ। ਉਦੋਂ ਸਾਰਾ ਕੁਝ ਚੱਲੀ ਜਾਂਦਾ ਹੁੰਦਾ ਸੀ। ਉਦੋਂ ਬਾਅਦ ਹੌਲੀ ਹੌਲੀ ਹੈ ਨਹੀਂ ਕੋ ਆਇਆ ਗਿਆ ਵਾਲਾ ਕਮਰਾ ਚਾਹੀਦਾ, ਇੱਕ ਆ ਫਲਾਨਾ ਕਮਰਾ ਚਾਹੀਦਾ। ਸੁੱਖ ਨਾਲ ਆਪਣੇ ਆਰਕੀਟੈਕਟ ਭਰਾ ਉਹ ਕਹਿੰਦੇ ਵੀ ਨਹੀਂ ਇਹ ਇੰਨੇ ਕੁ ਤਾਂ ਕੋਈ ਬਣਾਉਂਦੇ ਹੀ ਨਹੀਂ ਅੱਜ ਕੱਲ੍ਹ, 3-4 ਤਾਂ ਚਾਹੀਦੇ, ਵੱਡਾ ਡਰਾਇੰਗ ਰੂਮ ਬਣਾ ਲਓ ਜੀ, ਆਹ ਬਣਾ ਲਓ ਜੀ। ਹੋਇਆ ਕਿ ਵੀ ਬੰਦੇ ਘਟ ਗਏ, ਕਮਰੇ ਵੱਧ ਗਏ, ਕੰਕਰੀਟ ਵੱਧ ਗਿਆ, ਤੇ ਉਹ ਕੰਕਰੀਟ ਵਧਾ ਕੇ ਸਾਰਾ ਕੁਝ ਬਣਾ ਕੇ ਤੇ ਅਖੀਰ ਆਪਾਂ ਇਹ ਆਖੀਏ ਨੇ ਰੇਤ ਬੱਜਰੀ ਪਤਾ ਨਹੀਂ ਕਿਉਂ ਮਹਿੰਗੀ ਹੋ ਗਈ। ਥੱਪੀ ਤੇ ਆਪਾਂ ਹੀ ਆ, ਕਿਹੜਾ ਕਿਸੇ ਨੇ ਥੱਪੀ ਆ। ਅੱਛਾ, ਉਦੋਂ ਬਾਅਦ ਇਹ ਸਾਰਾ ਕੁਝ ਕਰ ਕਤਰ ਕੇ ਆਹ ਜਿਹੜੀ ਗੱਲ ਤੁਸੀਂ ਕਹੀ ਵੀ ਉਹ ਆਪਾਂ ਥਾਂ ਵੀ ਇੰਨਾ ਕੁ ਪੱਕਾ ਕਰ ਲਿਆ। ਪਹਿਲਾਂ ਕੀ ਹੁੰਦਾ ਸੀ ਵੀ ਜੇ ਮੰਨ ਲਓ ਮੀਂਹ ਮੂੰਹ ਪੈਣਾ, ਹੋਰ ਕੁਝ ਹੋਵੇ ਨਾ ਹੋਵੇ, ਉਹ ਜਾਣੇ ਕੋਠੇ ਦਾ ਪਨਾਲਾ ਵਿਹੜੇ 'ਚ ਆਉਣਾ ਤੇ ਵਿਹੜਾ ਗਾਂ ਕੱਚਾ ਹੋਣਾ, ਤੇ ਜਿੰਨਾ ਕੁ ਵਿਹੜੇ ਤੋਂ ਲੈ ਕੇ ਧੂੰਦਾ ਧਾਂਦਾ ਉਹ ਛੱਪੜ ਤੱਕ ਜਾਣਾ, ਉਹਨੇ ਜਿਹਨੂੰ ਕਈ ਕੁਝ ਜੀਰ ਜਾਂਦਾ ਹੁੰਦਾ ਸੀ ਜੀ। ਤੇ ਅੱਜ ਦੀ ਡੇਟ ਤੇ ਸੁੱਖ ਨਾਲ ਤੋਂ ਕੋਠਾ ਵੀ ਪੱਕਾ, ਵਿਹੜਾ ਵੀ ਪੱਕਾ, ਗਾਂ ਨਾਲੀ ਵੀ ਪੱਕੀ ਆ, ਤੇ ਨਾਲੀ ਨੇ ਗਾਂ ਜਿਹੜੇ ਛੱਪੜ 'ਚ ਜਾਣਾ ਉਹ ਤੇ ਸੁੱਖ ਨਾਲ ਇਹੋ ਜਿਹਾ ਆਪਾਂ ਕੀਤਾ ਵੀ ਥੱਲੇ ਲਿਫਾਫਾ ਹੀ ਲਿਫਾਫਾ ਉਹਦੀ ਜੀਰਨਾ ਕੀ ਆ। ਸੋ ਇਹ ਚੀਜ਼ਾਂ ਤੇ ਹੈਗੀਆਂ, ਪਰ ਕਾਰਨ ਇਹ ਆ ਵੀ ਜਦੋਂ ਬੰਦਾ ਕਹਿੰਦਾ ਵੀ ਕਰੇ, ਫਿਰ ਆਪਣੇ ਕੋਲ ਇੱਕ ਜਵਾਬ ਹੁੰਦਾ, ਸਰਕਾਰ ਨਹੀਂ ਕਰਦੀ ਭਾਜੀ, ਬਹੁਤ ਮਾੜੀ ਸਰਕਾਰ ਹੀ। ਨਹੀਂ, ਇਹ ਤਾਂ ਵੱਡੀ ਗੱਲ ਹੈ ਨਾ ਕਿ ਸਾਡੀ ਆਪਣੀ ਜ਼ਿੰਮੇਵਾਰੀ ਕਿੱਥੇ ਹੈ। ਸਰਕਾਰ ਦੀ ਤਾਂ ਜ਼ਿੰਮੇਵਾਰੀ ਹੈਗੀ ਆ, ਨਹੀਂ ਨਿਭਾਉਂਦੇ ਕੀ ਕਰੀਏ, ਪਰ ਅਸੀਂ ਨਿਭਾਈ। ਮੈਂ ਵੈਸੇ ਹੀ ਸੋਚਦਾ ਸੀ ਕਿ ਆਪਾਂ ਜਦੋਂ ਘਰ ਬਣਾਉਣੇ, ਤੁਸੀਂ ਵੀ, ਮੈਂ ਵੀ, ਸਾਡੇ ਪਰਿਵਾਰ ਦੇ ਮੈਂਬਰ ਵੀ, ਇਹ ਨਹੀਂ ਹੈ ਕਿ ਉਹਦੇ ਤੇ 10 ਲੱਖ ਰੁਪਈਆ ਲੱਗਦਾ ਕਿ ਅਸੀਂ ਪਾਣੀ ਸਾਂਭਣਾ। ਬਹੁਤ ਥੋੜੇ ਪੈਸੇ ਲੱਗਦੇ ਆ। ਬਹੁਤ ਸਾਰੇ ਸੱਜਣਾਂ ਨੇ ਪੰਜਾਬ ਦੇ ਵਿੱਚ ਉਹ ਕੰਮ ਕੀਤਾ ਵੀ ਹੈ, ਇੰਨੇ ਇਮਾਨਦਾਰ ਨੇ ਦੂਸਰਿਆਂ ਦੇ ਪ੍ਰਤੀ, ਕੁਦਰਤ ਦੇ ਪ੍ਰਤੀ। ਹੁਣ ਸੰਧਾਲੀਆ ਸਾਹਿਬ, ਆਪਾਂ ਜੇ ਛੱਤ ਦੇਖ ਲਈਏ, ਮੰਨ ਲਓ ਘਰ ਤਾਂ ਬਣਾਉਣੇ ਆਪਾਂ ਰਹਿਣ ਲਈ, ਪਰ ਉਹਦੇ ਮੂਹਰੇ ਲੋਕਾਂ ਨੂੰ ਉਹ ਨਜ਼ਰ ਕਿੱਦਾਂ ਦਾ ਆਵੇ, ਉਹਦੇ ਤੇ ਕਿੰਨੇ ਰੁਪਈਏ ਲੱਗਦੇ ਆ। ਉਹ ਰੁਪਈਏ ਆਪਾਂ ਲਾ ਲੈਣੇ ਆ ਜਿਹਦਾ ਕੰਮ ਕੋਈ ਨਹੀਂ, ਪਰ ਉਹ ਰੁਪਈਏ ਨਹੀਂ ਲਾਉਣੇ ਜਿਹਦਾ ਬਹੁਤ ਕੰਮ। ਤੇ ਜੇ ਆਪਾਂ ਨਾ ਲਾਏ ਫਿਰ ਠੀਕ ਹੈ, ਉੱਥੇ ਕੋਈ ਬੰਦਾ ਹੀ ਨਹੀਂ ਰਹੂਗਾ, ਫਿਰ ਦਿਖਾੜ ਲਿਓ ਘਰ। ਉੱਥੇ ਜੇ ਬੰਦੇ ਬਿਮਾਰ ਰਹਿਣਗੇ ਤਾਂ ਫਿਰ ਭਾਈ ਖਬਰ ਲੈਣ ਵਾਲੇ ਤਾਂ ਆਉਣਗੇ, ਫਿਰ ਘਰ ਦੇਖਣ ਵਾਲੇ ਨਹੀਂ ਆਉਣਗੇ। ਸੋ ਕਿਤੇ ਨਾ ਕਿਤੇ ਹਾਂ, ਸਰਕਾਰ ਕਾਨੂੰਨ ਬਣਾਵੇ। ਇੱਥੇ ਬਣੇ ਹੋਈ ਆ ਕਾਨੂੰਨ ਕਿ ਭਾਈ ਆਹ ਪਾਣੀ ਜਿਹੜਾ ਤੁਹਾਡਾ ਇੱਥੇ ਟੈਂਕ ਦੇ ਵਿੱਚ, ਆਪਾਂ ਆਸਟ੍ਰੇਲੀਆ ਵੀ ਗਏ ਸੀ, ਉਦੋਂ ਵੀ ਦੇਖਿਆ ਕਿ ਆਹ ਪਾਣੀ ਇੱਥੇ ਜਮ੍ਹਾਂ ਹੋਣਾ, ਇਸ ਪਾਣੀ ਦੀ ਵਰਤੋਂ ਤੁਸੀਂ ਇਹਨਾਂ ਕੰਮਾਂ ਲਈ ਕਰਨੀ ਆ। ਤੁਸੀਂ ਸਬਜ਼ੀ ਲਈ ਵਰਤਣਾ, ਤੁਸੀਂ ਇਹਦੇ ਲਈ ਵਰਤਣਾ, ਤੁਸੀਂ ਭਾਂਡੇ ਧੋਣ ਲਈ ਵਰਤਣਾ, ਤੁਸੀਂ ਕੱਪੜੇ, ਜੋ ਵੀ ਜਿੱਥੇ ਜਿੱਥੇ ਸੰਭਵ ਹੋ ਸਕਦਾ, ਵੇਸਟ ਨਹੀਂ। ਤੇ ਅਸੀਂ ਇਕੱਲਾ ਵੇਸਟ ਹੀ ਕਰਦੇ ਹਾਂ। ਨਹੀਂ, ਇਹ ਤਾਂ ਗੱਲ ਹੈਗੀ ਹੈ। ਚਲੋ ਆਸ ਕਰਦੇ ਹਾਂ ਵੀ ਇਹ ਸਾਰੇ ਕੁਛ ਵਾਲੇ ਪਾਸੇ ਕੰਮ ਚੱਲੇ, ਠੀਕ ਹੋਵੇ। ਜੇ ਠੀਕ ਹੋਊਗਾ ਤੇ ਆਪਣਾ ਹੀ ਭਲਾ। ਹੁਣ ਗੱਲ ਕਰੀਏ ਵੀ ਪਿਛਲੇ ਦਿਨਾਂ ਦਾ ਰੌਲਾ ਪੈਂਦਾ ਸੀ ਵੀ ਪੰਜਾਬ ਦੇ ਵਿੱਚ ਮਹਾਰਾਜ ਵੀ ਖੇਤੀ ਵਿਭਿੰਨਤਾ ਚਾਹੀਦੀ ਜੀ। ਖੇਤੀ ਵਿਭਿੰਨਤਾ ਦੇ ਲਈ
ਦੇਖੋ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਵੀ ਤੁਸੀਂ ਸਿੱਧੀ ਬਿਜਾਈ ਵਾਲਾ ਕੰਮ ਕਰੋ, ਉਹਦੀ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ। ਖੇਤੀ ਮਹਿਕਮਾ ਵੀ ਕਹਿੰਦਾ ਵੀ ਅਸੀਂ ਆਪਣੇ ਤੌਰ ਤੇ ਉਪਰਾਲੇ ਕਰ ਰਹੇ ਹਾਂ, ਲੋਕਾਂ ਦੀ ਸਪੋਰਟ ਹੈ, ਲੋਕ ਉਸ ਪਾਸੇ ਤੁਰੇ ਵੀ ਚਲੋ ਠੀਕ ਹੈ ਯਾਰ ਜੇ ਸਰਕਾਰ ਕਹਿੰਦੀ ਤਜਰਬਾ ਕਰੀਏ। ਦੂਜੀ ਗੱਲ ਸੀਗੀ ਕਿ ਯਾਰ ਮੂੰਗੀ ਬੀਜ ਲਓ, ਤੇ ਮੂੰਗੀ ਵਾਲਾ ਜਦੋਂ ਕੰਮ ਨਿਬੜਿਆ ਤੇ ਫਿਰ ਗਾਂ ਬਾਸਮਤੀ ਲਾ ਲਿਓ ਜਾਂ ਪਛੇਤਾ ਝੋਨਾ ਹੋ ਜੂ। ਫਿਰ ਰੌਲਾ ਪੈ ਗਿਆ ਵੀ ਯਾਰ ਮੂੰਗੀ ਬੀਜ ਤੇ ਲਵਾਂਗੇ ਮਹਾਰਾਜ ਰੇਟ ਕੋਈ ਨਹੀਂ ਦਿੰਦਾ, ਵੀ ਕਰੀਏ ਕੀ। ਪਿਛਲੇ ਦਿਨ ਆਪਾਂ ਇਹ ਵੀ ਦੇਖਿਆ ਵੀ ਕਿਸਾਨ ਜਥੇਬੰਦੀਆਂ ਉੱਥੇ ਜਾ ਕੇ ਕਹਿੰਦੀਆਂ ਸੀ ਵੀ ਹਾਂਜੀ ਮਹਾਰਾਜ ਕੀ ਕੀਤਾ ਜੀ। ਉਦੋਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਆਪ ਕਿਹਾ ਸੀ ਵੀ ਕੋਈ ਨਹੀਂ ਅਸੀਂ ਚੱਕਾਂਗੇ ਯਾਰ, ਦਿਲ ਨਾ ਛੱਡੋ। ਪਰ ਐਂ ਜਾਪਦਾ ਵੀ ਜਿਹੜੀ ਉਦੋਂ ਬਾਅਦ ਉਹਨਾਂ ਨੇ ਮੀਟਿੰਗ ਕੀਤੀ ਕੇਂਦਰ ਸਰਕਾਰ ਨਾਲ, ਉਹ ਕਿਤੇ ਨਾ ਕਿਤੇ ਫਾਇਦੇਮੰਦ ਹੀ ਰਹਿ ਗਈ, ਕਿਉਂਕਿ ਹੁਣ ਕੇਂਦਰ ਸਰਕਾਰ ਵੱਲੋਂ ਕਹਿੰਦੇ ਆ ਵੀ ਉਹਨਾਂ ਨੇ ਇਹ ਯਕੀਨ ਦਿਵਾਇਆ ਵੀ ਠੀਕ ਹੈ ਜੀ ਤੁਸੀਂ ਮੂੰਗੀ ਬੀਜ ਲਓ, ਸਹੀ ਕੁਆਲਿਟੀ ਦੀ, ਚੰਗੀ ਕੁਆਲਿਟੀ ਦੀ, ਉਹਦੀ ਸਟੋਰੇਜ ਦਾ ਤੁਸੀਂ ਪ੍ਰਬੰਧ ਕਰ ਲਿਓ, ਚੱਕਣ ਦੀ ਗਰੰਟੀ ਸਾਡੀ, ਉਹ ਵੀ 7275 ਦੀ। ਸੰਧਾਲੀਆ ਸਾਹਿਬ ਦੇਖੋ, ਕੋਈ ਬੰਦਾ ਕਿਸੇ ਦੇ ਹੱਕ 'ਚ ਹੋ ਸਕਦਾ, ਕਿਸੇ ਦੇ ਵਿਰੋਧ 'ਚ ਹੋ ਸਕਦਾ। ਸਾਡੇ ਕੋਲ ਡਾਕੂਮੈਂਟ ਤਾਂ ਕੋਈ ਨਹੀਂ ਨਾ ਪੰਜਾਬ ਦੇ ਲੋਕਾਂ ਕੋਲ ਹੈ ਕਿ ਕੇਂਦਰ ਸਰਕਾਰ ਨੇ MSP ਤੇ ਮੂੰਗੀ ਖਰੀਦਣੀ ਹੈ। ਪਰ ਪੰਜਾਬ ਦੇ 3.25 ਕਰੋੜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਟਵੀਟ ਹੈ, ਤੇ ਟਵੀਟ ਆਥੈਂਟਿਕ ਹੀ ਹੁੰਦਾ। ਟਵੀਟ ਤੋਂ ਕੋਈ ਬੰਦਾ ਭੱਜ ਥੋੜੀ ਸਕਦਾ। ਜੇ ਉਹ ਨਾ ਵੀ ਟਵੀਟ ਕਰਦੇ, ਲੋਕ ਉਡੀਕਦੇ ਨਹੀਂ ਸੀ, ਲੋਕਾਂ ਨੇ ਕਿਸੇ ਨੇ ਅਲਟੀਮੇਟਮ ਨਹੀਂ ਦਿੱਤਾ ਕਿ 3 ਵਜੇ ਤੱਕ ਜੇ ਆ ਟਵੀਟ ਨਾ ਕੀਤਾ ਮੁੱਖ ਮੰਤਰੀ ਸਾਹਿਬ ਇਹ ਦੇਖਿਓ ਅਸੀਂ ਚੰਡੀਗੜ੍ਹ ਆ ਕੇ ਜਾਮ ਲਾ ਦੇਣਾ ਨਾ। ਜੇ ਮੁੱਖ ਮੰਤਰੀ ਹੋਰਾਂ ਨੇ ਖੁਦ ਟਵੀਟ ਕੀਤਾ ਕਿ ਅਸੀਂ ਚਿੱਠੀ ਲਿਖੀ ਸੀ, ਅਸੀਂ ਬੇਨਤੀ ਕੀਤੀ ਸੀ ਤੇ ਅਸੀਂ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਭਰੋਸਾ ਦਿਵਾਇਆ ਕਿ MSP ਤਾਂ ਅਸੀਂ ਦਿੰਦੇ ਹੀ ਸੀ, ਅਸੀਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਰਾਹੀਂ ਮੂੰਗੀ ਖਰੀਦਾਂਗੇ। 50,000 ਏਕੜ ਦੇ ਵਿੱਚ ਮੂੰਗੀ ਲੱਗਦੀ ਸੀ ਪੰਜਾਬ 'ਚ। ਸਰਕਾਰ ਨੇ ਕਿਹਾ ਕਿ ਭਾਈ ਵੱਧ ਲਾਓ, ਖਰੀਦਾਂਗੇ, ਲੱਖ ਏਕੜ ਨੂੰ ਹੋ ਗਈ, ਯਾਨੀ ਦੁੱਗਣੇ ਰਕਬੇ ਦੇ ਵਿੱਚ ਖੇਤੀ ਹੈ। ਮਾਨਸੇ ਵਾਲਿਆਂ ਨੇ 25,000 ਏਕੜ 'ਚ ਬੀਜ ਦਿੱਤੀ ਹੈ, ਇਕੱਲੇ ਮਾਨਸੇ ਵਾਲਿਆਂ ਨੇ, ਜਾਣੀ ਮਾਨਸੇ ਵਾਲੇ ਵਧਾਈ ਦੇ ਪਾਤਰ ਨੇ ਇਹਦੇ ਲਈ। ਹੁਣ ਸੰਧਾਲੀਆ ਸਾਹਿਬ ਸਵਾਲ ਹੈ ਕਿ ਅੱਗੇ ਅੱਜ ਤੱਕ ਹੁੰਦਾ ਕੀ ਸੀ? ਅਸੀਂ ਕਹਿੰਦੇ ਹਾਂ ਕਿ ਮਹਾਰਾਜ ਸਾਰਿਆਂ ਦੇ ਮਨ ਸਮੱਤਿਆ ਪਾਵੇ, ਵਧੀਆ ਹੋਵੇ ਮਾਹੌਲ। ਤੁਸੀਂ ਦੇਖੋ ਕਿ 3-4 ਚੀਜ਼ਾਂ ਐਸੀਆਂ ਹੋਈਆਂ, ਉਹਦੇ ਪਿੱਛੇ ਕਿਸੇ ਨੂੰ ਕੁਛ ਵੀ ਲੱਗੇ। ਅੱਗੇ ਕੀ ਹੁੰਦਾ ਸੀ ਜੀ, ਕੇਂਦਰ ਪੰਜਾਬ ਦੀ ਬਾਂਹ ਨਹੀਂ ਫੜ ਰਿਹਾ, ਕੇਂਦਰ ਆਹ ਨਹੀਂ ਕਰ ਰਿਹਾ, ਦਿੱਲੀ ਵਾਲੇ ਪੰਜਾਬ ਨੂੰ ਹੱਕ ਨਹੀਂ ਦਿੰਦੇ, ਆਹ ਮਸਲੇ ਦੇ ਉੱਤੇ ਕੇਂਦਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਲੱਗਦਾ ਸੀ ਜਦੋਂ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਬਣੇ ਆ, ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ, ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਕਿੰਨਾ ਵਿਰੋਧ ਹੁੰਦਾ ਰਿਹਾ। ਪੰਜਾਬ ਦੇ ਵਿੱਚ BJP ਨੂੰ ਇੱਥੇ ਸਰਗਰਮੀ ਕਰਨੀ ਔਖੀ ਹੋਈ ਪਈ ਸੀ, ਪਰ ਸਰਕਾਰ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਚੱਲਦੀ ਸੀ, ਅਗਲੇ ਬਾਂਹ ਮਰੋੜ ਕੇ ਰੱਖਦੇ ਸੀ। ਪੰਜਾਬ ਦੇ ਵਿੱਚ ਵੀ ਇਹੀ ਡਰ ਸੀ ਕਿ ਕੇਂਦਰ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਣਾ, ਕੇਂਦਰ ਵਾਲਿਆਂ ਨੇ ਦਿੱਲੀ ਵਾਂਗੂ ਬਾਂਹ ਮਰੋੜਨੀ ਹੈ। ਹੁਣ ਸਭ ਤੋਂ ਪਹਿਲਾਂ ਹੀ ਆਪਾਂ ਕਹਿੰਦੇ ਸੀ ਕਿ ਟੈਸਟ ਆ ਭਾਈ, ਪੇਪਰ ਪ੍ਰੀਖਿਆ ਹੈ ਭਗਵੰਤ ਮਾਨ ਸਾਹਿਬ ਦੀ ਕਿ ਕਣਕ ਮੰਡੀਆਂ ਦੇ ਵਿੱਚੋਂ ਕਿੱਦਾਂ ਚੱਕਣਗੇ, ਬਾਰਦਾਨਾ ਆਊਗਾ ਕਿ ਨਹੀਂ ਆਊਗਾ, ਕਿਉਂਕਿ ਕੇਂਦਰ ਨੇ ਭੇਜਣਾ। ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੈ CCL, ਕੇਂਦਰ ਨੇ ਪੈਸੇ ਦੇਣੇ, ਪੰਜਾਬ ਦੀਆਂ ਤੇ ਕੇਂਦਰ ਦੀਆਂ ਏਜੰਸੀਆਂ ਨੇ ਕਣਕ ਖਰੀਦ ਕੇ ਕਿਸਾਨਾਂ ਨੂੰ ਦੇਣੇ, ਉਹ ਪਤਾ ਨਹੀਂ ਮਨਜ਼ੂਰ ਹੋਣੀ ਕਿ ਨਹੀਂ ਹੋਣੀ। ਬਾਰਦਾਨਾ ਵੀ ਆਇਆ, ਕੈਸ਼ ਕ੍ਰੈਡਿਟ ਲਿਮਿਟ ਵੀ ਅਗਲਿਆਂ ਨੇ ਮਨਜ਼ੂਰ ਕੀਤੀ, ਵੇਲੇ ਸਿਰ ਕੀਤੀ, ਪੈਸੇ ਇਸੇ ਕਰਕੇ ਕਿਸਾਨਾਂ ਨੂੰ ਸਮੇਂ ਨਾ ਮਿਲੇ। ਉਹਦੇ ਤੋਂ ਬਾਅਦ ਜਿਹੜੀ ਗੱਲ ਦਾ ਪਤਾ ਹੀ ਨਹੀਂ ਸੀ, ਜਿਹੜੀ ਪਿਛਲੇ ਸਮੇਂ 'ਚ ਹੋਈ ਨਹੀਂ ਸੀ ਕਿ ਭਾਈ ਗਰਮੀ ਪੈ ਗਈ, ਕਣਕ ਦੇ ਦਾਣੇ ਸੁੰਗੜ ਗਏ, ਝਾੜ ਘਟ ਗਿਆ, ਕਣਕ ਦੇ ਦਾਣੇ ਸੁੰਗੜ ਗਏ, 7-8% ਤੱਕ ਅਗਲੇ ਖਰੀਦਦੇ ਸੀ, 22 ਤੱਕ ਚਲੇ ਗਏ। ਇਸ ਫੈਸਲੇ ਦੀ ਅੱਧੀ ਕੀ ਆਸ ਸੀ ਲੋਕਾਂ ਨੂੰ ਕਿ ਕੇਂਦਰ ਸ਼ਾਇਦ 12 ਤੱਕ ਖਰੀਦ ਲੂ, 14 ਤੱਕ, ਅਗਲੇ ਕਹਿੰਦੇ 18% ਤੱਕ ਵੀ ਕਣਕ ਦੇ ਦਾਣੇ ਸੁੰਗੜਿਆ ਤੇ ਦੇ ਦਿਓ। ਹਾਂ, ਕੋਈ ਬੰਦਾ ਕਹਿ ਸਕਦਾ ਜੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ ਵਧੀ ਹੋਈ ਹੈ, ਉਹਨਾਂ ਨੂੰ ਫਿਰ ਵੀ ਫਾਇਦਾ ਹੋਊਗਾ, ਪਰ ਸਾਨੂੰ ਤਾਂ ਹੋ ਗਿਆ ਨਾ, ਸਾਡੇ ਕਿਸਾਨਾਂ ਦੀ ਤਾਂ ਚੱਕੀ ਗਈ ਨਾ। ਹੁਣ ਜਿਹੜੀ ਗੱਲ 500 ਰੁਪਈਆ ਪ੍ਰਤੀ ਕੁਇੰਟਲ ਕਣਕ ਦਾ ਝਾੜ ਘਟਿਆ, ਕਿਸਾਨ ਜਥੇਬੰਦੀਆਂ ਨੇ ਮਾਨ ਸਾਹਿਬ ਤੋਂ ਮੰਗੇ, ਉਹ ਕਹਿੰਦੇ ਜੀ ਕੇਂਦਰ ਨਾਲ ਸਲਾਹ ਕਰਦੇ ਆ, ਉਹ ਵੀ ਮੰਗ ਜਾ ਕੇ ਰੱਖੀ ਆ, ਉੱਤੇ ਵੀ ਵਿਚਾਰ ਕਰ ਰਹੇ, ਥੋੜੀ ਕਿ ਅਸੀਂ ਨਹੀਂ ਦੇਣਾ ਜੀ, ਕਿਉਂਕਿ ਕਈ ਵਾਰ ਕੇਂਦਰ ਦੇ ਫੈਸਲੇ ਹੁੰਦੇ ਸੀ वो दिया नहीं जा सकता, साधारण जो ग्राहक है उसकी क्षमता पर असर पड़ता है, नकारात्मक असर पड़ता है, क्योंकि अगर आपको गेहूं के दाम ज़्यादा देंगे तो गेहूं बाजार में महंगा हो जाएगा, जो साधारण लोग हैं उनको अधिक दाम पर खरीदना पड़ेगा। पर उन्होंने किया ही नहीं। ਇਹਦਾ ਮਤਲਬ ਹੈ ਕਿ ਅਜੇ ਤੱਕ ਸੂਬਾ ਤੇ ਕੇਂਦਰ ਸਰਕਾਰ ਦੇ ਵਿੱਚ ਟਕਰਾਅ ਵਾਲੀ ਸਥਿਤੀ ਨਹੀਂ, ਤੇ ਜੇ ਮੂੰਗੀ ਖਰੀਦਣ ਨੂੰ ਵੀ ਕੇਂਦਰ ਦੀ ਸਰਕਾਰ ਤਿਆਰ ਹੋਊਗੀ ਕਿ MSP ਤਾਂ ਦਿੰਨਾ ਹੀ ਆ, ਮੂੰਗੀ ਸਾਨੂੰ ਭਾਰਤ ਦੇ ਵਿੱਚ ਚਾਹੀਦੀ ਹੈ, ਆਪਣੇ ਕਿਸਾਨ ਬੀਜ ਰਹੇ ਹੈ ਤਾਂ ਅਸੀਂ ਕਿਉਂ ਨਾ ਖਰੀਦੀਏ। ਇਹ ਪੰਜਾਬ ਦੀ ਸਰਕਾਰ ਲਈ ਵੀ ਚੰਗਾ, ਕਿਸਾਨ ਲਈ ਵੀ ਚੰਗਾ, ਸਾਡੀ ਭੂਮੀ ਲਈ ਵੀ ਚੰਗਾ, ਸਾਡੇ ਪਾਣੀ ਲਈ ਵੀ ਚੰਗਾ, ਕੇਂਦਰ ਸਰਕਾਰ ਲਈ ਵੀ ਚੰਗਾ। ਪੈਰ ਲਾਉਣ ਨੂੰ ਮਜ਼ਬੂਤੀ ਨਾਲ ਰਾਹ ਬਣਾਓ ਤੁਸੀਂ। ਇਹ ਗੱਲ ਇਹ ਬਹੁਤ ਵਧੀਆ। ਦੇਖੋ ਮੈਨੂੰ ਲੱਗਦਾ ਵੀ ਜਿਹੜੀ ਗੱਲ ਚੰਗੀ ਨੂੰ ਚੰਗਾ ਕਹਿਣਾ ਚਾਹੀਦਾ। ਇਹਦੇ 'ਚ ਮੈਨੂੰ ਲੱਗਦਾ ਵੀ ਇੱਕ ਚੀਜ਼ ਜੇ ਚੰਗੀ ਸ਼ੁਰੂਆਤ ਹੋਊਗੀ, ਚਲੋ ਕਣਕ ਵਾਲੀ ਵੀ ਹੋਊਗੀ, ਮੂੰਗੀ ਵਾਲੀ ਵੀ ਹੋਊਗੀ, ਗਾਂ ਜੇ ਬਾਸਮਤੀ ਵਾਲੀ ਵੀ ਉਹ ਕਰ ਲੈਣ ਤੇ ਚੰਗੀ ਗੱਲ ਆ। ਉਦੋਂ ਬਾਅਦ ਮੈਨੂੰ ਐਂ ਲੱਗਦਾ ਵੀ ਆਪਾਂ ਬੜੀ ਵਾਰ ਸੁਣਦੇ ਆਉਂਦੇ ਜੀ ਵੀ ਇੰਨੇ
ਟਨ ਜਿਹੜੀਆਂ ਦਾਲਾਂ ਨੇ ਜੀ ਉਹ ਬਾਹਰੋਂ ਮੰਗਾਈਆਂ, ਜੀ। ਇੰਨੇ ਟਨ ਪਤਾ ਨਹੀਂ ਯੂਰਪ ਤੋਂ ਮੰਗਾਈਆਂ, ਇੰਨੇ ਟਨ ਆਸਟ੍ਰੇਲੀਆ ਤੋਂ ਮੰਗਾਈਆਂ। ਹੁਣ ਗੱਲ ਇਹ ਆ ਵੀ ਜੇ ਭਾਰਤ ਦੀ ਏਡੀ ਵੱਡੀ ਆਬਾਦੀ ਆ, ਉਹਨੇ ਖਾਣਾ ਹੀ ਆ। ਜੇ ਉਹਨੇ ਖਾਣਾ ਤੇ ਸਰਕਾਰਾਂ ਨੂੰ ਪਤਾ ਵੀ ਯਾਰ ਇਸ ਚੀਜ਼ ਦੀ ਲੋੜ ਆ, ਉਹ ਚਾਹੇ ਸਰਕਾਰ ਮੰਗਾਵੇ ਚਾਹੇ ਵਪਾਰੀ ਤਬਕਾ ਮੰਗਾਵੇ, ਪਰ ਫਿਰ ਵੀ ਉਹ ਹੈ ਤੇ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਨਾ ਵੀ ਆਹ ਚੀਜ਼ ਇਸ ਦੇਸ਼ ਤੋਂ ਚੱਲ ਕੇ ਇਸ ਦੇਸ਼ 'ਚ ਆਵੇਗੀ, ਉਹਦੇ 'ਤੇ ਜੋ ਵੀ ਡਿਊਟੀਆਂ ਟੈਕਸ ਬਣਦਾ ਉਹ ਸਾਰੇ ਨੂੰ ਭਰਨਾ ਪੈਣਾ। ਹੁਣ ਉਹ ਡਿਊਟੀਆਂ ਟੈਕਸ ਪਾ ਕੇ ਕੋਈ ਚੀਜ਼ ਕਿਸੇ ਥਾਂ ਤੋਂ ਚੱਲ ਕੇ ਜੇ ਆਪਣੇ ਕੋਲੇ ਆਉਂਦੀ ਆ ਤੇ ਆਪਣੇ ਕੋਲੇ ਕਿਹੜਾ ਮਿੱਟੀ ਹੈ ਨਹੀਂ, ਜਾਂ ਆਪਣੇ ਕੋਲੇ ਕਿਹੜਾ ਬੰਦੇ ਨਹੀਂ ਜਿਹਨਾਂ ਨੂੰ ਬੀਜਣੀ ਨਹੀਂ ਆਉਂਦੀ। ਸੋ ਮੈਨੂੰ ਇਹ ਲੱਗਦਾ ਵੀ ਜ਼ਰੂਰ ਇਸ ਚੀਜ਼ ਦੇ ਵਿੱਚ ਆਹ ਕੰਮ ਕੱਢ ਕੇ ਬਿਜਾਈ ਵਾਲਾ ਜਿਹੜਾ ਵਿਚਲਾ ਜਿਹਾ ਸਮਾਂ ਉਹਦੇ 'ਚ ਕੋਈ ਨਾ ਕੋਈ ਟੀਮ ਇੱਥੋਂ ਭੇਜ ਕੇ ਉੱਥੇ ਇਸ ਚੀਜ਼ ਦਾ ਅੰਕੜਾ ਮੰਗਾਇਆ ਜਾਵੇ ਵੀ ਲੋੜ ਕਿੰਨੇ ਦੀ ਹੈ, ਉਦੋਂ ਬਾਅਦ ਭਾਰਤ ਦੇ ਕਿਹੜੇ ਕਿਹੜੇ ਖੇਤਰ 'ਚ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਜੀ, ਤੇ ਤੁਹਾਨੂੰ ਕਿਹੜੀ ਚੀਜ਼ ਖਾਸ ਕਰਕੇ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦੇ ਵਿੱਚੋਂ ਖਾਸ ਕਰਕੇ ਝੋਨੇ ਦਾ ਖਹਿੜਾ ਛੁੱਟ ਜੇ। ਵੀ ਜੇ ਅਗਲੇ ਕਹਿ ਦੇਣ ਵੀ ਯਾਰ ਕੱਲੀ ਮੂੰਗੀ ਨਹੀਂ, ਸਾਨੂੰ ਆ ਫਲਾਨੀ ਜਿਹੜੀ ਦਾਲ ਸਬਜ਼ੀ ਉਹ ਵੀ ਬੀਜ ਕੇ ਦਿਆ ਕਰੋ, ਵੀ ਅਸੀਂ ਇਹਦਾ ਰੇਟ ਵੀ ਦਿੰਦੇ ਹਾਂ ਇਹਦਾ ਵੀ ਦਿੰਦੇ ਹਾਂ। ਹੁਣ ਕੀ ਆ ਕਿ ਜੇ ਮੰਨ ਲਓ ਪਹਿਲਾਂ ਕਣਕ ਸੀ ਜਾਂ ਝੋਨਾ ਸੀ ਤੇ ਆਪਣੇ ਇਹ ਹੋ ਗਿਆ ਜੀ ਵੀ ਆਪਾਂ ਕਪਾਹ ਵੀ ਛੱਡਤੀ, ਆਪਾਂ ਬਾਕੀ ਸਾਰਾ ਕੁਝ ਛੱਡਤਾ, ਆਪਾਂ ਝੋਨੇ ਦੁਆਲੇ ਹੋ ਗਏ ਜਾਂ ਕਣਕ ਦੁਆਲੇ ਹੋ ਗਏ। ਹੁਣ ਜੇ ਮੂੰਗੀ ਦਾ ਰੇਟ ਆਇਆ ਤੇ ਅਗਲੀ ਵਾਰ ਮੂੰਗੀ ਵੀ ਲੱਗੂਗੀ। ਤੇ ਉਹੋ ਜੇ 4-5 ਫਸਲਾਂ ਉਹੋ ਜਿਹੀਆਂ ਲੱਭ ਲਈਆਂ ਜਾਣ ਵੀ ਯਾਰ ਪੰਜਾਬ ਦੀ ਭੂਗੋਲਿਕ ਸਥਿਤੀ ਇਦਾਂ ਦੀ ਆ, ਐਸ ਖਿੱਤੇ 'ਚ ਇੱਥੇ ਛੋਲੇ ਹੋ ਸਕਦੇ, ਇੱਥੇ ਮਾਂਹ ਹੋ ਸਕਦੀ, ਇੱਥੇ ਮੂੰਗੀ ਹੋ ਸਕਦੀ, ਇੱਥੇ ਸੂਰਜਮੁਖੀ ਹੋ ਸਕਦਾ, ਇੱਥੇ ਮੱਕੀ, ਇੱਥੇ ਕਮਾਦ ਵੰਡ ਕੇ ਕਪਾਹ ਵੀ ਹੋ ਸਕਦੀ। ਉਹ ਮੈਨੂੰ ਲੱਗਦਾ ਵੀ ਜੇ ਉਸ ਤਰ੍ਹਾਂ ਕਰ ਲਿਆ ਜਾਵੇ ਤੇ ਉਹਦੇ ਨਾਲ ਇੱਕ ਤੇ ਕੇਂਦਰ ਨੂੰ ਪਤਾ ਲੱਗ ਜੂ ਵੀ ਯਾਰ ਸਾਡੇ ਕੋਲੇ ਉਹ ਬਾਸਕਟ ਹੈਗੀ ਜਿਹੜੀ ਪਹਿਲਾਂ ਕਣਕ ਤੇ ਝੋਨਾ ਦਿੰਦੀ ਸੀ, ਅਸੀਂ ਉਹਨਾਂ ਕੋਲੋਂ ਬਾਕੀ ਚੀਜ਼ਾਂ ਲੈ ਲੈਣੀਆਂ। ਤੇ ਦੂਜਾ ਆਪਣਾ ਖਹਿੜਾ ਛੁੱਟ ਜੂ ਵੀ ਜ਼ਰੂਰ ਪਾਣੀ ਕੱਢ ਕੇ ਤੇ ਝੋਨਾ ਬਾਲਣਾ, ਮੁੜ ਕੇ ਮੈਂ ਆਖੂ ਵੀ ਝੋਨਾ ਜਾਂ ਅਸੀਂ ਤਾਂ ਖਾਂਦੇ ਨਹੀਂ ਵੀ ਲੈ ਜਾਓ ਚੱਕ ਕੇ, ਹੈ ਨਾ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਜੇ ਆਪਾਂ ਕੇਂਦਰ ਜਾਂ ਭਾਰਤੀ ਜਨਤਾ ਪਾਰਟੀ ਦੇ ਪੱਖ ਤੋਂ ਦੇਖੀਏ ਤਾਂ ਉਹਦੇ ਕੋਲ ਦੋ ਬਹੁਤ ਸ਼ਾਨਦਾਰ ਮੌਕੇ ਨੇ। ਚੋਣਾਂ ਆਉਣ ਵਾਲੀਆਂ ਰਾਜਸਥਾਨ 'ਚ, ਹਰਿਆਣੇ ਦੇ ਵਿੱਚ ਵੀ, ਗੁਜਰਾਤ ਦੇ ਵਿੱਚ ਵੀ, ਹਿਮਾਚਲ ਪ੍ਰਦੇਸ਼ ਆਪਣੇ ਮੁੱਢ ਹੈ ਉੱਥੇ ਵੀ ਆਉਣ ਵਾਲੀਆਂ, ਦਿੱਲੀ ਦੇ ਵਿੱਚ ਨਿਗਮ ਚੋਣਾਂ ਆਉਣ ਵਾਲੀਆਂ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉੱਤਰ ਪ੍ਰਦੇਸ਼ ਨੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਨਾ। ਮੈਨੂੰ ਲੱਗਦਾ ਕਿ ਪੰਜਾਬ ਤੋਂ ਵੀ ਅੱਗੇ ਵੱਧ ਕੇ, ਕਿਉਂਕਿ ਜੋ ਪੰਜਾਬ ਦੀ ਸਥਿਤੀ ਹੈ ਹਰਿਆਣੇ ਦੀ ਵੀ ਸੇਮ ਹੀ ਹੈ। ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਪੰਜਾਬ ਹਰਿਆਣੇ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼, ਜਿੱਥੇ ਰਕੇਸ਼ ਟਕੈਤ ਹੋਰਾਂ ਦਾ ਬੋਲਬਾਲਾ ਹੈਗਾ, ਉਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚੋਂ ਵੀ ਵੱਡਾ ਰੌਲਾ ਰੱਪਾ ਪੈਂਦਾ ਰਿਹਾ। ਕੇਂਦਰ ਦੀ ਸਰਕਾਰ ਇਕੱਲੇ ਪੰਜਾਬ ਦੇ ਨਾਲ ਨਾਲ ਮੈਂ ਕਹਿੰਦਾ ਹਰਿਆਣਾ ਤੇ ਉੱਤਰ ਪ੍ਰਦੇਸ਼ ਤੇ ਹੋਰ ਪਾਸੇ ਵੀ ਸੋਚ ਲੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਭਾਰਤ ਦੇ ਵਿੱਚ ਜੇ ਆਪਾਂ ਦਾਲ ਬਾਹਰੋਂ ਮੰਗਾਉਂਦੇ ਆ, ਕੋਈ ਵੀ ਚੀਜ਼ ਮੰਗਾ ਲਈ, ਤੁਸੀਂ ਦੇਖ ਲਓ ਜੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ 'ਚ ਉਹ ਕਿੱਥੇ ਹੋ ਸਕਦੀ ਹੈ, ਕਿੰਨੀ ਹੋ ਸਕਦੀ ਹੈ। ਤੁਸੀਂ ਸੂਬਾ ਸਰਕਾਰ ਦੇ ਕਿਸੇ ਮੁੱਖ ਮੰਤਰੀ ਨੂੰ ਮੌਕਾ ਹੀ ਨਾ ਦਿਓ ਕਿ ਉਹ ਕਹੇ ਜੀ ਅਸੀਂ ਬੇਨਤੀ ਕੀਤੀ ਸੀ। ਕੇਂਦਰ ਦੀ ਸਰਕਾਰ ਆਪ ਪਾਲਿਸੀ ਬਣਾ ਦੇਵੇ ਕਿ ਆਹ ਦਾਲਾਂ ਸਾਨੂੰ ਚਾਹੀਦੀਆਂ, ਆਹ ਚੀਜ਼ ਸਾਨੂੰ ਚਾਹੀਦੀ ਹੈ। ਭਾਰਤ ਦੇ ਵਿੱਚ ਜਿਹੜੇ ਸੂਬੇ ਦੇ ਕਿਸਾਨ ਇਸ ਪੋਰਟਲ ਦੇ ਉੱਤੇ ਸੂਬਾ ਸਰਕਾਰ ਨਾਲ ਰਲ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਦੇਣਗੇ ਕਿ ਭਾਈ ਅਸੀਂ ਇੰਨੇ ਰਕਬੇ ਦੇ ਵਿੱਚ ਇੰਨੀ ਕੁ ਖਾਦ ਪਾ ਕੇ ਆਹ ਚੀਜ਼ ਬੀਜਾਂਗੇ, ਤੁਹਾਨੂੰ ਘਾਟਾ ਪਵੇ ਤੁਹਾਨੂੰ ਵਾਧਾ ਪਵੇ, ਦਾਲ ਛੋਟੀ ਹੋਵੇ ਮੋਟੀ ਹੋਵੇ, ਛੇਤੀ ਰਿੱਝਦੀ ਹੋਵੇ ਜਾਂ ਦੇਰੀ ਨਾਲ ਰਿੱਝਦੀ ਹੋਵੇ, ਅਸੀਂ ਤੁਹਾਡੇ ਪਿਛਲੇ 4 ਸਾਲ ਦੇ ਵਿੱਚ ਉੱਥੇ ਤੁਸੀਂ ਜਿਹੜੀ ਵੀ ਝੋਨਾ ਕਣਕ ਜੋ ਵੀ ਫਸਲ ਲਾਉਂਦੇ ਸੀ ਉਹਦੇ ਹਿਸਾਬ ਦੇ ਨਾਲ ਤੁਹਾਡੀ ਹਾਨੀ ਪੂਰਤੀ ਕਰ ਦਾਂਗੇ। ਇੰਨੇ ਰੁਪਈਏ MSP ਆ ਤੇ ਸਰਕਾਰੀ ਖਰੀਦ ਅਸੀਂ ਕਰਾਂਗੇ, ਤੁਹਾਡੀ ਡਿਊਟੀ ਕੋਈ ਨਹੀਂ। ਜੇ ਕੇਂਦਰ ਦੀ ਸਰਕਾਰ ਆਹ ਕੰਮ ਕਰਦਾ ਹੈ, ਜਿਹੜੀ ਸਾਡੀ ਵਿਦੇਸ਼ੀ ਕਰੰਸੀ ਬਾਹਰੋਂ ਦਾਲਾਂ ਜਾਂ ਹੋਰ ਚੀਜ਼ਾਂ ਮੰਗਾਉਣ ਦੇ ਉੱਤੇ ਲੱਗਦੀ ਹੈ ਉਹ ਭਾਰਤ 'ਚ ਰਹਿ ਜੂ, ਸਾਡੇ ਕਿਸਾਨ ਨੂੰ 4 ਪੈਸੇ ਮਿਲਣ ਲੱਗ ਜਾਣਗੇ, ਝੋਨੇ ਤੋਂ ਖਹਿੜਾ ਛੁੱਟ ਜੂ। ਇਕੱਲੇ ਪੰਜਾਬ ਦਾ ਨਹੀਂ, ਉੱਤਰ ਪ੍ਰਦੇਸ਼ ਤੇ ਪੱਛਮੀ ਹਿੱਸੇ ਦਾ, ਹਰਿਆਣੇ ਦਾ ਵੀ। ਹੋਰ ਦੇਖੋ, ਮੈਂ ਕਹਿੰਦਾ ਕਿ ਇੱਕ ਕੰਮ ਹੋਰ ਵੀ ਹੈ, ਕੇਂਦਰ ਦੀ ਸਰਕਾਰ ਨੂੰ ਖਾਦ ਤੇ ਸਬਸਿਡੀ ਦੇਣੀ ਪੈਂਦੀ ਹੈ, ਕੀੜੇ ਮਾਰ ਦਵਾਈਆਂ ਤੇ ਸਬਸਿਡੀ ਦੇਣੀ ਪੈਂਦੀ ਹੈ, ਚਾਹੇ ਸੂਬਾ ਸਰਕਾਰ ਦੇ ਪੈਸੇ ਲੱਗਦੇ ਚਾਹੇ ਕੇਂਦਰ ਦੇ, ਬਿਜਲੀ ਦੇ ਵੀ ਸਬਸਿਡੀ ਦੇਣੀ ਪੈਂਦੀ ਹੈ। ਤੇ ਇਹ ਸਾਰੀਆਂ ਫਸਲਾਂ ਉਹਨੇ ਜਿਹਦੇ ਤੇ ਨਾ ਬਹੁਤੀ ਖਾਦ ਦੀ ਲੋੜ ਹੈ, ਨਾ ਬਹੁਤੀ ਦਵਾਈ ਦੀ ਲੋੜ ਹੈ, ਨਾ ਬਹੁਤੀ ਪਾਣੀ ਦੀ ਲੋੜ ਹੈ, ਸਾਰੀਆਂ ਸਬਸਿਡੀਆਂ ਦੇ ਵਿੱਚੋਂ ਪੈਸੇ ਬਚਣੇ ਆ। ਉਹੀ ਪੈਸੇ ਤੁਸੀਂ ਕਿਸਾਨਾਂ ਨੂੰ MSP ਦੇ ਉੱਤੇ ਫਸਲ ਖਰੀਦਣ ਦੇ ਉੱਤੇ ਦੇ ਦਿਓ, ਬੱਲੇ ਬੱਲੇ ਤੁਹਾਡੀ। ਤੀਸਰੀ ਗੱਲ ਇੱਕ ਹੋਰ, ਮੱਕੀ ਦੇਖ ਲਓ, ਪੰਜਾਬ ਹਰਿਆਣੇ ਦੇ ਵਿੱਚ ਮੱਕੀ ਦੀ MSP ਅਗਲੀ ਵਾਰ ਹੁਣੇ ਅਨਾਉਂਸ ਕਰ ਦਿਓ ਕਿ ਭਾਈ ਆਹ ਲਓ, ਅਸੀਂ ਅੱਜ ਹੀ ਕਿਹਾ ਤੁਹਾਡੇ ਕੋਲੇ ਅਜੇ ਝੋਨੇ ਦੀ ਇੱਕ ਫਸਲ ਜਿਹੜੀ ਆ ਜਾਣੀ ਹੈ, ਫਿਰ ਕਣਕ ਦੀ ਜਾਣੀ ਹੈ। ਅਗਲੀ ਵਾਰ ਜਿਹੜਾ ਕਿਸਾਨ ਮੱਕੀ ਬੀਜੂਗਾ, ਆ ਪਿਛਲੇ 3 ਸਾਲਾਂ ਦੇ ਵਿੱਚ ਜਿੰਨਾ ਤੁਹਾਡਾ ਝੋਨਾ ਉੱਥੋਂ ਨਿਕਲਿਆ ਸੀ, ਜਿੰਨੇ ਤੁਹਾਨੂੰ ਪੈਸੇ ਲੱਗੇ ਸੀ, ਅਸੀਂ ਖਰਚੇ ਦਾ ਹਿਸਾਬ ਕਿਤਾਬ ਲਾ ਕੇ ਅਨੁਪਾਤਕ ਰੁਪਈਏ ਤੁਹਾਨੂੰ ਦੇਵਾਂਗੇ। ਮੱਕੀ ਖਰੀਦਣੀ ਡਿਊਟੀ ਸਾਡੀ ਹੈ। ਮੱਕੀ ਤੋਂ ਬਹੁਤ ਕੁਝ ਬਣਦਾ, ਲੋਕ ਖੁਸ਼ ਹੋ ਕੇ ਸਿਨੇਮਾ ਹਾਲ ਦੇ ਵਿੱਚ ਬੈਠ ਕੇ ਖਾਂਦੇ ਆ। ਨਹੀਂ, ਮੱਕੀ ਤੋਂ ਤਾਂ ਕਈ ਕੁਛ ਆ। ਦੇਖੋ ਉਸ ਤੋਂ ਬਾਅਦ ਉਹ ਕਹਿੰਦੇ ਵੀ ਇਹ ਤੋਂ ਅਸੀਂ ਕੋਈ ਤੇਲ ਵੀ ਬਣਾ ਸਕਦੇ ਹਾਂ, ਇਹ ਤੋਂ ਪਤਾ ਨਹੀਂ ਕਈ ਕੁਛ ਪਦਾਰਥ ਬਣਦੇ ਆ। ਕਾਰਨ ਇਹ ਆ ਵੀ ਉਹ ਸਾਰਾ ਕੁਛ ਤਾਂ ਪੋਸੀਬਲ ਆ ਜੇ ਸਰਕਾਰ ਥੋੜ੍ਹਾ ਜਿਹਾ ਟਰੈਕ ਬਦਲ ਲੇ। ਐਂਡ ਬਦਲਿਆ ਲੱਗਦਾ ਵੀ ਆ ਪਿਛਲੇ ਸਮੇਂ 'ਚ। ਆਪਾਂ ਜਦੋਂ ਚਰਚਾ ਸੁਣਦੇ ਹਾਂ ਹੁਣ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਕਿਤੇ ਚਰਚਾ ਚੱਲਦੀ ਸੀ ਕੇਂਦਰੀ ਪੱਧਰ 'ਤੇ ਆਪਾਂ ਗੱਲ ਕਰਦੇ ਹਾਂ, ਚਾਹੇ ਉਹ ਹੋਣ ਵਾਲੀ ਸਰਕਾਰ ਚਾਹੇ ਪਿਛਲੀਆਂ ਸਰਕਾਰਾਂ ਨੇ, ਉਹ ਚੱਲਦੀ ਸੀ ਵੀ ਹਾਂਜੀ ਆਪਾਂ ਹੁਣ
ਫਲਾਨੀ ਚੀਜ਼ ਦੇ ਵਿੱਚ ਆਪਣੇ ਦੇਸ਼ ਨੂੰ ਆਤਮ ਨਿਰਭਰ ਕਰਨਾ, ਆਪਾਂ ਹੁਣ ਵਿਦੇਸ਼ ਨੀਤੀ ਦੇ ਹਿਸਾਬ ਨਾਲ ਦੇਖਣਾ, ਆਪਣਾ ਹੁਣ ਵਪਾਰ ਦੇ ਹਿਸਾਬ ਨਾਲ ਦੇਖਣਾ, ਆਪਾਂ ਨੂੰ ਹੁਣ ਇਸ ਚੀਜ਼ ਦੀ ਦੇਸ਼ ਦੇ ਵਿੱਚ ਲੋੜ ਹੈ। ਪਰ ਕੋਵਿਡ ਆਇਆ, ਕੋਵਿਡ ਦੇ ਵਿੱਚ ਚਲੋ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ, ਪਰ ਇੱਕ ਅੰਕੜਾ, ਜਿਸ ਅੰਕੜੇ ਤੋਂ ਬਾਅਦ ਇੱਕ ਚਰਚਾ ਚੱਲੀ ਕਿ ਵੀ ਯਾਰ ਹਰੇਕ ਵਪਾਰ, ਹਰੇਕ ਕੰਮਕਾਰ ਰੈੱਡ ਐਂਟਰੀ ਦੇ ਵਿੱਚ ਸੀਗਾ, ਵੀ ਸਾਰਾ ਕੁਝ ਹੀ ਮੁੱਦੇ ਮੁੰਡੇ ਪਿਆ। ਸਿਰਫ ਤੇ ਸਿਰਫ ਇੱਕੋ ਸੈਕਟਰ, ਜਿਹਨੂੰ ਖੇਤੀ ਸੈਕਟਰ ਕਹਿੰਦੇ, ਉਹਨੇ ਗਰੋਥ ਵਿਖਾਈ, ਚਾਹੇ ਉਹ 3.5% ਦੀ ਸੀਗੀ। ਪਰ ਉਹਨਾਂ ਨੂੰ ਲੱਗਿਆ ਤਾਂ ਸਹੀ ਵੀ ਯਾਰ ਜੇ ਸਾਰੀ ਦੁਨੀਆ ਮਰਦੀ ਪਈ ਆ, ਉਹਦੇ ਬਾਵਜੂਦ ਵੀ ਖੇਤੀ ਸੈਕਟਰ ਚੱਲਦਾ ਪਿਆ, ਤੇ ਇਹਦਾ ਮਤਲਬ ਆਪਾਂ ਨੂੰ ਇੱਥੇ ਕੰਮ ਕਰਨ ਦੀ ਲੋੜ ਆ। ਖੈਰ ਉਸ ਤੋਂ ਬਾਅਦ ਕਈ ਕੁਛ ਆਇਆ ਜੀ, ਉਹ ਕਹਿੰਦੇ ਜੀ ਵੀ ਹਾਂਜੀ ਪ੍ਰਾਈਵੇਟ ਕੰਪਨੀਆਂ ਦਾ ਉਹਦੇ ਵਿੱਚ ਮਨ ਆ ਗਿਆ ਜੀ, ਉਹਨਾਂ ਦੇ ਧਿਆਨ 'ਚ ਆ ਗਈ ਜ਼ਮੀਨ। ਉਹ ਹੋ ਸਕਦੀਆਂ ਚੀਜ਼ਾਂ, ਕਿਉਂਕਿ ਕੋਈ ਵੀ ਬੰਦਾ ਜਿਹਨੂੰ ਕ ਲੱਗਦਾ ਉਹ ਵੀ ਇੱਥੇ 4 ਪੈਸੇ ਹੈਗੇ, ਅਗਲਾ ਉੱਧਰ ਨੂੰ ਜਾਂਦਾ ਹੀ ਆ। ਹਾਂ, ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੇ ਥਾਂ ਹੀ ਰੱਖਣਾ, ਅਤੇ ਉਹਨਾਂ ਠੀਕ ਆ ਜੇ ਉਹ ਚਾਹੁੰਦੇ ਵੀ ਅਸੀਂ ਵੀ ਇਸ ਪਾਸੇ ਆਉਣਾ ਚਾਹੁੰਦੇ ਹਾਂ, ਅਤੇ ਉਹਨਾਂ ਨੂੰ ਉਸ ਤਰ੍ਹਾਂ ਲਿਆਂਦਾ ਜਾਵੇ ਜਿਹਦੇ 'ਚ ਕਿਸਾਨ ਦਾ ਭਲਾ ਹੋਵੇ। ਹੁਣ ਜੇ ਮੰਨ ਲਓ ਮੱਕੀ ਤੋਂ ਬਹੁਤ ਕੁਝ ਬਣਦਾ, ਅਤੇ ਹੋ ਸਕਦਾ ਵੀ ਕੋਈ ਬੰਦਾ ਆਖੇ ਵੀ ਮੈਂ ਜੀ ਮੱਕੀ ਨਾਲ ਰਿਲੇਟਡ ਜਾਂ ਸੂਰਜਮੁਖੀ ਨਾਲ ਰਿਲੇਟਡ ਜਾਂ ਦਾਲਾਂ ਨਾਲ ਰਿਲੇਟਡ ਜਾਂ ਹੋਰ ਵੀ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਬਾਅਦ 'ਚ ਬਣਨ ਵਾਲੇ ਪ੍ਰੋਡਕਟਸ ਦਾ ਕੋਈ ਨਾ ਕੋਈ ਇੰਡਸਟਰੀ ਪ੍ਰੋਜੈਕਟ ਲਾਉਣਾ ਚਾਹੁੰਦਾ, ਲਾਓ ਜੀ ਸਦਕੇ। ਹੁਣ ਜੇ ਇੰਡਸਟਰੀ ਪ੍ਰੋਜੈਕਟ ਲੱਗੂਗਾ, ਉਹਦੇ ਨਾਲ ਦੇ ਉਹਨੂੰ ਕੱਚਾ ਮਾਲ ਜਾਂ ਫਸਲ ਚਾਹੀਦੀ ਹੋਊਗੀ, ਉਹਦੇ ਨੇੜੇ ਉਹ ਫਸਲਾਂ ਬੀਜੀਆਂ ਜਾਣਗੀਆਂ, ਅਗਲੇ ਚੁੱਕ ਕੇ ਉੱਥੇ ਆਪਣਾ ਕੰਮ ਨਿਬੇੜ ਲੈਣਗੇ, ਹੋਰ ਕੀ ਚਾਹੀਦਾ। ਸੰਧਾਲੀਆ ਸਾਹਿਬ, ਬਹੁਤ ਵਾਰੀ ਨਾ ਇਹ ਗੱਲ ਹੁੰਦੀ ਜੀ, ਪੰਜਾਬ 'ਚ ਕੁਛ ਨਹੀਂ ਹੋ ਸਕਦਾ, ਪੰਜਾਬ ਦੇ ਵਿੱਚ ਸੰਭਵ ਨਹੀਂ ਹੈ, ਇਹ ਨਹੀਂ ਉੱਠਣਾ, ਇਹ ਗਿਆ ਗਰਕ ਗਿਆ, ਨਸ਼ਟ ਹੋ ਚੱਲਾ, ਇਹਦੇ ਵਿੱਚ ਆ ਗਿਆ ਜੀ, ਬਾਹਰੋਂ ਲੋਕ ਆ ਗਏ ਜੀ, ਇੱਦਾਂ ਆ ਗਿਆ ਜੀ, ਖਾਦਾਂ ਪੈ ਗਈਆਂ ਜੀ, ਆਹ ਹੋ ਗਿਆ ਜੀ, ਰਾਜਨੀਤਿਕ ਲੀਡਰ ਕਰਪਟ ਨੇ, ਵੱਡੇ ਅਫਸਰ ਕਰਪਟ ਨੇ, ਬੜਾ ਕੁਛ ਚੱਲਦਾ। ਜਾਨੀ ਲੋਕ ਐਂ ਪਰੇ ਕਰਕੇ ਕਹਿੰਦੇ, ਬੀਬੀਆਂ ਜਿੱਦਾਂ ਐਂ ਕਹਿੰਦੇ ਸੂਟਾਂ ਦੇ, ਕਹਿੰਦੇ ਆਹ ਨਹੀਂ ਲੈਣਾ ਭਾਈ, ਅਸੀਂ ਇੱਦਾਂ ਕਹਿੰਦੇ ਨੇ ਕਿ ਪੰਜਾਬ 'ਚ ਕੁਛ ਨਹੀਂ ਹੋ ਸਕਦਾ। ਤੁਸੀਂ ਬਹੁਤ ਚੰਗਾ ਕੀਤਾ ਕਿ ਕਰੋਨਾ ਦੇ ਦੌਰ ਦੀ ਗੱਲ ਕੀਤੀ, ਕਿ ਕਰੋਨਾ ਆ ਗਿਆ ਸੀ। ਦੇਖੋ ਸਾਡੇ ਕੋਲੇ ਜਿਹੜੀ ਜ਼ਮੀਨ ਆ ਨਾ ਪੰਜਾਬ ਦੀ, ਹਰ ਚੀਜ਼ ਹੁੰਦੀ ਉੱਥੇ। ਬਦਾਮਾਂ ਦੇ ਬਾਗ ਹੁੰਦੇ ਸੀ, ਜਾਣੀ ਹੁਣ ਤਾਂ ਬਦਾਮਾਂ ਦੀ ਖੇਤੀ ਘੱਟ ਹੈ, ਕਈ ਲੋਕ ਕਰਦੇ ਨੇ। ਹਰ ਫਸਲ ਜਿਹੜੇ ਸੂਬੇ ਦੇ ਵਿੱਚ ਹੁੰਦੀ ਹੈ, ਜਿਹੜੀ ਧਰਤੀ ਇੰਨੀ ਵਧੀਆ ਹੈ, ਸਾਡੇ ਲਾਗੇ ਪਹਾੜੀ ਖੇਤਰ ਹੈ, ਉਧਰਲੇ ਪਾਸਿਓਂ ਬੱਦਲ ਟਕਰਾ ਕੇ ਇੱਧਰਲੇ ਪਾਸੇ ਪੰਜਾਬ 'ਚ ਮੀਂਹ ਪੈਂਦਾ, ਜਾਣੀ ਹਰ ਤਰ੍ਹਾਂ ਦਾ ਮੌਸਮ ਹੈ। ਗਰਮੀ ਜਦੋਂ ਵੱਟ ਲੱਗਦਾ ਸਾਨੂੰ ਮਾੜੀ ਲੱਗਦੀ ਹੈ, ਪਰ ਕਈ ਫਸਲਾਂ ਲਈ ਬਹੁਤ ਚੰਗੀ ਹੈ। ਠੰਡ ਬੜੀ ਹੁੰਦੀ ਹੈ, ਕਈ ਫਸਲਾਂ ਲਈ ਬਹੁਤ ਚੰਗੀ ਹੈ। ਬਾਕੀ ਸਾਰੀਆਂ ਚੀਜ਼ਾਂ, ਮੰਨ ਲਓ ਕਿ ਲੋਕਾਂ ਦੇ ਕੋਲੇ ਪੈਸੇ ਘਟ ਗਏ, ਉਹ ਕਾਰ ਪੁਰਾਣੀ ਵੇਚ ਕੇ ਨਵੀਂ ਨਹੀਂ ਖਰੀਦਣਗੇ। ਮੰਨ ਲਓ ਪੈਸੇ ਘਟ ਗਏ, ਫਿਲਮ ਦੇਖਣ ਨਹੀਂ ਜਾਣਗੇ। ਮੰਨ ਲਓ ਆਮਦਨ ਘਟ ਗਈ, ਕੁਝ ਵੀ ਹੋ ਗਿਆ, ਉਹ ਸੈਰ ਸਪਾਟਾ ਨਹੀਂ ਕਰਨਗੇ, ਜਹਾਜ਼ 'ਚ ਨਹੀਂ ਬੈਠਣਗੇ, ਕੱਪੜੇ ਨਹੀਂ ਖਰੀਦਣਗੇ। ਇੱਥੋਂ ਤੱਕ ਕਿ ਹੋ ਸਕਦਾ ਕਿ ਉਹ ਪੁਰਾਣੀਆਂ ਚੀਜ਼ਾਂ ਦੇ ਵਿੱਚ ਹੀ ਗੁਜ਼ਾਰਾ ਕਰ ਲੈਣ, ਨਾ ਬਣਾਉਣਗੇ ਘਰ। ਉਹਨਾਂ ਦਾ ਬਜਰੀ ਤੋਂ ਬਿਨਾਂ ਸਰਜੂ, ਸੀਮੈਂਟ ਤੋਂ ਬਿਨਾਂ ਸਰਜੂ, ਉਹਨਾਂ ਦਾ ਕਾਰ ਤੋਂ ਬਿਨਾਂ, ਸਕੂਟਰ ਤੋਂ ਬਿਨਾਂ, ਤੇਲ ਤੋਂ ਬਿਨਾਂ ਵੀ ਸਰਜੂ ਮੈਨੂੰ ਲੱਗਦਾ। ਉਹਨਾਂ ਨੇ ਰੋਟੀ ਸ਼ਾਮ ਨੂੰ ਖਾਣੀ ਹੋਈ ਆ, ਉਹ ਆਨਲਾਈਨ ਹੁਣ ਸਿਨੇਮੇ ਦੇ ਵਿੱਚ ਜਾ ਕੇ ਫਿਲਮ ਦੇਖਦੇ, ਉਹ ਕਹਿੰਦੇ ਜੀ ਘਰੇ ਦੇਖ ਲਓ, ਆਹ ਨੈਟਫਲਿਕਸ ਹੈਗਾ। ਰੋਟੀ ਆਨਲਾਈਨ ਤੁਸੀਂ ਇਹਦੇ ਵਿੱਚੋਂ ਨਹੀਂ ਖਾ ਸਕਦੇ, ਰੋਟੀ ਖਾਣੀ ਪੈਣੀ ਹੈ। ਜਿੰਨੇ ਵੀ ਤੁਹਾਡੇ ਕੋਲੇ ਪੈਸੇ ਆ, ਉਹਦੇ ਨਾਲ ਅਨਾਜ ਖਰੀਦਣਾ ਪੈਣਾ। ਤੇ ਸਾਡੇ ਲਈ ਸੁੱਖ ਵਾਲੀ ਗੱਲ ਇਹ ਆ ਕਿ ਸਾਡੇ ਪੰਜਾਬ 'ਚ ਅਨਾਜ ਪੈਦਾ ਹੁੰਦਾ। ਤੁਸੀਂ ਅੰਬ ਚੂਪਦੇ ਹੋ ਗਰਮੀਆਂ ਨੂੰ, ਅੰਬ ਵਗਾ ਕੇ ਜਦੋਂ ਸੰਧਾਲੀਆ ਸਾਹਿਬ ਨੇ ਪਹਿਲਾਂ 2 ਸੂਟੇ ਜਾਂ ਮਾਰਨੇ ਚੂਪਣ ਵਾਲੇ ਅੰਬ ਦੇ, ਉਹਦੇ ਤੋਂ ਬਾਅਦ ਐ ਉਹਨੂੰ ਕਰਕੇ ਵਿੱਚੋਂ ਗਿੜਕ ਚੱਕਣੀ, 2 ਵਾਰੀ ਗਿੜਕ ਇੱਧਰੋਂ ਕਰਕੇ ਗਿੜਕ ਨੰਗੀ ਜਿਹੀ ਹੋ ਗਈ ਨਾ, ਇੱਦਾਂ ਦੀ ਟੇਬਲ ਵਰਗੀ, ਅੰਬ ਵਗਾ ਕੇ ਢੇਰ ਤੇ ਮਾਰਨੀ। ਮਹੀਨੇ ਬਾਅਦ ਉੱਥੇ ਬੂਟਾ ਉੱਗਿਆ ਹੁੰਦਾ। ਨਹੀਂ, ਇਹ ਤਾਂ ਗੱਲ ਹੈਗੀ। ਦੇਖੋ, ਜੇ ਆਪਾਂ ਫਰੂਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਫਰੂਟ ਜਿਹੜੇ ਪੰਜਾਬ ਦੀ ਧਰਤੀ 'ਤੇ ਹੁੰਦੇ ਆ। ਉਸ ਤੋਂ ਬਾਅਦ ਸਬਜ਼ੀਆਂ ਜਿਹੜੀਆਂ ਨੇ, ਉਹ ਜਿਹੜੀ ਮਰਜ਼ੀ ਲਾ ਲਓ ਤੁਸੀਂ। ਹੁਣ ਤਾਂ ਵਿਦੇਸ਼ਾਂ ਦੀਆਂ ਕਹਿੰਦੇ ਜੀ ਫਲਾਨੀ ਸਬਜ਼ੀ ਵਿਦੇਸ਼ 'ਚ ਮਿਲਦੀ ਹੈ ਜੀ, ਇਹ ਕਿੱਦਾਂ ਹੋਊ ਵੀ ਉੱਥੇ ਹੋਈ ਜਾਂਦੀ। ਇੱਕ ਮੈਂ ਥੋੜ੍ਹੇ ਦਿਨ ਪਹਿਲਾਂ ਦੇਖਦਾ ਪਿਆ ਸੀ, ਆਪਣੇ ਇੱਧਰੋਂ ਆਵਾਕਾਡੋ ਜਾਂ ਜਿਹਨੂੰ ਕਹਿੰਦੇ ਇੱਕ, ਹੈ ਨਾ, ਇਹ ਤਾਂ ਜੀ ਵਿਦੇਸ਼ੀ ਚੀਜ਼ ਹੈ। ਕੋਈ ਕਹਿੰਦਾ ਇਹ ਸਬਜ਼ੀ, ਕੋਈ ਕਹਿੰਦਾ ਫਲ ਹੈ, ਕੋਈ ਕਹਿੰਦਾ ਸਲਾਦ ਹੈ, ਚਲੋ ਜੋ ਉਹ ਵੀ ਹੋਈ ਜਾਂਦਾ ਉੱਥੇ। ਇਹਦਾ ਮਤਲਬ ਇਹ ਵੀ ਧਰਤੀ ਮਿੱਟੀ 'ਤੇ ਉਹ ਆ ਵੀ ਜਿੱਥੇ ਜੋ ਮਰਜ਼ੀ ਬੀਜ ਕੇ ਤੁਸੀਂ ਪੈਦਾ ਕਰ ਲਓ। ਦੂਜੀ ਚਰਚਾ ਇਹ ਚੱਲੀ ਜਾਂਦੀ ਵੀ ਇਹ ਤਾਂ ਜੀ ਜ਼ਹਿਰੀਲੀ ਹੋ ਗਈ, ਹੁਣ ਇਹ ਤਾਂ ਜੀ ਦਵਾਈਆਂ ਖਾਦਾਂ ਪੈ ਗਈਆਂ ਜੀ। ਹੁਣ ਸਵਾਲ ਇਹ ਆ ਵੀ ਤੁਸੀਂ ਕਿਸੇ ਨੂੰ ਪੁੱਛ ਲਓ ਜਿਹੜਾ ਵੀ ਆਰਗੈਨਿਕ ਖੇਤੀ ਕਰਦਾ, ਜਾਂ ਈਵਨ ਮਾਹਰਾਂ ਦੀ ਆਪਾਂ ਗੱਲ ਕਰ ਲਈਏ, 3 ਸਾਲ ਦਾ ਸਮਾਂ ਮੰਗਦੇ ਹੋ ਜੀ। ਉਹ ਕਹਿੰਦੇ ਵੀ ਚੌਥੇ ਸਾਲ ਉਹੀ ਮਿੱਟੀ ਤੁਹਾਡੀ ਚੰਗੀ ਭਲੀ ਹੋ ਜਾਂਦੀ। ਇਹਦਾ ਮਤਲਬ ਵੀ ਮਿੱਟੀ ਜਿਉਂਦੀ ਆ, ਉਹਨੇ ਆਪਣੇ ਆਪ ਨੂੰ ਠੀਕ ਕਰ ਲੈਣਾ, ਬਸ ਆਪਾਂ ਉਹਦੇ ਵਿੱਚ ਕੁਛ ਨਾ ਪਾਈਏ। ਬੰਦਾ ਨਸ਼ਾ ਕਰਦਾ ਹੁੰਦਾ ਸੰਧਾਲੀ ਸਭ, ਧਰਤੀ 'ਤੇ ਅਸੀਂ ਨਸ਼ੇ 'ਤੇ ਲਾਈ ਆ ਕਿ ਭਾਈ ਨਸ਼ੇ ਦਾ ਮਤਲਬ ਕੀ ਹੈ? ਕਿਸੇ ਬੰਦੇ ਨੇ ਟੀਕਾ ਲਾਇਆ, ਕਿਸੇ ਬੰਦੇ ਨੇ ਕੁਛ ਚਿੱਟਾ ਲਾਇਆ, ਉਹ ਕਹਿੰਦਾ ਇਹ 8 ਘੰਟੇ ਮੈਂ ਫਿਰ ਤੁਹਾਨੂੰ ਦੱਸਦਾ, ਮੇਰੇ ਮੂਹਰੇ ਆਓ ਜਿਹੜਾ ਮਰਜ਼ੀ ਬੰਦਾ। ਇੱਦਾਂ ਹੀ ਧਰਤੀ ਨੂੰ ਅਸੀਂ ਖਾਦਾਂ ਪਾਤੀਆਂ, ਦਵਾਈਆਂ ਪਾਤੀਆਂ, ਉਹ ਫਿਰ ਜ਼ੋਰ ਮਾਰਦੀ ਹੈ, ਬਾਅਦ 'ਚ ਡੈੱਡ ਹੋ ਜਾਂਦੀ ਹੈ। ਖਾਦ ਨਾ ਪਾਈਏ ਤਾਂ ਹੁੰਦੀ ਨਹੀਂ, ਬਰਸੀਨ ਹੀ ਨਹੀਂ ਦਾਨ ਹੁੰਦਾ, ਨਹੀਂ ਹੁੰਦਾ। ਤੇ ਜੇ ਖਾਦ ਪਾਏ ਸਵੇਰੇ ਹਰੀ ਕਣਕ ਬਈ, ਬਤਾਊਂ 'ਚ ਟੀਕਾ, ਬਤਾਊਂ ਸਵੇਰੇ ਐਂ ਹੋ ਜਾਂਦਾ, ਬਤਾਊਂ ਮੇਰੇ ਤੋਂ ਸੰਧਿਆਲੀ ਵਰਗਾ ਹੋ ਜਾਂਦਾ ਰਾਤ। ਮੈਂ ਗੱਲ ਹੀ ਕਰਦਾ। ਹੁਣ ਸੰਧਾਲੀਆ ਸਾਹਿਬ ਨਸ਼ਾ ਛਡਾਊ ਕੇਂਦਰ ਦੇ ਵਿੱਚ ਬੰਦਾ ਜਾਂਦਾ, ਜਿਹੜਾ ਤਾਂ ਹਿੰਮਤ ਕਰਦਾ,
ਜਿਹੜਾ 2-4-5 ਹਫ਼ਤੇ ਕੱਢਦਾ 2-3 ਮਹੀਨੇ ਕੱਢਦਾ ਕਹਿੰਦਾ ਨਹੀਂ ਯਾਰ ਸੈੱਟ ਹੋਣਾ, ਉਹ ਮੁੜ ਕੇ ਜਿਮ ਵੀ ਜਾਂਦਾ, ਉਹ ਮੁੜ ਕੇ ਕੰਮ ਵੀ ਕਰਦਾ, ਉਹ ਮੁੜ ਕੇ ਟੱਬਰ ਵੀ ਸਾਡੇ ਸਰੀਰ ਵਰਗੀ ਹੈ ਸਾਡੀ ਭੂਮੀ, ਉਹਨੂੰ ਥੋੜਾ ਸਮਾਂ ਦੇਣਾ ਪੈਣਾ। ਉਹਨੇ 2 ਸਾਲ 3 ਸਾਲ ਤੰਗੀ ਦੇਣੀ ਹੈ, ਪ੍ਰੋਡਕਸ਼ਨ ਘਟ ਸਕਦੀ ਹੈ, ਬਾਕੀ ਲੋਕ ਕਹਿਣਗੇ ਯਾਰ ਤੂੰ ਕਿਤੇ ਕਮਲਾ ਹੋਇਆ ਪਿਆ। ਪਰ ਜਦੋਂ ਫਿਰ ਆਪਣੀ ਆਈ ਤੇ ਆ ਗਈ ਨਾ ਉਹ ਧਰਤੀ, ਫਿਰ ਦੇਖਿਓ ਕਮਾਲਾਂ ਕਿਆ ਹੁੰਦੀਆਂ। ਇਸ ਕਰਕੇ ਥੋੜਾ ਜਿਹਾ ਵਿਚਾਰਨਾ ਤਾਂ ਪਊਗਾ, ਬਚ ਸਕਦਾ, ਆਸਵੰਦ ਰਹਿਣੇ ਚਾਹੀਦਾ। ਬਾਬੇ ਨਾਨਕ ਦੀ ਧਰਤੀ ਹੈ, ਇਹ ਨਸ਼ਟ ਨਹੀਂ ਹੋ ਸਕਦੀ, ਇਹਨੇ ਉੱਪਰ ਨੂੰ ਜਾਣਾ। ਬਸ ਬਾਬੇ ਨਾਨਕ ਕਹਿੰਦਾ ਸੀ ਕਿ ਕੰਮ ਤੁਹਾਨੂੰ ਥੋੜੀ ਹਿੰਮਤ ਆਪ ਕਰਨੀ ਪੈਣੀ ਹੈ। ਹਾਂ, ਬਸ ਉਹ ਜਿਹੜੀ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਕਿਰਤ ਕਰਨ ਵਾਲੀ ਗੱਲ, ਕਿਰਤ ਕਰਨੀ ਪੈਣੀ, ਅਕ੍ਰਿਤ ਕਰਨ ਨਹੀਂ ਹੋਣਾ। ਅੱਛਾ, ਗੱਲ ਇਹ ਆ ਵੀ ਆਪਾਂ ਹੁਣ ਖਬਰਾਂ ਵਾਲੇ ਪਾਸੇ ਵੀ ਚੱਲ ਜਾਏ। ਤੇਲ ਦੀ ਗੱਲ ਤੁਸੀਂ ਕੀਤੀ ਸੀ, ਕੇਂਦਰ ਸਰਕਾਰ ਨੇ ਹੁਣ ਕਹਿੰਦੇ ਵੀ ਐਕਸਾਈਜ਼ ਡਿਊਟੀ ਘਟਾਈ ਆ, 9.5 ਰੁਪਏ ਪੈਟਰੋਲ, 7 ਰੁਪਏ ਡੀਜ਼ਲ ਜੀ ਅਚਾਨਕ ਘਟ ਗਿਆ। ਮਤਲਬ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਵੀ ਆ 2 ਦਿਨ ਪਹਿਲਾਂ ਜਾ ਕੇ ਪੰਪ ਤੇ ਦੇਖਿਆ ਹੋਊਗਾ, ਤੇਰਾ ਪੱਲਾ ਇੰਨਾ ਰੇਟ, ਬਾਅਦ ਜਦੋਂ ਇਹਨੂੰ ਕੀ ਹੋ ਗਿਆ, ਉਹ ਯਾਰ ਸਸਤਾ ਹੋ ਗਿਆ। ਮਤਲਬ ਇਹ ਨਹੀਂ ਆ ਵੀ ਉੱਥੇ ਰਸ਼ੀਆ ਵਾਲੇ ਨੇ ਅਚਾਨਕ ਆਖਿਆ ਵੀ ਅਸੀਂ ਨਹੀਂ ਲੜਦੇ, ਯੂਕਰੇਨ ਨਾਲ ਆਖਿਆ ਜਾਓ ਭਾਜੋ, ਅਸੀਂ ਲੈ ਚੱਲੇ ਫੌਜਾਂ ਆਪਣੀਆਂ, ਹੁਣ ਤੇਲ ਸਸਤਾ, ਰੱਖੜੀ ਨਹੀਂ ਬੰਨਣ ਲੱਗ ਪਿਆ ਇੱਕ ਦੂਜੇ ਦੇ। ਉਹਨਾਂ ਦੀ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਉਹਨਾਂ ਨੇ ਜਿਹੜੀ ਡਿਊਟੀ ਸੀਗੀ ਉਹ ਘਟਾਈ, ਉਹਦੇ ਨਾਲ ਚੀਜ਼ ਸਸਤੀ। ਹਾਲਾਂਕਿ ਗੈਸ ਸਿਲੰਡਰ 'ਤੇ ਵੀ ਕਹਿੰਦੇ ਫਰਕ ਪਿਆ। ਹੁਣ ਦੇਖੋ, ਜੇ ਇਹ ਚੀਜ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਸੀ, ਉਦੋਂ ਕਹਿੰਦੇ ਸੀ ਵੀ ਹਾਂਜੀ ਇਲੈਕਸ਼ਨਾਂ ਕਰਕੇ ਕੀਤੀਆਂ ਜੀ, ਉਦੋਂ ਬਾਅਦ ਕੰਮ ਫਿਰ ਚੱਕਤਾ। ਹੁਣ ਮੈਨੂੰ ਨਹੀਂ ਲੱਗਦਾ ਵੀ ਇਮੀਡੀਏਟਲੀ ਕੋਈ ਕਿਤੇ ਇਲੈਕਸ਼ਨ ਹੈਗੀ ਆ। ਇਹ ਜਿਹੜਾ ਕੰਮ ਇਹ ਤੇ ਰਾਹਤ ਦੇਣ ਲਈ ਕੀਤਾ ਗਿਆ। ਸੰਧਾਲੀਆ ਸਾਹਿਬ ਦੇਖੋ, ਇੰਨੀ ਗੱਲ ਤਾਂ ਜ਼ਰੂਰ ਹੈ ਕਿ 9 ਰੁਪਏ ਪੈਟਰੋਲ ਸਸਤਾ, 7.5 ਰੁਪਏ ਡੀਜ਼ਲ ਸਸਤਾ, ਗੈਸ ਸਿਲੰਡਰ ਤਾਂ ਕਹਿੰਦੇ ਸੈਂਕੜਿਆਂ ਰੁਪਈਆਂ ਦੇ ਵਿੱਚ ਥੱਲੇ ਆਇਆ ਕਿਉਂਕਿ ਐਕਸਾਈਜ਼ ਡਿਊਟੀ ਘਟਾਈ ਹੈ। ਹੁਣ ਤੁਸੀਂ ਦੇਖੋ ਕਿ ਕੋਈ ਮੱਤੇ ਸਮਝੇ ਬੰਦਾ ਕਿ ਭਾਈ ਇਹਦੇ ਨਾਲ ਜਿਹੜਾ ਬੰਦਾ ਸਕੂਟਰ ਚਲਾਉਂਦਾ, ਮੋਟਰਸਾਈਕਲ ਚਲਾਉਂਦਾ, ਕਾਰ ਚਲਾਉਂਦਾ, ਜਾਂ ਇੰਜਣ ਦੇ ਵਿੱਚੋਂ ਤੇਲ ਪਾ ਕੇ ਤਾਂ ਫਿਰ ਪਾਣੀ ਲਾਉਂਦਾ, ਕੱਲਾ ਉਹਨਾਂ ਨੂੰ ਫਰਕ ਨਹੀਂ ਪਿਆ। ਹੁਣ ਮੰਨ ਲਓ ਕਿ ਕੋਈ ਚੀਜ਼ ਜਿਹੜੀ ਹੈ ਉਹ ਪਰਲੇ ਪਾਸੇ ਗੁਜਰਾਤ ਦੀ ਬੰਦਰਗਾਹ ਤੋਂ ਪੰਜਾਬ ਤੱਕ ਪੁੱਜਦੀ ਹੈ, ਉਹ ਟਰੱਕ ਦੇ ਵਿੱਚ ਆਉਂਦੀ ਹੈ ਤਾਂ ਤੇਲ ਬਲਦਾ, ਉਹ ਟਰੱਕ ਵਾਲੇ ਦਾ ਖਰਚਾ ਘਟਿਆ, ਕਿਰਾਇਆ ਘਟਣਾ। ਜਦੋਂ ਕਿਰਾਇਆ ਘਟਣਾ ਤੇ ਜਿਹੜੀ ਚੀਜ਼ 5 ਰੁਪਈਆਂ ਦੀ ਉੱਥੋਂ ਗੁਜਰਾਤ ਤੋਂ ਚੱਲੀ ਸੀ, 3 ਰੁਪਈਏ ਕਿਰਾਇਆ ਪਾਇਆ, 8 ਦੀ ਉੱਥੇ ਪਹੁੰਚੀ ਤੇ 10 ਦੀ ਪੰਜਾਬ ਦੇ ਬੰਦੇ ਨੂੰ ਮਿਲੀ। ਉਹ ਕਹਿੰਦੇ ਠੀਕ ਹੈ ਭਾਈ, 3 ਰੁਪਈਏ ਦੀ ਚੀਜ਼ ਹੈ, 5 ਰੁਪਈਏ ਦੀ ਚੀਜ਼ ਹੈ, 3 ਰੁਪਈਆ ਕਿਰਾਇਆ ਪਾਇਆ ਸੀ, ਪਰ ਤੇਲ ਹੁਣ ਸਸਤਾ ਹੋਇਆ, ਕਿਰਾਇਆ 2 ਰੁਪਈਏ ਪਊਗਾ। ਉਹ 1 ਰੁਪਈਆ ਸਸਤੀ ਪਹੁੰਚਣੀ ਹੈ। ਓਵਰਆਲ ਮਹਿੰਗਾਈ ਨੂੰ ਭੂਰਾ ਕੇ ਨੱਥ ਪਊਗੀ ਆਮ ਬੰਦੇ ਨੂੰ। ਹੁਣ ਮੰਨ ਲਓ 10 ਲੀਟਰ ਕੋ ਤੇਲ ਪਵਾਉਂਦਾ, ਪੈਟਰੋਲ ਦੀ ਗੱਲ ਕਰ ਲਓ, 90 ਬਚੇ ਉਹਨੂੰ। ਜੇ 90 ਰੁਪਈਏ ਬਥੇਰੇ ਹੁੰਦੇ ਆ, ਚਾਹੇ ਉਹ ਹਫ਼ਤੇ 'ਚ ਬਚਣ 90, ਤਾਂ ਜਿਹਨੂੰ ਹਫ਼ਤੇ ਦੇ ਵਿੱਚ 90 ਰੁਪਈਏ ਬਚਦੇ ਆ, ਉਹਨੂੰ ਮਹੀਨੇ ਦਾ 450 ਰੁਪਈਆ ਹੋ ਗਿਆ। ਤੇ 450 ਰੁਪਈਏ ਦੇ ਵਿੱਚ ਆਮ ਬੰਦਾ ਸੰਧਾਲੀਆ ਸਾਹਿਬ ਤੁਹਾਨੂੰ ਨਹੀਂ ਪਤਾ ਕੀ ਕੁਛ ਕਰ ਸਕਦਾ। ਨਹੀਂ, ਬਹੁਤ ਕੁਝ ਕਰ ਸਕਦਾ। ਮੈਂ ਜੇ ਕੱਲ੍ਹ ਇੱਕ ਪੜ੍ਹਨ ਇਹ ਰਿਪੋਰਟ ਜੀ, ਉਹ ਵੀ ਹੈ ਤਾਂ 2 ਸਾਲ ਪੁਰਾਣੀ, ਉਹਨਾਂ ਨੇ ਸਟੱਡੀ ਦੇ ਹਿਸਾਬ ਨਾਲ ਕੀਤੀ। ਉਹ ਕਹਿੰਦੇ ਵੀ ਜਿਹਦੀ 25,000 ਆਮਦਨ ਹੈ ਨਾ ਮਹੀਨੇ ਦੀ, ਹਾਂ ਟੱਬਰ ਦੀ, ਉਹ 1% ਆਬਾਦੀ ਦੇ ਵਿੱਚ ਆਉਂਦਾ। ਇੰਡੀਆ ਦੀ ਗੱਲ ਕਰਦੇ ਉੱਪਰਲੇ ਜੇ ਆਪਾਂ ਆਬਾਦੀ ਦੀ ਗੱਲ ਕਰੀਏ, ਨਹੀਂ 1% ਸੌਰੀ ਕਹਿੰਦੇ 10% ਦੇ ਵਿੱਚ ਆਉਂਦੇ ਆ, ਸਿਰਫ 25,000 ਆਮਦਨ ਦੇ ਨਾਲ। ਤੁਸੀਂ ਆਪ ਅੰਦਾਜ਼ਾ ਲਾਓ ਕਿ ਜੇ ਇੰਡੀਆ ਦੀ ਆਬਾਦੀ 1 ਅਰਬ 35-36 ਕਰੋੜ ਆ, ਉਹਦੇ ਚੋਂ ਉਹਦਾ 10% ਜਿਹੜਾ ਹਿੱਸਾ, ਉਹ ਸਿਰਫ 25,000 ਦਾ ਹੀ ਉਹਦਾ ਵੱਧ ਤੋਂ ਵੱਧ ਮਾਨਕ ਆ। ਇੰਨਾ ਕੀ ਆ ਕੰਮ, ਇੰਨਾ ਗਿਆ ਕੰਮ। ਤੁਸੀਂ ਇਹ ਦੇਖੋ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਬਾਕੀ ਜਿਹੜੇ 90% ਲੋਕ ਨੇ, ਉਹਨਾਂ ਦੀ ਮਹੀਨੇ ਦੀ ਆਮਦਨ 25,000 ਵੀ ਨਹੀਂ ਬਣਦੀ। ਇਹਦਾ ਮਤਲਬ ਹਾਂ, ਜਾਨੀ ਪੂਰੇ ਟੱਬਰ ਦੀ, ਉਹ ਵੀ ਟੱਬਰ 'ਚ 4 ਜੀ ਆ ਕਿ 6 ਜੀ ਆ। ਨਹੀਂ ਹੈ ਤਾਂ ਵੱਡੀ ਗੱਲ ਹੈ, ਸੋਚਣਾ ਵਿਚਾਰਨਾ ਤਾਂ ਪਊਗਾ। ਉਧਰ ਤੁਸੀਂ ਇਹ ਦੇਖ ਲਓ ਕਿ ਹਾਲਾਤ ਕੀ ਬਣ ਗਏ। ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਆਪਣੇ ਭਾਈਚਾਰੇ ਨੂੰ ਜੇ ਭੁਲੇਖਾ ਪੈਣਾ, ਕਈ ਵਾਰੀ ਉਹ ਕਹੇ ਹੁੰਦੇ ਨੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਮੌਜੂਦਾ ਲੀਡਰ ਨਹੀਂ, ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਚੁੱਕੇ। 5-7 ਦਿਨ ਲੱਗਦੇ ਹੁੰਦੇ ਆ ਉਹ ਸੌਫਟਵੇਅਰ ਜਾਂ ਤਬਦੀਲ ਕਰਨ ਨੂੰ ਨਾ। ਹੁਣ ਤੁਸੀਂ ਦੇਖੋ ਕਿ ਐਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਗੇਮ ਤਾਂ ਖੇਡੂ ਕੋਈ ਨਾ ਕੋਈ। ਹੁਣ ਜਾਖੜ ਸਾਹਿਬ ਨੂੰ ਪਹਿਲਾਂ JP ਨੱਡਾ ਸਾਹਿਬ ਨੇ ਸ਼ਾਮਲ ਕਰਾਇਆ, ਉਹਦੇ ਤੋਂ ਬਾਅਦ ਗ੍ਰਹਿ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ ਸਾਹਿਬ ਨੂੰ ਉਹ ਮਿਲੇ, ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਦੇ ਚਰਚੇ, ਤੇ ਵਿੱਚ ਵਿਚਾਲੇ ਜਿੱਦਾਂ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਹੋ ਸਕਦਾ ਕਿ ਸੰਗਰੂਰੋਂ ਚੋਣ ਲੜਾਈ ਜਾਵੇ। ਹੁਣ ਇੱਕ ਚਰਚਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਬੜੇ ਸੂਬਿਆਂ ਦੇ ਵਿੱਚ ਬਹੁਮਤ ਹੈ, MLA ਬਹੁਤ ਨੇ ਉਹਨਾਂ ਦੇ ਕੋਲ। ਆ ਸੁਖਨਾ ਉੱਤਰ ਪ੍ਰਦੇਸ਼ ਦੇ ਵਿੱਚ ਹੀ ਤੁਸੀਂ ਦੇਖੋ ਕਿ 250 ਤੋਂ ਟਪਾਤੇ ਉਹਨਾਂ ਨੇ ਐਤਕੀ ਵੀ, ਪਿਛਲੇ ਵਾਰ 300 ਤੋਂ ਵੱਧ ਸੀਗੇ। ਉੱਥੇ ਫਿਰ MLAs ਨੇ ਰਾਜ ਸਭਾ ਦੇ ਮੈਂਬਰ ਬਣਾਉਣੇ ਹੁੰਦੇ ਆ 6-6 ਸਾਲ ਦੇ ਲਈ, ਜਿੱਦਾਂ ਆਪਣੇ ਭੂੰਦੜ ਸਾਹਿਬ, ਢੀਂਡਸਾ ਸਾਹਿਬ, ਦੂਲੋ ਸਾਹਿਬ, ਬਾਜਵਾ ਸਾਹਿਬ, ਬੀਬੀ ਅੰਬਿਕਾ ਸੋਨੀ ਜੀ, ਉਹ ਸਾਰੇ ਜਣੇ ਹੁੰਦੇ ਸੀ। ਹੁਣ ਹੋ ਸਕਦਾ ਹੈ ਜਿੱਦਾਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉੱਤੇ ਰੌਲਾ ਰੱਪਾ ਪੈਂਦਾ ਸੀ ਕਿ ਭਾਈ ਰਾਘਵ ਚੱਡਾ ਸਾਹਿਬ ਨੂੰ ਕਿਉਂ ਬਣਾਇਆ, ਉਹਨਾਂ ਨੂੰ ਕਿਉਂ ਬਣਾਇਆ। ਚਰਚਾ ਚੱਲਦੀ ਹੈ ਕਿ ਜਿੱਦਾਂ ਡਾਕਟਰ ਮਨਮੋਹਨ ਸਿੰਘ ਹੋਰੀ ਅਸਾਮ ਤੋਂ ਬਣਦੇ ਸੀ,
ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਦੇ ਵਿੱਚ ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੇ ਲਈ ਜਾਖੜ ਸਾਹਿਬ ਨੂੰ ਬੜੀ ਛੇਤੀ ਕਿਸੇ ਨਾ ਕਿਸੇ ਸੂਬੇ ਦੇ ਵਿੱਚੋਂ ਰਾਜ ਸਭਾ 'ਚ ਭੇਜ ਸਕਦੇ ਆ। ਦੂਸਰੇ ਪਾਸੇ ਇਹਦੇ ਨਾਲ ਕਿਸੇ ਸਿੱਖ ਭਾਈਚਾਰੇ ਦੇ ਵਿੱਚੋਂ ਕੋਈ ਲੀਡਰ ਜਿਹੜਾ ਪੰਜਾਬ ਬੀਜੇਪੀ ਦੇ ਬਹੁਤ ਵੱਡੇ ਅਹੁਦੇ ਤੇ ਜਾ ਸਕਦਾ ਹੈ, ਤੇ ਪੰਜਾਬ ਬੀਜੇਪੀ ਦੇ ਕਿਸੇ ਸ਼ਹਿਰੀ ਭਾਈਚਾਰੇ ਦੇ ਵਿੱਚੋਂ ਕੋਈ ਇੱਕ ਵਿਅਕਤੀ ਕੇਂਦਰ ਸਰਕਾਰ ਦੇ ਕਿਸੇ ਵੱਡੇ ਅਹੁਦੇ ਤੇ ਜਾ ਸਕਦਾ ਹੈ। ਤੇ ਤਿਆਰੀ ਅਗਲਿਆਂ ਖਿੱਚ ਲਈ ਹੈ। ਇਹ ਚੰਗੀ ਗੱਲ ਹੈ। ਦੇਖੋ ਕਾਰਨ ਇਹ ਆ ਵੀ ਮੈਨੂੰ ਜਾਪਦਾ ਵੀ ਇਹ ਜਦੋਂ ਸਾਰੀਆਂ ਗੁਣਾ ਘਟਾਓ ਕੀਤੀਆਂ ਜਾਂਦੀਆਂ, ਕਿਉਂਕਿ ਸਮਝਦੇ ਤਾਂ ਹੈਗੇ ਨੇ ਪੰਜਾਬ ਦੇ ਲੋਕ ਵੀ, ਤੇ ਮੈਨੂੰ ਲੱਗਦਾ ਹੁੰਦਾ ਵੀ ਹਰੇਕ ਪੋਲੀਟੀਕਲ ਪਾਰਟੀ ਨੂੰ ਇਹ ਹੱਕ ਹੈ, ਕਿਉਂਕਿ ਖੁੱਲੀ ਗੇਮ ਹੈ, ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ ਰਾਜਨੀਤੀ ਕਰਨੀ। ਉਹ ਕਹਿੰਦੇ ਵੀ ਅਸੀਂ ਰਾਜਨੀਤੀ ਕਰਨੀ ਵੀ ਅਸੀਂ ਸਾਡੀ ਪਾਰਟੀ ਦੇਸ਼ ਦਾ ਜਾਂ ਰਾਜ ਦਾ ਭਲਾ ਕਰ ਸਕਦੀ ਜੀ। ਹੁਣ ਜੇ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਕੋਲੇ ਬਹੁਤ ਸਾਰਾ ਬਹੁਮਤ ਹੈ, ਬਹੁਤ ਸਾਰੀਆਂ ਸਟੇਟਾਂ 'ਚ ਉਹਨਾਂ ਕੋਲੇ ਸੱਤਾ, ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਆਹ ਸਕੀਮ ਲਾਵਾਂਗੇ ਤੇ ਇਹਦੇ ਨਾਲ ਸਾਡੀ ਪਾਰਟੀ ਦੀ ਅੱਜ ਨਹੀਂ ਤੇ ਹੋਰ ਕੁਝ ਸਾਲਾਂ ਨੂੰ ਪੰਜਾਬ 'ਚ ਸਰਕਾਰ ਬਣ ਸਕਦੀ, ਚੰਗੀ ਗੱਲ ਹੈ। ਪਰ ਮੈਨੂੰ ਲੱਗਦਾ ਵੀ ਉਹਦੇ ਨਾਲ ਜਿਹੜੀਆਂ ਗੱਲਾਂ ਆਪਾਂ ਇਸ ਤੋਂ ਪਹਿਲਾਂ ਕਰਦੇ ਰਹੇ ਹਾਂ, ਚਾਹੇ ਉਹ ਕਣਕ ਚੁੱਕਣ ਦੀ ਗੱਲ ਹੋਵੇ, ਚਾਹੇ ਮੂੰਗੀ ਤੇ MSP ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਗੱਲ ਹੋਵੇ, ਉਹਦੇ ਲਈ ਜਿਹੜੀ ਸੁਹਿਰਦਤਾ ਦਿਖਾਈ ਜਾਂਦੀ ਉਹ ਵੀ ਮੈਨੂੰ ਲੱਗਦਾ ਵੀ ਇੱਕ ਪੈਰਲਲ ਬਹੁਤ ਚੰਗੀ ਗੱਲ ਹੈ। ਹਾਂ, ਉਹਦੇ ਨਾਲ ਅਗਲੇ ਬੰਦਿਆਂ ਨੂੰ ਹੱਕ ਹੈ ਵੀ ਅਗਲੇ ਬੰਦੇ ਸਕੀਮਾਂ ਲਾਉਣ। ਹੁਣ ਆਮ ਆਦਮੀ ਪਾਰਟੀ ਜਦੋਂ ਸ਼ੁਰੂ ਹੋਈ ਸੀ ਉਦੋਂ ਵੀ ਤਾਂ ਉਹਨਾਂ ਨੇ ਕਿਹਾ ਸੀ ਨਾ ਵੀ ਅੱਜ ਸਾਨੂੰ ਮੌਕਾ ਦੇ ਦਿਓ ਮਹਾਰਾਜ, ਅਸੀਂ ਦਿੱਲੀ ਜਾ ਕੁਛ ਕੀਤਾ ਪੰਜਾਬ 'ਚ ਕਰਾਂਗੇ ਜੀ। ਪੰਜਾਬੀਆਂ ਨੇ ਪਹਿਲਾਂ 14 'ਚ ਮਾੜੀ ਜੀ ਸੁਣੀ, MP ਬਣਾਏ, ਉਦੋਂ ਬਾਅਦ ਉਹ ਲੜ ਲੁੜ ਕੇ ਪਾਸੇ ਹੋ ਗਏ। ਫਿਰ ਉਹਨਾਂ ਨੇ ਆਖਿਆ ਨਹੀਂ ਇਹ ਬੰਦੇ ਠੀਕ ਲੱਗਦੇ। 17 ਦੇ ਵਿੱਚ ਉਹਨਾਂ ਨੇ ਆਖਿਆ ਵੀ ਨਹੀਂ 100 ਦੀਆਂ 100 ਸੀਟਾਂ, ਕੋਈ 100 ਸੀਟਾਂ ਨਹੀਂ ਆਈਆਂ, 20 ਆਈਆਂ। ਉਹਦੇ ਵਿੱਚ ਵੀ ਉਹਨਾਂ ਨੇ ਲੜ ਘੁਲ ਕੇ ਉਦੋਂ ਬਾਅਦ 9-10 ਜਾਣੇ ਲਾਂਭੇ ਹੋ ਗਏ। ਪਰ ਫਿਰ ਵੀ ਉਹਨੂੰ ਲੱਗਿਆ ਵੀ ਯਾਰ ਬਾਕੀਆਂ ਨਾਲ ਅਜੇ ਵੀ ਬੰਦੇ ਆਖੀ ਜਾਂਦੇ ਅਸੀਂ ਕੁਛ ਕਰਾਂਗੇ 22 'ਚ ਮੌਕਾ ਦੇ ਹੀ ਦਿੱਤਾ। ਹੁਣ ਇਹਨਾਂ ਕੋਲੇ 5 ਸਾਲ ਨੇ, 5 ਸਾਲ ਆਮ ਆਦਮੀ ਪਾਰਟੀ ਕੋਲੇ ਖੇਡ ਕੇ ਦੇਖ ਲੈਣ ਵੀ ਜੇ ਇਹਨਾਂ ਨੂੰ ਲੱਗਿਆ ਵੀ ਪੰਜਾਬ ਦੇ ਲੋਕਾਂ ਨੂੰ ਸੈਟੀਸਫਾਈ ਕਰ ਲਿਆ ਤੇ ਵੀ ਠੀਕ ਆ, ਨਹੀਂ ਤੇ ਫਿਰ ਅਗਲਿਆਂ ਕੋਲੇ ਵੀ ਉਹੀ 5 ਸਾਲ ਨੇ ਜਿਨ੍ਹਾਂ 5 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੀ ਸੈਟਿੰਗ ਕਰਨੀ ਵੀ ਆਹ ਲੀਡਰ ਇੱਥੇ ਫਿੱਟ ਹੋਵੇਗਾ, ਚਿਹਰਾ ਇੱਥੇ ਫਿੱਟ ਹੋਵੇਗਾ, ਸਾਡੇ ਕੋਲੇ ਆਹ ਤਾਕਤਾਂ ਨੇ, ਉਹਦੇ ਨਾਲ ਅਸੀਂ ਇਸ ਸੂਬੇ ਨੂੰ ਆਹ ਰਾਹਤਾਂ ਦੇ ਸਕਦੇ ਹਾਂ। ਤੇ ਜੇ ਉਹ ਲੋਕਾਂ ਦਾ ਧਿਆਨ ਹੀ ਹੈ ਨਾ ਵੀ ਯਾਰ ਇੱਕ ਪਾਰਟੀ ਹੈ, ਉਹਦੀ ਭਾਵੇਂ ਸਾਡੇ ਇੱਥੇ ਸਰਕਾਰ ਵੀ ਹੈ ਨਹੀਂ, ਉਹ ਕੇਂਦਰ 'ਚ ਹੈ, ਉਹਦੇ ਬਾਵਜੂਦ ਵੀ ਸਾਡੇ ਬਾਰੇ ਸੋਚ ਰਹੀ ਹੈ, ਤੇ ਜੇ ਉਹਨਾਂ ਦੀ ਸਰਕਾਰ ਹੀ ਬਣ ਜੂਗੀ ਤੇ ਫਿਰ ਉਹ ਭਲਾ ਕੀ ਕਰਨਗੇ। ਦੇਖੋ ਲੋਕਾਂ ਦੇ ਲਈ ਕੀ ਚੰਗਾ ਕੀ ਮਾੜਾ ਉਹ ਤਾਂ ਪਤਾ ਨਹੀਂ, ਪਰ ਭਾਰਤੀ ਜਨਤਾ ਪਾਰਟੀ ਸੂਤ ਕਰ ਰਹੀ ਆਪਣੇ ਆਪ ਨੂੰ ਸਿਆਸੀ ਤੌਰ ਤੇ। ਇੱਕ ਪਾਸੇ ਕਾਂਗਰਸ ਪਾਰਟੀ ਦੇ ਵਿੱਚੋਂ ਬੰਦੇ ਨਿਕਲ ਕੇ ਜਾ ਰਹੇ ਆ। ਹਾਰਦਿਕ ਪਟੇਲ ਦਾ ਚਰਚਾ ਚੱਲਦਾ ਕਿ ਬੀਜੇਪੀ 'ਚ ਆ ਸਕਦਾ, ਬਹੁਤ ਸਾਰੇ ਬੰਦੇ ਗਏ ਨੇ, ਉਹਨਾਂ ਨੇ ਐਡਜਸਟ ਕੀਤੇ ਬੰਦੇ ਕਿ ਭਾਈ ਬਾਕੀ ਪਾਰਟੀਆਂ ਕਮਜ਼ੋਰ ਇੰਨੀਆਂ ਕਰ ਜਾਓ, ਅਸੀਂ ਆਪੇ ਹੀ ਵੱਧ ਮਜ਼ਬੂਤ ਲੱਗਣ ਲੱਗ ਜਾਈਏ। ਮੰਨ ਲਓ ਕਿ ਆ 2 ਕੱਪ ਪਏ ਨੇ ਬਰਾਬਰ, ਆਪਣੇ ਕੱਪ ਨੂੰ ਵੱਡਾ ਕਰ ਦਿਆ, ਅਗਲੇ ਦਾ ਉੱਪਰੋਂ ਭਾਂਦੇ ਥੋੜ੍ਹਾ ਜਿਹਾ, ਉਹ ਛੋਟਾ ਲੱਗਣ ਲੱਗ ਪਏ, ਤੁਸੀਂ ਆਪੇ ਵੱਡੇ ਹੋ ਜਾਣਾ। ਹੁਣ ਤੁਸੀਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਜਾਣੀ ਕਿ ਭਾਰਤੀ ਜਨਤਾ ਪਾਰਟੀ ਦੀ ਪਾਲਿਸੀ ਕੀ ਹੈ ਤੇ ਕਾਂਗਰਸ ਪਾਰਟੀ ਕੀ ਸੋਚਦੀ ਵਿਚਾਰਦੀ, ਉਹ ਤਾਂ ਕੁੰਭ ਕਰਨੀ ਨੀਂਦ ਸੁੱਤੀ ਹੋ ਆ। ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਕਾਂਗਰਸ ਪਾਰਟੀ ਜਿੱਤਦੀ ਹੈ, ਬਹੁਮਤ ਲੈਂਦੀ ਹੈ, ਭਾਰਤੀ ਜਨਤਾ ਪਾਰਟੀ ਹਾਰ ਜਾਂਦੀ ਹੈ। 3-4 ਟਰਮਾਂ ਸ਼ਿਵਰਾਜ ਸਿੰਘ ਚੌਹਾਨ ਚੀਫ ਮਿਨਿਸਟਰ ਰਹੇ, ਹਾਰ ਗਏ, ਵਿਰੋਧੀ ਧਿਰ 'ਚ ਬਹਿ ਗਏ, ਉਹਨਾਂ ਨੇ ਕੁਛ ਨਹੀਂ ਕੀਤਾ। ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਪਾਰਟੀ ਦਾ ਬੰਦਾ, ਉਹਦੇ ਨਾਲ ਗੱਲ ਕੀਤੀ ਕਿ ਤੈਨੂੰ ਤਾਂ ਕਾਕਾ ਮੁੱਖ ਮੰਤਰੀ ਨੇ ਬਣਾਇਆ, ਮੁੰਡਿਆ ਅਸੀਂ ਕੇਂਦਰ ਸਰਕਾਰ 'ਚ ਮੰਤਰੀ ਬਣਾਵਾਂਗੇ। ਅਗਲਾ ਬੰਦਾ ਆਪਣੇ MLA ਨਾਲ ਲੈ ਕੇ ਤੁਰਿਆ, ਉਧਰਲੇ ਪਾਸੇ ਜਾ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਇਆ, ਉਹਨਾਂ ਨੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਬਣਾ ਦਿੱਤਾ। ਸਰਕਾਰ ਕਾਂਗਰਸ ਦੀ ਟੁੱਟ ਗਈ, ਭਾਰਤੀ ਜਨਤਾ ਪਾਰਟੀ ਦੀ ਬਣ ਗਈ, ਉਹਦੇ ਕਈ MLA ਮੰਤਰੀ ਵੀ ਬਣਾ ਦਿੱਤੇ, ਤੇ ਬਾਕੀਆਂ ਨੂੰ ਲੱਗਾ ਕਿ ਆਹ ਕੰਮ ਸੂਤ ਹੈ। ਰਾਜਸਥਾਨ ਦੇ ਵਿੱਚ ਤਾਂ ਅਸ਼ੋਕ ਗਹਿਲੋਤ ਹੋਰਾਂ ਦੀ ਪੀੜ੍ਹੀ ਉਹਨਾਂ ਨੇ ਮੁੱਦੀ ਮਾਰ ਹੀ ਦਿੱਤੀ ਸੀ, ਸਚਿਨ ਪਾਇਲਟ ਚਲੇ ਹੀ ਗਏ ਸੀ ਤਕਰੀਬਨ, ਉਹ ਤਾਂ ਆਖਰੀ ਮੌਕੇ ਦੇ ਉੱਤੇ ਕੰਮ ਸੂਤ ਨਹੀਂ ਹੋਇਆ। ਫਿਰ ਆ ਪਿੱਛੇ ਤੁਸੀਂ ਦੇਖੋ ਕੀ ਕੁਛ ਨਹੀਂ ਵਾਪਰਿਆ, ਜਾਖੜ ਸਾਹਿਬ ਚਲੇ ਗਏ, ਹੋਰ ਕਈ ਬੰਦੇ ਚਲੇ ਗਏ, ਉਹ ਐਂ ਕਰਕੇ ਸਟੈਪ ਲੈ ਰਿਹਾ। ਹੁਣ ਦੇਖੋ ਤੁਸੀਂ ਕਿ ਬੀਬੀ ਵਸੁੰਧਰਾ ਰਾਜੇ ਸਿੰਧੀਆ, ਰਾਜਸਥਾਨ ਦੇ ਵਿੱਚ ਵੋਟਾਂ ਪੈਣੀਆਂ, ਆ ਰਾਹੁਲ ਗਾਂਧੀ ਪੰਜਾਬ 'ਚ ਆ ਕੇ ਆ ਵੋਟਾਂ ਪੈਣ ਤੋਂ ਥੋੜੇ ਜਿਹੇ ਹਫ਼ਤੇ ਪਹਿਲਾਂ ਆ ਕੇ ਦੇਖੋ ਜੀ ਬੰਦੇ ਜਾਖੜ ਸਾਹਿਬ ਵਧੀਆ, ਸਿੱਧੂ ਸਾਹਿਬ ਵਰਗਾ ਬੰਦਾ ਕੋਈ ਨਹੀਂ, ਮੁੱਖ ਮੰਤਰੀ ਸਾਡੇ ਦਾਅਵੇਦਾਰ ਮੌਜੂਦਾ ਮੁੱਖ ਮੰਤਰੀ ਚੰਨੀ ਸਾਹਿਬ ਹੋਣਗੇ, ਤੇ ਰੈਲੀ ਉਧਰ ਲੋਕ ਬੈਠੇ ਹੁੰਦੇ ਯਾਰ ਰਾਹੁਲ ਗਾਂਧੀ ਉਰੇ ਆਏ ਨਹੀਂ, ਤੇ ਉਹ ਹੋਟਲ ਦੇ ਵਿੱਚ ਅੰਦਰ ਬੈਠ ਕੇ ਬਣਾਉਂਦੇ ਯਾਰ ਉੱਤੇ ਕੋਈ ਬੋਲਿਓ ਨਾ, ਜ਼ੋਰ ਮੈਂ ਜੋ ਅਨਾਉਂਸ ਕਰਨਾ ਕੋਈ ਗੱਲ ਨਹੀਂ, ਇਦਾਂ ਹੀ ਹੁੰਦਾ ਨਾ। ਰਾਜਸਥਾਨ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਵੋਟਾਂ ਕਿਹੜੇ ਮਹੀਨੇ ਤੇ ਕਿੰਨੀ ਤਰੀਕ ਨੂੰ ਪੈਣੀਆਂ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਰਾਜਸਥਾਨ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਂ ਦੇ ਉੱਤੇ ਇਲੈਕਸ਼ਨ ਲੜਨੀ ਹੈ, ਕਿਉਂਕਿ ਬੀਬੀ ਵਸੁੰਧਰਾ ਰਾਜੇ ਸਿੰਧੀਆ ਨੂੰ ਪਿਛਲੇ 8 ਸਾਲ ਤੋਂ ਭਾਜਪਾ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਉਹਨਾਂ ਨੂੰ ਕੇਂਦਰ ਸਰਕਾਰ 'ਚ ਲੈ ਜਾਈਏ, ਮਿਨਿਸਟਰ ਬਣਾ ਦਈਏ, ਜਾਂ ਉਹ ਰਾਜਪਾਲ ਬਣ ਜਾਣ, ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਨਵੇਂ ਬੰਦੇ ਅੱਗੇ ਲੈ ਕੇ ਆਉਣੇ। ਬੀਬੀ ਮੰਨਦੀ ਨਹੀਂ ਸੀ। ਐਤਕੀ ਉਹਨਾਂ ਨੇ ਦੇਖਿਆ ਕਿ ਭਾਈ ਪਹਿਲਾਂ ਹੀ ਕਰ ਦਿੰਦੇ ਆ, ਜੇ ਕੋਈ ਡੈਮੇਜ ਡੂਮੇਜ ਹੋਣਾ ਵੀ ਹੋਊਗਾ ਤਾਂ ਕੰਟਰੋਲ ਕਰ ਲਾਂਗੇ। ਤੇ ਦੂਸਰੇ ਪਾਸੇ ਚਿੰਤਨ ਸ਼ਿਵਰੀ ਚੱਲੀ ਜਾਂਦੇ ਆ
ਆ ਨਹੀਂ, ਇਹ ਤੇ ਜ਼ਰੂਰ ਕਾਂਗਰਸ ਪਾਰਟੀ ਸੋਚੇ ਵਿਚਾਰੇ ਤੇ ਮਹਾਰਾਜ ਆਪਾਂ ਚਿੰਤਨ ਸ਼ਿਵਰ ਹੀ ਕਰਨਾ ਕਿ ਆਪਾਂ ਕੋਈ ਨਾ ਕੋਈ ਹੋਰ ਹੱਲ ਵੀ ਕਰਨਾ। ਪਰ ਇੱਕ ਗੱਲ ਤੇ ਪੱਕੀ ਆ ਵੀ ਜਿਹੜੇ ਹਿਸਾਬ ਨਾਲ ਬੀਜੇਪੀ ਨੇ ਇਹ ਕੰਮ ਸ਼ੁਰੂ ਕੀਤਾ ਵੀ ਯਾਰ ਠੀਕ ਆ, ਆਪਾਂ ਲੀਡਰ ਵੇਖੀਏ ਵੀ ਜੇ ਅਗਲੀ ਪਾਰਟੀ 'ਚੋਂ ਆਪਾਂ ਨੂੰ ਕੋਈ ਜਾਪਦਾ ਵੀ ਆਪਣਾ ਕੋਈ ਭਲਾ ਕਰ ਸਕਦਾ, ਜਾਂ ਅਗਲੇ ਨੂੰ ਜਾਪਦਾ ਵੀ ਯਾਰ ਮੈਂ ਠੀਕ ਕਰਨਾ ਚਾਹੁੰਦਾ ਪਰ ਮੇਰੀ ਇੱਥੇ ਸੁਣੀ ਨਹੀਂ ਜਾਂਦੀ, ਮੇਰੀ ਸੁਣਵਾਈ ਹੈ ਨਹੀਂ, ਜਾਂ ਮੇਰੀ ਪਾਰਟੀ, ਉਹ ਕਿਸੇ ਵੀ ਪਾਰਟੀ ਦਾ ਉਹਦਾ ਜ਼ਰੂਰੀ ਨਹੀਂ ਕਾਂਗਰਸ ਦਾ। ਆਪਾਂ ਜੇ ਆਪਾਂ ਪੰਜਾਬ ਦੀ ਉਦਾਹਰਨ ਹੀ ਮੰਨ ਲਈ, ਤੇ ਪੰਜਾਬ 'ਚ ਹੀ ਵੇਖੋ ਕਿੰਨੀਆਂ ਪਾਰਟੀਆਂ ਜੋ ਲੀਡਰ ਜਿਹੜੇ ਉਹ ਬੀਜੇਪੀ 'ਚ ਗਏ, ਉਹ ਹੁਣ ਚਲੇ ਗਏ, ਉਹ ਉੱਥੇ ਜਾ ਕੇ ਉਹ ਉਸ ਤੋਂ ਬਾਅਦ ਜੇ ਆਪਾਂ ਉਹਨਾਂ ਦੀਆਂ ਖਬਰਾਂ ਜਾਂ ਉਹਨਾਂ ਦਾ ਵਿਹਾਰ ਦੇਖਿਆ ਹੋਵੇ ਤਾਂ ਟੋਟਲੀ ਚੇਂਜ ਹੈ ਜੀ। ਸ਼ਾਇਦ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਾਰਨ ਆ ਵੀ ਆਪਾਂ ਜਦੋਂ ਇੱਕ ਪਾਰਟੀ ਦੀ ਡਿਸਪਲਿਨ ਦੀ ਗੱਲ ਕਰਦੇ ਹਾਂ, ਹੁਣ ਪਾਰਟੀ ਤੇ ਪਾਰਟੀ ਦਾ ਡਿਸਪਲਿਨ ਉਹਦੇ ਜਿਹੜੇ ਵੀ ਮੈਂਬਰ ਨੇ ਜਾਂ ਲੀਡਰ ਨੇ ਉਹਨਾਂ ਦੇ ਵਿਹਾਰ ਨੂੰ ਦਿਖਾਉਂਦਾ ਵੀ ਹਾਂਜੀ ਉਹ ਕਿਵੇਂ ਦਾ ਵਿਹਾਰ ਕਰੂਗਾ। ਵੀ ਜੇ ਮੰਨ ਲਓ ਉੱਪਰੋਂ ਮੰਨ ਲਓ ਕੰਮ ਟੈਟ ਆ ਵੀ ਵੀਰ ਜੋ ਅਸੀਂ ਕਿਹਾ ਉਹ ਕਰਨਾ, ਜੋ ਅਸੀਂ ਨਹੀਂ ਕਿਹਾ ਉਹ ਬਿਲਕੁਲ ਨਹੀਂ ਕਰਨਾ, ਫਿਰ ਤੇ ਅਗਲਾ ਰਹਿੰਦਾ ਟਿਕਾਣੇ। ਤੇ ਜਦੋਂ ਲੱਗਦਾ ਵੀ ਯਾਰ ਉੱਤੇ ਵੀ ਕੋਈ ਨਹੀਂ ਮੰਨਦਾ ਤੇ ਥੱਲੇ ਕੋਈ ਗੱਲ ਨਹੀਂ, ਦਾਗ ਦਿਓ ਬਿਆਨ, ਤੇ ਉਦੋਂ ਬਾਅਦ ਮੁੜ ਕੇ ਸਫਾਈਆਂ ਦਿੰਦੇ ਰਹੋ, ਉਹ ਕੰਮ ਆਪਾਂ ਦੇਖਦੇ ਰਹੇ ਹਾਂ। ਹੁਣ ਜਿੰਨੇ ਲੀਡਰ ਸਾਹਿਬਾਨ ਮੈਨੂੰ ਲੱਗਦਾ ਵੀ ਵੱਖ-ਵੱਖ ਪਾਰਟੀਆਂ ਜੋ ਬੀਜੇਪੀ 'ਚ ਗਏ ਨੇ, ਤੁਸੀਂ ਪਿਛਲੇ ਮਹੀਨਿਆਂ ਤੋਂ ਉਹਨਾਂ ਦੇ ਵਿਹਾਰ ਦਾ, ਉਹਨਾਂ ਦੇ ਬਿਆਨਾਂ ਦਾ ਆਪਣੇ ਆਪ ਹੀ ਐਨਾਲਿਸਿਸ ਕਰ ਲਓ, ਆਪਾਂ ਨੂੰ ਕਲੀਅਰ ਹੋ ਜਾਊਗਾ ਵੀ ਇਹਦਾ ਮਤਲਬ ਵੀ ਅਗਲੇ ਬੰਦੇ ਤਾਂ ਅਗਲੇ ਨੂੰ ਲੈਂਦੇ ਨੇ ਵੀ ਵੀਰ ਆਹ ਸਾਡੀ ਪਾਲਿਸੀ, ਆਹ ਸਾਡਾ ਡਿਸਪਲਿਨ ਹੈ, ਇਹਦੇ ਤੋਂ ਬਾਹਰ ਜਾ ਕੇ ਕੁਛ ਨਹੀਂ ਕਰਨਾ। ਐਂਡ ਮੈਨੂੰ ਲੱਗਦਾ ਵੀ ਉਹ ਜਦੋਂ ਅਗਲਾ ਬੰਦਾ ਕਹਿੰਦਾ ਜੀ ਮੈਂ ਤੁਹਾਡਾ, ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਤੂੰ ਸਾਡਾ ਤੇ ਫਿਰ ਆਪਾਂ ਤੇਰੇ, ਤੇ ਬਹੁਤੀ ਗੱਲ ਤੇ ਫਿਰ ਹੰਸਰਾਜ ਹੰਸਰਾਜ ਨੂੰ ਪੁੱਛ ਲਓ। ਲੈ ਦੱਸ, ਨਹੀਂ ਉਦਾਹਰਨਾਂ ਨੇ ਬੈਠੇ ਨੇ ਨਾ, ਜੇ ਪੰਜਾਬ 'ਚ ਉਹ ਕਿੱਥੇ ਛਾਲਾਂ ਵੱਜਦੀਆਂ ਰਹੀਆਂ ਤੇ ਕੁਛ ਵੀ ਨਹੀਂ ਵੱਟਿਆ ਗਿਆ, ਤਾਂ ਅੱਜ ਦੀ ਡੇਟ 'ਚ ਵੇਖ ਲਓ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਹੈਰਾਨ ਹੁੰਨਾ ਕਈ ਵਾਰੀ, ਕਾਂਗਰਸ ਪਾਰਟੀ ਨੂੰ ਨਾ ਇੱਕ ਚਿੰਤਨ ਹੋਰ ਕਰਨਾ ਚਾਹੀਦਾ, 5-7 ਦਿਨ ਲਈ ਚਿੰਤਨ ਕਰਨ ਕਿ ਕਿਹੜੀ ਗੱਲ ਕਿੱਥੇ ਕਿੱਦਾਂ ਕਹਿਣੀ ਆ। ਰਾਹੁਲ ਗਾਂਧੀ ਹੋਰੀ ਯੂਕੇ ਗਏ, ਮੇਰੇ ਕੋਲ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਕੋਈ ਉਹਨਾਂ ਨੇ ਰੱਖਿਆ ਸੀ ਪ੍ਰੋਗਰਾਮ, ਤੇ ਉੱਥੇ ਸਵਾਲਾਂ ਦੇ ਜਵਾਬ ਦਿੰਦੇ ਸੀ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸੰਜੀਦਗੀ ਦੇ ਨਾਲ ਲੈਣੀਆਂ ਚਾਹੀਦੀਆਂ। ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਫੈਸਲੇ ਹੋਣਗੇ ਜਾਂ ਭਾਜਪਾ ਦੇ ਫੈਸਲੇ ਹੋਣਗੇ, ਬੜੇ ਕਿੰਤੂ ਪ੍ਰੰਤੂ ਹੋਣਗੇ, ਪਰ ਜਦੋਂ ਤੁਸੀਂ ਦੇਸ਼ ਤੋਂ ਬਾਹਰ ਜਾਂਦੇ ਹੋ ਉਦੋਂ ਗੱਲ ਕਰਨ ਲੱਗੇ ਧਿਆਨ ਰੱਖਣਾ ਚਾਹੀਦਾ। ਬਹੁਤ ਸਾਰੇ ਸਵਾਲ ਕੀਤੇ ਜੀ ਕਾਂਗਰਸ ਤੁਹਾਡੀ ਕਿੱਥੇ, ਕਹਿੰਦੇ ਜੀ ਫੁੱਟ ਪਈ ਹੈ। ਠੀਕ ਹੈ, ਤੁਹਾਡੀ ਆਪਣੀ ਪਾਰਟੀ ਹੈ, ਤੁਸੀਂ ਕਹਿ ਸਕਦੇ ਹੋ। ਅਸੀਂ ਲੋਕਾਂ ਨਾਲ ਟੁੱਟ ਗਏ, ਠੀਕ ਹੈ। ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕਨਸੈਂਟਰੇਟ ਨਹੀਂ ਕਰ ਸਕੇ, ਠੀਕ ਹੈ, ਤੁਹਾਡੀ ਪਾਰਟੀ ਹੈ, ਤੁਸੀਂ ਕਹਿ ਸਕਦੇ ਹੋ। ਉੱਥੇ ਇੱਕ ਸਵਾਲ ਦਾ ਜਵਾਬ ਉਹਨਾਂ ਨੇ ਦਿੱਤਾ, ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਡੋਕਲਾਮ ਦੇ ਮੁੱਦੇ ਤੇ, ਤਿੱਬਤ ਵਾਲੇ ਮੁੱਦੇ ਤੇ, ਲਦਾਖ ਵਾਲੇ ਮੁੱਦੇ ਤੇ ਚੁੱਪ ਕਰਕੇ ਬੈਠੀ ਹੈ, ਚੀਨ ਤੋਂ ਡਰਦੀ ਹੈ, ਬੋਲਦੀ ਨਹੀਂ। ਤੇ ਐਗਜ਼ਾਮਪਲ ਪਤਾ ਕੀ ਦਿੱਤੀ? ਉਹ ਕਹਿੰਦੇ ਜੀ ਚੀਨ ਨੇ ਲਦਾਖ, ਜਿਹੜਾ ਕਿ ਭਾਰਤ ਦਾ ਹਿੱਸਾ ਹੈ, ਲੇਹ ਲਦਾਖ, ਉੱਥੇ ਯੂਕਰੇਨ ਵਰਗੇ ਹਾਲਾਤ ਪੈਦਾ ਕਰ ਦਿੱਤੇ ਜਿੱਦਾਂ ਦੇ ਰੂਸ ਨੇ ਯੂਕਰੇਨ ਦੇ ਵਿੱਚ ਕੀਤੇ ਆ। ਤੇ ਰੂਸ ਨੇ ਯੂਕਰੇਨ 'ਚ ਕੀ ਕੀਤਾ? ਰੂਸ ਨੇ ਤਾਂ ਯੂਕਰੇਨ ਦਾ ਇਲਾਕਾ ਦੱਬਿਆ, ਉੱਥੇ ਫੌਜ ਭੇਜੀ ਹੈ, ਉੱਥੇ ਤਾਂ ਕਤਲੋਗਾਰਤ ਦੀਆਂ ਖਬਰਾਂ ਆਉਂਦੀਆਂ, ਆਪਾਂ ਸਾਰਿਆਂ ਨੂੰ ਪਤਾ ਹੈ। ਅਸੀਂ ਨਹੀਂ ਕਹਿੰਦੇ, ਬਹੁਤ ਵਾਰੀ ਚੀਨ ਭਾਰਤ ਦੇ ਇਲਾਕੇ 'ਚ ਆਉਂਦਾ, ਦੱਬਦਾ, ਸਾਡੇ ਫੌਜੀਆਂ ਦੇ ਨਾਲ ਝੜਪ ਹੋਈ ਗਲਵਾਨ ਘਾਟੀ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਨੇ ਤਾਂ 50-60 ਸਾਲ ਪਹਿਲਾਂ ਤਾਂ ਸਾਡਾ ਇਲਾਕਾ ਦੱਬਿਆ, ਅੱਜ ਤੱਕ ਨਹੀਂ ਦਿੱਤਾ। ਉਹ ਜਿਹੜੀ ਰੇਖਾ ਅਜੇ ਤੱਕ ਵੀ, ਮੈਕਮੋਹਨ ਰੇਖਾ ਪਤਾ ਨਹੀਂ ਕਿਹੜੀ ਹੈ ਉਹ ਅਜੇ ਤੱਕ ਵੀ ਉਹਦਾ ਰੌਲਾ ਰੱਪਾ ਜਿਹਾ ਪਈ ਜਾਂਦਾ ਹੈ। ਬੜੀ ਵਾਰੀ ਜਿਹੜੇ ਉਹ ਚਾਰਨ ਜਾਂਦੇ ਨੇ ਪਸ਼ੂ, ਉਹ ਦੱਸਦੇ ਆ ਕਿ ਭਾਈ ਉਹ ਆਏ ਬੈਠੇ ਉੱਥੇ ਜਾ ਕੇ ਦੇਖੋ। ਜਾਣੀ ਇੱਕ ਵਾਰ ਨਹੀਂ, ਹਜ਼ਾਰਾਂ ਵਾਰ ਇਹ ਮੁੱਦਾ ਉੱਠਦਾ ਹੈ। ਪਰ ਤੁਸੀਂ ਦੂਸਰੇ ਦੇਸ਼ 'ਚ ਜਾਂਦੇ ਹੋ, ਦੂਸਰੇ ਦੇਸ਼ ਦੇ ਵਿੱਚ ਜਾ ਕੇ ਆਪਦੇ ਦੇਸ਼ ਦੇ ਬਾਰੇ ਇਹ ਕਹਿੰਦੇ ਹੋ ਕਿ ਸਾਡੀ ਸਰਕਾਰ ਇਹਦੇ ਬਾਬਤ ਨਹੀਂ ਬੋਲਦੀ। ਉੱਥੇ ਯੂਕਰੇਨ ਤੇ ਰੂਸ ਵਰਗੇ ਹਾਲਾਤ ਪੈਦਾ ਹੋਏ ਆ। ਰਾਹੁਲ ਗਾਂਧੀ ਜੀ, ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਕਾਂਗਰਸ ਪਾਰਟੀ ਦੇ ਸਭ ਤੋਂ ਤਾਕਤਵਰ ਨੇਤਾ ਹੋ, ਤੁਹਾਡੇ ਕੋਲੇ ਅਧਿਕਾਰ ਨੇ, ਉਹ ਸਿੱਧੇ ਜਾਂ ਸਿੱਧੇ ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਹਾਡੇ ਖਾਨਦਾਨ ਦੇ ਵਿੱਚੋਂ ਬੜੇ ਬੰਦੇ ਪ੍ਰਧਾਨ ਮੰਤਰੀ ਰਹੇ ਨੇ, ਤੁਸੀਂ ਪ੍ਰਧਾਨ ਮੰਤਰੀ ਬਣਾਉਂਦੇ ਰਹੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਚੱਜ ਦਾ ਕੰਮ ਇਸ ਮੁੱਦੇ ਤੇ ਨਹੀਂ ਕਰ ਰਹੀ, ਭਾਰਤ ਦੇ ਵਿੱਚ ਐਜ਼ ਏ ਮੈਂਬਰ ਪਾਰਲੀਮੈਂਟ ਤੁਹਾਡੇ ਕੋਲ ਕੋਈ ਅਧਿਕਾਰ ਹੋਏਗਾ, ਤੁਸੀਂ ਸਪੀਕਰ ਸਾਹਿਬ ਨੂੰ ਕੋਈ ਚਿੱਠੀ ਲਿਖੋ, ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ, ਰੱਖਿਆ ਮੰਤਰੀ ਸਾਹਿਬ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ ਇਕੱਲੇ ਇਸੇ ਮੁੱਦੇ ਤੇ ਮਿਲੋ ਕਿ ਭਾਈ ਆਹ ਕੰਮ ਹੋ ਰਿਹਾ। ਕਿਉਂਕਿ ਮਸਲਾ ਇਹ ਨਹੀਂ ਹੈ ਕਿ ਕੇਂਦਰ ਕੁਝ ਨਹੀਂ ਕਰ ਰਹੀ, ਮਸਲਾ ਇਹ ਕਿ ਹੋਊਗਾ ਕਿੱਦਾਂ। ਅਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਤਾਂ ਅੰਦਰੂਨੀ ਤੌਰ ਤੇ ਕਰ ਸਕਦੇ ਹਾਂ, ਨਾ ਬਾਹਰੀ ਤੌਰ ਤੇ ਕਰ ਸਕਦੇ ਹਾਂ। ਆਪਣੀ ਪਾਰਟੀ ਤੁਹਾਡੇ ਤੋਂ ਸੰਭਲਦੀ ਨਹੀਂ, ਤੁਸੀਂ ਰੂਸ ਤੇ ਯੂਕਰੇਨ ਦੀ ਐਗਜ਼ਾਮਪਲ ਦੇਈ ਜਾਂਦੇ ਹੋ। ਉਹ ਭਾਈ ਦੇਸ਼ ਲਈ ਜੋ ਚੰਗਾ ਪ੍ਰੈਕਟੀਕਲੀ ਜ਼ਮੀਨੀ ਪੱਧਰ ਤੇ ਉੱਪਰ ਆ ਕੇ ਕਰੋ। ਲੋਕੀ ਵੀ ਵੀਡੀਓ ਬਣਾ ਬਾਹਰ ਕੱਢਦੇ ਰਹਿੰਦੇ ਆ। ਇਹ ਮੁਸ਼ਕਲ ਇਹ ਆ ਵਾਟ ਸਾਹਿਬ ਕਿ ਵੀ ਅੱਜ ਕੱਲ ਜਿਹੜੀ ਸਿਆਸਤ ਇਹ ਬਣ ਗਈ ਨਾ ਵੀ ਬਿਆਨ ਦਿਓ, ਉਸ ਤੋਂ ਬਾਅਦ ਚਰਚਾ 'ਚ ਆਓ ਤੇ ਫਿਰ ਫੁਰ ਹੋ ਜਾਓ ਜੀ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਗੱਲ ਮਾੜੀ ਹੈ ਵੀ ਜਾਂ ਤੇ ਆਪਾਂ ਇਹ ਦੇਖੀਏ ਵੀ ਯਾਰ ਇਹ ਧਰਤੀ ਹੈ, ਇਹ ਦੇਸ਼ ਹੈ, ਜੇ ਇਸ ਦੇਸ਼ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਆਪਾਂ ਉੱਪਰਲੀਆਂ ਸਿਖਰਲੀਆਂ 5-4 ਕੁਰਸੀਆਂ ਤੇ ਰਹਿਣਾ ਬਹਿਣਾ, ਉਹਨਾਂ ਕੁਰਸੀਆਂ ਤੇ ਰਹਿਣ ਬਹਿਣ ਦੇ ਨਾਲ ਇਹ ਨਹੀਂ ਆ ਵੀ ਇਕੱਲੀ ਇਸੇ ਚੀਜ਼ ਦੀ ਫੀਲਿੰਗ ਹੈ ਵੀ ਮੇਰਾ ਰਾਜ ਭਾਗ ਗਿਆ ਜੀ। ਫੀਲਿੰਗ ਨਾਲ ਦੀ ਨਾਲ ਜ਼ਿੰਮੇਵਾਰੀ ਦੀ ਵੀ ਹੈ। ਹੁਣੇ ਮੈਂ ਜਦੋਂ ਉਦਾਹਰਨ ਦਿੱਤੀ ਵੀ 1 ਅਰਬ 35-36 ਕਰੋੜ ਦਾ ਮੁਲਕ ਆ,
ਉਹ ਲੋਕ ਵਿਚਾਰੇ ਉਹਨਾਂ ਵਾਲੀ ਦੇਖਦੇ ਆ। ਜੇ 3 ਟਾਈਮ ਉਹਨਾਂ ਰੋਟੀ ਖਾਣੀ ਆ, ਜੇ ਮਿਲਣੀ ਆ, ਉਹਦੀਆਂ ਪਾਲਿਸੀਆਂ ਬਣਾਉਣੀਆਂ ਪੈਣੀਆਂ। ਜੇ ਉਸ ਤੋਂ ਬਾਅਦ ਉਹਨਾਂ ਨੇ ਭੁੱਖੇ ਮਰਨਾ ਤੇ ਤਾਂ ਵੀ ਤੁਹਾਡੀਆਂ ਪਾਲਿਸੀਆਂ ਦੇ ਕਰਕੇ ਬਣਨਾ। ਆਪਾਂ ਰੋਜ਼ ਮੇਰੇ ਖਿਆਲ ਨਾਲ ਸ਼੍ਰੀਲੰਕਾ ਦੀ ਉਦਾਹਰਨ ਦੇਣ ਬਹਿ ਜਾਂਦੇ ਹਾਂ। ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਇਹ ਸਭ ਤੋਂ ਪਹਿਲ ਹੋਣੀ ਚਾਹੀਦੀ ਆ ਵੀ ਯਾਰ ਦੇਸ਼ ਪਹਿਲਾਂ, ਉਹਦੇ ਲਈ ਕੀ ਚੰਗਾ ਕੀ ਮਾੜਾ ਉਹ ਪਹਿਲਾਂ। ਕਿਉਂਕਿ ਜੇ ਉਹ ਰਹੂਗਾ ਤੇ ਅੱਜ ਤੋਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 4 ਸਾਲ ਬਾਅਦ ਤੁਸੀਂ ਇਹ ਸੋਚ ਸਕਦੇ ਆ ਵੀ ਉੱਪਰਲੀ ਕੁਰਸੀ ਤੇ ਮੈਂ ਜਾ ਸਕਦਾ। ਹਾਂ, ਜੇ ਤੁਸੀਂ ਉਹੀ ਨਾ ਰਹਿਣ ਦਿੱਤਾ ਤੇ ਉਹਦੇ ਬਾਅਦ ਅਗਲੇ ਕੁਰਸੀ ਵੀ ਚੁੱਕ ਕੇ ਲੈਣੀ, ਫਿਰ ਲੱਭਦੇ ਰਹੋ। ਨਹੀਂ, ਸਭ ਕੁਝ ਚੁੱਕ ਕੇ ਲੈ ਜਾਣਾ ਜੀ। ਇਹ ਤਾਂ ਥੋੜਾ ਜਿਹਾ ਵਿਚਾਰਨਾ ਪਊਗਾ ਇਹਨਾਂ ਨੂੰ, ਕਿਉਂਕਿ ਅਜੇ ਤੱਕ ਵੀ ਕਾਂਗਰਸ ਪਾਰਟੀ ਉਸ ਰਾਹ ਤੇ ਨਹੀਂ ਤੁਰੀ ਜਿਹੜਾ ਰਾਹ ਠੀਕ ਤਰੀਕੇ ਦੇ ਨਾਲ ਇਹਨਾਂ ਨੂੰ, ਦੇਸ਼ ਨੂੰ, ਸਾਰਿਆਂ ਨੂੰ ਸੰਭਾਲ ਸਕਦਾ ਜਾਂ ਸੰਭਾਲਣ ਦੀ ਕੋਸ਼ਿਸ਼ ਕਰ ਸਕਦਾ। ਹੁਣ ਸੰਧਾਲੀਆ ਸਾਹਿਬ, ਇੱਕ ਬਹੁਤ ਵੱਡੀ ਚਰਚਾ ਵਿਰੋਧੀ ਧਿਰਾਂ ਨੇ ਵੀ ਇਸ ਮੁੱਦੇ ਦੇ ਉੱਤੇ ਨੂੰ ਕਾਫੀ ਚੱਕਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਸੀ ਕਿ ਅਸੀਂ 1700 ਦੇ ਕਰੀਬ ਸੇਵਾ ਮੁਕਤ ਪਟਵਾਰੀ ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਹੋਵੇ ਉਹਨਾਂ ਨੂੰ 2 ਸਾਲ ਦੇ ਲਈ ਭਰਤੀ ਕਰਾਂਗੇ। ਮੇਰੇ ਖਿਆਲ 25,000 ਰੁਪਇਆ ਉੱਕਾ ਪੁੱਕਾ ਦੇਣਾ ਹੈ। ਪੁਰਾਣੇ ਬਿਆਨ ਕੱਢ ਕੇ ਲਿਆਂਦੇ ਬਾਹਰ ਕਿ ਪਿਛਲੇ ਵਾਰ ਸਮੇਂ ਦੇ ਵਿੱਚ ਜਦੋਂ ਕਦੇ ਸੇਵਾ ਮੁਕਤ ਲੋਕਾਂ ਨੂੰ ਦੁਬਾਰਾ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਨੌਜਵਾਨਾਂ ਦਾ ਹੱਕ ਮਾਰ ਰਹੇ ਆ, ਇਦਾਂ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਤਾਂ ਪੈਨਸ਼ਨ ਮਿਲਦੀ ਆ, ਨਵੇਂ ਮੁੰਡਿਆਂ ਨੌਕਰੀ ਦਿਓ, ਕੁੜੀਆਂ ਨੌਕਰੀ ਦਿਓ। ਬਹੁਤ ਵਧੀਆ ਗੱਲ ਹੈ, ਪ੍ਰੈਕਟੀਕਲੀ ਹੋਣਾ ਵੀ ਇਹੀ ਚਾਹੀਦਾ, ਕਿਉਂਕਿ ਜੇ 2 ਸਾਲ ਵੀ ਆ ਕਿੰਨੇ ਬੰਦੇ ਓਵਰੇਜ ਹੋ ਜਾਣੇ ਆ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਫੈਸਲਾ ਕਰ ਲਿਆ ਕਿ ਅਸੀਂ ਸੇਵਾ ਮੁਕਤ ਪਟਵਾਰੀਆਂ ਨੂੰ ਭਰਤੀ ਕਰਨਾ ਹੈ, ਤਾਂ ਵਿਰੋਧੀਆਂ ਨੇ ਚੱਕ ਲਓ ਕਰਨੀ ਬਣਦੀ ਵੀ ਆ। ਜਦ ਇਹ ਕਰਦੇ ਰਹੋ ਕਿਉਂ ਨਾ ਕਰਨ। ਤੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਾਹਿਬ ਜਿਨ੍ਹਾਂ ਦੇ ਕੋਲੇ ਡਿਪਾਰਟਮੈਂਟ ਹੈ, ਉਹ ਵਿਭਾਗ ਹੈ, ਪੋਰਟਫੋਲੀਓ, ਉਹ ਕਹਿੰਦੇ ਜੀ ਦੇਖੋ ਗੱਲ ਇਦਾਂ। ਉਹਨਾਂ ਨੂੰ ਪੁੱਛਿਆ ਕਿ ਭਾਈ ਦੱਸੋ ਨੌਜਵਾਨਾਂ ਦਾ ਹੱਕ ਕਿਉਂ ਮਾਰ ਰਹੇ? ਉਹ ਕਹਿੰਦੇ ਜੀ ਨਹੀਂ, ਅਸੀਂ 1000 ਤੋਂ ਵੱਧ ਜਿਹੜੇ ਨਵੇਂ ਪਟਵਾਰੀ ਭਰਤੀ ਮੁੰਡੇ ਕੁੜੀਆਂ ਉਹਨਾਂ ਨੂੰ ਐਸੇ ਮਹੀਨੇ ਨਿਯੁਕਤੀ ਪੱਤਰ ਦੇ ਰਹੇ ਹਾਂ। ਅਸੀਂ 800 ਪਟਵਾਰੀ ਹੋਰ ਭਰਤੀ ਕਰ ਰਹੇ ਹਾਂ ਨਵਿਆਂ ਦੇ ਵਿੱਚੋਂ ਟੈਸਟ ਲੈ ਕੇ, 1900 ਦੇ ਕਰੀਬ ਹੋ ਗਿਆ। ਮੈਨੂੰ ਲੱਗਦਾ ਕਿ ਫਿਰ ਵੀ ਅਸਾਮੀਆਂ ਖਾਲੀ ਹੋਣਗੀਆਂ, ਤੁਸੀਂ 1000-1500 ਹੋਰ ਭਰੋ। ਉਹਨਾਂ ਨੂੰ ਪੁੱਛਿਆ ਜੀ ਪੁਰਾਣੇ ਕਿਉਂ ਰੱਖੇ, ਹੁਣ ਕਿਉਂ ਨਹੀਂ ਭਰਤੀ ਕੀਤੀ? ਉਹ ਕਹਿੰਦੇ ਜੀ ਗੱਲ ਇਹ ਹੈ, ਇਹ ਕੰਮ ਸੁਖਾਲਾ ਨਹੀਂ। ਜਿਹੜੇ ਅੱਜ ਵੀ ਬੰਦੇ ਭਰਤੀ ਹੋਣੇ, ਨਿਯੁਕਤੀ ਪੱਤਰ ਮਿਲਣੇ ਆ, 1.5 ਸਾਲ ਉਹਨਾਂ ਦਾ ਟ੍ਰੇਨਿੰਗ ਪੀਰੀਅਡ ਹੋਣਾ। ਜਿਹੜੇ ਅਜੇ ਅਸੀਂ 2-4 ਮਹੀਨਿਆਂ ਨੂੰ ਭਰਤੀ ਕਰਾਂਗੇ, 1.5 ਸਾਲ ਉਹਨਾਂ ਦਾ ਟ੍ਰੇਨਿੰਗ ਪੀਰੀਅਡ ਹੋਣਾ। ਇਸ ਕਰਕੇ ਉਹ 1.5 ਸਾਲ ਜਿੰਨਾ ਕੰਮ ਉਲਝਿਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਟਵਾਰ ਯੂਨੀਅਨ ਜਿਹੜੀ ਹੈ ਉਹ ਧਰਨੇ ਪ੍ਰਦਰਸ਼ਨ ਕਰਦੀ ਹੁੰਦੀ ਸੀ ਕਿ ਸਾਡੇ ਕੋਲ ਇੱਕ ਪਟਵਾਰੀ ਕੋਲ 3 ਪਟਵਾਰੀਆਂ ਦਾ ਕੰਮ ਹੈ, ਅਸੀਂ ਨਹੀਂ ਕਰ ਸਕਦੇ, ਸਾਨੂੰ ਪ੍ਰਾਈਵੇਟ ਬੰਦੇ ਰੱਖਣੇ ਪੈਂਦੇ ਆ, ਪਟਵਾਰੀਆਂ ਦੀ ਗਿਣਤੀ ਪੂਰੀ ਕਰੋ। ਉਹ ਕਹਿੰਦੇ ਜੀ ਆਰਜੀ ਤੌਰ ਦੇ ਉੱਤੇ ਜਦੋਂ ਤੱਕ ਨਵੇਂ ਅਸੀਂ ਭਰਤੀ ਕਰਦੇ ਆ ਉਹਨਾਂ ਦੀ ਟ੍ਰੇਨਿੰਗ ਪੂਰੀ ਨਹੀਂ ਹੁੰਦੀ, ਕੰਮ ਜਿਹੜੇ ਲੋਕਾਂ ਦੇ ਵੇਲੇ ਸਿਰ ਹੋਣ, ਕਿਸੇ ਨੇ ਸਰਟੀਫਿਕੇਟ ਕਢਾਉਣਾ, ਕਿਸੇ ਨੇ ਫਰਦ ਲੈਣੀ ਹੈ, ਕਿਸੇ ਨੇ ਬੰਨਾ ਕਢਾਉਣਾ ਹੈ, ਕਿਸੇ ਨੇ ਨਿਸ਼ਾਨਦੇਹੀ ਕਰਨੀ, ਕੁਝ ਵੀ ਹੈ, ਉਹ ਸਾਰਾ ਕੁਝ ਵੇਲੇ ਸਿਰ ਹੋ ਸਕੇ। ਅਸੀਂ ਸਿਰਫ ਆਰਜੀ ਤੌਰ ਦੇ ਉੱਤੇ ਪੁਰਾਣੇ ਪਟਵਾਰੀ ਰੱਖ ਰਹੇ ਹਾਂ, ਨਵਿਆਂ ਦੀ ਭਰਤੀ ਕਰਾਂਗੇ, ਪਰ ਉਹ ਕੱਲਾ 1900 ਨਾ ਹੋਵੇ, 19 3800 ਹੋਵੇ, ਨਹੀਂ ਤਾਂ ਵਿਰੋਧੀ ਪਾਰਟੀਆਂ ਦੀ ਚੱਕਲਾ ਕਰਨੀਆਂ, ਨੌਜਵਾਨ ਔਖੇ ਭਾਰੇ ਹੋਣਗੇ। ਨਹੀਂ, ਇਹ ਐਕਸਕਿਊਜ਼ ਇੱਕ ਅੱਧੀ ਵਾਰ ਤੇ ਚੱਲ ਸਕਦਾ, ਜ਼ਿਆਦਾ ਵਾਰ ਨਹੀਂ ਚੱਲ ਸਕਦਾ, ਜ਼ਿਆਦਾ ਵਾਰ ਨਹੀਂ ਚੱਲ ਸਕਦਾ, ਕਿਉਂਕਿ ਜੇ ਇਸ ਚੀਜ਼ ਦੀ ਰੂਟੀਨ ਬਣ ਗਈ ਕਿ ਹਾਂਜੀ ਫਲਾਣੇ ਮਹਿਕਮੇ 'ਚ ਵੀ ਪੁਰਾਣਾ ਬੰਦਾ ਲੈ ਆਓ ਜੀ, ਫਲਾਣੇ 'ਚ ਵੀ ਲੈ ਆਓ, ਉਸ ਤੋਂ ਬਾਅਦ ਕੋਈ ਗੱਲ ਨਹੀਂ ਜੀ ਪਹਿਲਾਂ 1.5 ਸਾਲ ਲਈ ਸੀ, ਨਹੀਂ ਜੀ ਸਾਲ ਕੁ ਲਈ ਹੋਰ ਵਧਾ ਦਿਓ, ਐਕਸਟੈਂਸ਼ਨ ਦੇ ਦਿਓ, ਉਹ ਗੱਲ ਠੀਕ ਨਹੀਂ, ਉਹ ਨਹੀਂ ਕੰਮ ਹੋਣਾ ਚਾਹੀਦਾ। ਤੁਰੰਤ ਭਰਤੀ ਕਰੋ ਜਿਹੜੇ ਬੈਠੇ ਨੇ, ਜਿਹੜੇ ਕਰਨ ਦੀ ਲੋੜ ਆ ਉਹ ਉਸ ਪਾਸੇ ਜੇ ਸਰਕਾਰ ਤੁਰ ਪਏ ਤੇ ਵਧੀਆ ਗੱਲ ਆ। ਦੂਜੀ ਗੱਲ ਬਾਠ ਸਾਹਿਬ, ਆਪਾਂ ਕੱਲ੍ਹ ਜ਼ਿਕਰ ਕਰਦੇ ਸੀ ਵੀ ਯਾਰ ਸਿੱਧੂ ਸਾਹਿਬ ਅੰਦਰ ਗਏ ਆ ਤੇ ਖਬਰਾਂ ਆਉਣੀਆਂ ਜੀ ਉਹਨਾਂ ਨੇ ਫਿਰ ਦਾਲ ਖਾਧੀ ਕਿ ਨਹੀਂ ਖਾਧੀ, ਰੋਟੀ ਖਾਧੀ ਕਿ ਨਹੀਂ ਖਾਧੀ, ਤੇ ਖਬਰਾਂ ਆਈਆਂ ਵੀ ਉਹ ਕਹਿੰਦੇ ਵੀ ਦਾਲ ਰੋਟੀ ਉਹਨਾਂ ਨੇ ਨਹੀਂ ਖਾਧੀ, ਕਿਉਂਕਿ ਹਵਾਲਾ ਉਹਨੂੰ ਦਿੱਤਾ ਸਿਹਤ ਦਾ ਤੇ ਕਣਕ ਤੋਂ ਅਲਰਜੀ ਦਾ ਜੀ। ਸੋ ਇਸ ਕਰਕੇ ਉਹ ਕਹਿੰਦੇ ਵੀ ਉਹ ਥੋੜ੍ਹਾ ਜਿਹਾ ਔਖਾ ਮਹਾਰਾਜ, ਇਹਦਾ ਕੋਈ ਨਾ ਕੋਈ ਹੱਲ ਚਾਹੀਦਾ। ਪਰ ਹਾਂ, ਇੱਕ ਗੱਲ ਜਿਹੜੀ ਚਰਚਾ 'ਚ ਹੈ ਉਹ ਇਹ ਹੈ ਕਿ ਵੀ 1 ਸਾਲ ਦੇ ਲਈ ਉਹਨਾਂ ਨੂੰ ਸਜ਼ਾ ਮਿਲੀ ਹੈ, ਪਰ ਸ਼ਾਇਦ 8 ਮਹੀਨਿਆਂ ਦੇ ਵਿੱਚ ਉਹ ਬਾਹਰ ਆ ਸਕਦੇ ਹੈ। ਦੇਖੋ ਸੰਧਾਲੀਆ ਸਾਹਿਬ, ਉਹਨਾਂ ਨੇ ਕੀ ਖਾਣਾ ਕੀ ਨਹੀਂ ਖਾਣਾ, ਜੇਲ੍ਹ ਮੈਨੂਅਲ ਕੀ ਕਹਿੰਦਾ, ਕੀ ਸਹੂਲਤ ਮਿਲ ਸਕਦੀ ਹੈ, ਛੋਟ ਮੈਡੀਕਲ ਆਧਾਰ ਤੇ ਕੀ ਮਿਲ ਸਕਦੀ ਹੈ, ਉਹ ਕਾਨੂੰਨ ਨੂੰ ਸਮਝਣ ਵਾਲੇ ਨਿਯਮਾਂ ਵਾਲੇ ਬੰਦੇ ਜਾਣਨ। ਪਰ ਮੰਨਿਆ ਜਾ ਰਿਹਾ ਕਿ ਜੇ ਕਿਉਂਕਿ 8 ਘੰਟੇ ਕੰਮ ਕਰਨਾ ਪਊਗਾ ਉਹਨਾਂ ਨੂੰ ਐਜ਼ ਇੱਕ ਕੈਦੀ ਦੇ ਤੌਰ ਤੇ ਜੇ ਉਹ ਲਗਾਤਾਰ ਕੰਮ ਕਰਦੇ ਆ ਤਾਂ ਕਹਿੰਦੇ 40-48 ਦਿਨ ਉਹਨਾਂ ਨੂੰ ਫਿਰ ਕੁੱਲ ਸਜ਼ਾ ਦੇ ਵਿੱਚੋਂ ਛੂਟ ਮਿਲ ਸਕਦੀ ਹੈ। ਜੇ ਉਹ ਅਨੁਸ਼ਾਸਨ 'ਚ ਰਹਿੰਦੇ ਆ, ਡਿਸਿਪਲਿਨ 'ਚ ਰਹਿੰਦੇ ਆ, ਵੇਲੇ ਸਿਰ ਸੌਂਦੇ ਆ, ਵੇਲੇ ਸਿਰ ਉੱਠਦੇ ਆ, ਠੀਕ ਕੰਮ ਕਰਦੇ ਆ, ਮਹੀਨੇ ਕੁ ਦੀ ਸਜ਼ਾ ਕਹਿੰਦੇ ਫਿਰ ਜਿਹੜੇ ਸੁਪਰਡੈਂਟ ਸਾਹਿਬ ਵੀ ਘਟਾ ਸਕਦੇ ਹੁੰਦੇ, ਜਿਹਨਾਂ ਨੂੰ ਲੱਗੇ ਕਿ ਚਾਲ ਚੱਲਣ ਸਾਰਾ ਕੁਝ ਠੀਕ ਹੈ। ਡੀਜੀਪੀ ਤੇ ਏਡੀਜੀਪੀ ਰੈਂਕ ਦੇ ਅਧਿਕਾਰੀ, ਉਹ ਵੈਸੇ ਸਿਆਸੀ ਪੋਲੀਟੀਕਲੀ ਕਰੈਕਟ ਹੋਣਾ ਬਹੁਤ ਜ਼ਰੂਰੀ ਆ ਉੱਥੇ, ਕਿ ਜੇ ਸਰਕਾਰ ਵੀ ਚਾਹੇ ਮਹੀਨਾ 1.5 ਮਹੀਨਾ ਕਹਿੰਦੇ ਉਹਨਾਂ ਦੇ ਹੱਥ ਵੱਸ ਵੀ ਹੁੰਦਾ ਤੇ ਬਹੁਤਿਆਂ ਨੂੰ ਛੋਟ ਮਿਲਦੀ ਵੀ ਹੈ। ਇਹ ਨਹੀਂ ਕਿ ਇਹਨਾਂ ਨੂੰ ਇਕੱਲਿਆਂ ਨੂੰ ਮਿਲਣੀ ਹੈ। ਫਿਰ 1 ਸਾਲ ਦਾ ਕੰਮ ਜਿਹੜਾ ਉਹ 8 ਮਹੀਨਿਆਂ ਦੇ ਵਿੱਚ ਜਿਹੜਾ ਨਿਬੜ ਸਕਦਾ, 33% ਹੋ ਗਈ ਤਕਰੀਬਨ, 33% ਸਜ਼ਾ। ਇਹ ਜੇ ਭਵਿੱਖ ਤੇ ਨਿਰਭਰ ਕਰਦਾ, ਪਰ ਇਹ ਗੱਲਾਂ ਬਾਤਾਂ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ, ਹਾਂ ਉਹ ਖਬਰਾਂ ਆਉਣ ਲੱਗ ਪਈਆਂ ਜੀ ਉਹਨਾਂ ਨੇ ਆਹ ਖਾਧਾ, ਆਹ ਨਹੀਂ ਖਾਧਾ, ਇੱਦਾਂ ਹੋਣੀ ਤੇ ਉੱਦਾਂ ਹੋਣੀ। ਨਹੀਂ, ਪਰ ਚਲੋ ਇੱਕ ਗੱਲ ਤਾਂ ਹੈਗੀ ਹੈ ਵੀ ਇਹ ਸਾਰੇ ਕੁਛ ਦੇ ਦੌਰਾਨ ਉਹ ਜਿਹੜਾ ਕਿਊਰੇਟਿਵ ਪਟੀਸ਼ਨ ਵਾਲਾ ਰਾਹ ਹੈ ਉਹ ਵੀ ਉਹਨਾਂ ਕੋਲੇ ਖੁੱਲ੍ਹਾ। ਹੁਣ ਉਹ ਕਦੋਂ ਪੈਂਦੀ ਆ, ਉਸ ਤੋਂ ਬਾਅਦ ਉਹ ਐਕਸੈਪਟ ਹੁੰਦੀ ਆ, ਉਹਦੇ 'ਤੇ ਕਿੰਨਾ ਟਾਈਮ ਲੱਗਦਾ, ਉਹਦੇ 'ਤੇ ਬਾਅਦ ਕੀ ਫੈਸਲਾ ਆਉਂਦਾ, ਉਹ ਵੀ ਮੇਰੇ ਖਿਆਲ ਨਾਲ ਜੇ ਭਵਿੱਖ ਦੀ ਬੁੱਕਲ ਦੇ ਵਿੱਚ ਆ,
ਉਹ ਇਹ ਮੇਨ ਟਾਈਮ ਕਿਤੇ ਹੋ ਜਵੇ ਫਿਰ ਸਾਰਾ ਕੁਝ ਕਲੀਅਰ ਹੋ ਜਾਊਗਾ। ਪਰ ਉਨੀ ਦੇਰ ਤੱਕ ਹੁਣ ਦੀਆਂ ਖਬਰਾਂ ਤਾਂ ਇਹੀ ਆਉਂਦੀਆਂ ਕਿ ਵੀ ਉਹ ਵੀ ਜੇਲ੍ਹ 'ਚ ਨੇ ਤੇ ਸਮਾਂ ਉਹਨਾਂ ਕੋਲ 1 ਸਾਲ ਦਾ। ਬਿਲਕੁਲ ਸੰਧਾਲੀਆ ਸਾਹਿਬ, ਤੇ ਇੱਕ ਗੱਲ ਜਿਹੜੀ ਪਿੱਛੇ ਪਟਵਾਰੀਆਂ ਦੀ ਭਰਤੀ 'ਚ ਰਹਿ ਗਈ ਸੀ, ਬਹੁਤ ਸਾਰੇ ਨੌਜਵਾਨ ਵੇਟਿੰਗ ਲਿਸਟ ਦੇ ਵਿੱਚ ਨੇ। ਮੰਨ ਲਓ ਕਿ 100 ਨੰਬਰ ਦਾ ਪੇਪਰ ਸੀ, ਐਗਜ਼ਾਮਪਲ ਦੇ ਰਿਹਾ ਉਦਾਹਰਨ, 70 ਰੱਖੇ ਸੀ ਪਾਸ ਹੋਣ ਲਈ, ਕਿਸੇ ਦੇ 69 ਨੇ, ਕਿਸੇ ਦੇ 68 ਨੇ, ਕਿਸੇ ਦੇ 67 ਨੇ, ਤੇ ਉਹ ਕਹਿੰਦੇ ਜੀ ਕਿ ਅਸੀਂ ਵੀ ਯੋਗ ਹੀ ਹਾਂ ਕਿਉਂਕਿ ਉੱਪਰਲੇ ਚੱਕਣੇ ਸੀ, ਅਸੀਂ ਵੀ ਫੇਲ ਨਹੀਂ ਹੈਗੇ, ਅਸੀਂ ਕਹਿੰਦੇ ਕਿ ਉਹਨਾਂ ਦੀ ਭਰਤੀ ਵੀ ਨਾਲ ਹੀ ਸ਼ੁਰੂ ਕਰ ਦਿਓ ਕਿਉਂਕਿ 1.5 ਸਾਲ ਮੁੜ ਕੇ ਟ੍ਰੇਨਿੰਗ ਨੂੰ ਵੀ ਲੱਗਣਾ ਹੈ ਤੇ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਪੈਸੇ ਬਹੁਤ ਘੱਟ ਦੇਣੇ ਪੈਂਦੇ ਆ ਸਰਕਾਰ ਨੂੰ। ਸੋ ਉਹਨਾਂ ਦਾ ਵੀ ਕੰਮ ਹੁਣੇ ਹੀ ਸ਼ੁਰੂ ਕਰ ਦਿਓ। ਜਿਹੜੇ ਵੇਟਿੰਗ ਦੇ ਵਿੱਚ ਨੇ ਹੈਗੇ ਤਾਂ ਯੋਗ ਹੀ ਹੈ, ਪੇਪਰ ਪਾਸ ਤਾਂ ਉਹਨਾਂ ਨੇ ਕੀਤਾ ਹੀ ਹੋਣਾ, ਸਾਰਾ ਕੁਝ ਕਲੀਅਰ ਹੋ ਜਾਵੇ ਤਾਂ ਜੋ ਆ ਰੌਲਾ ਰੱਪਾ ਜਿਹੜਾ ਪੈਂਦਾ ਉਹ ਨਾ ਪਵੇ ਤੇ ਬਾਕੀ ਭਰਤੀਆਂ ਵੀ ਤੁਰੰਤ ਮੁਕੰਮਲ ਹੋਣ। ਹਾਂ, ਇੱਕ WhatsApp ਜ਼ਿਕਰ ਕਰ ਲਈਏ, ਜਥੇਦਾਰ ਤੋਤਾ ਸਿੰਘ ਹੋਰੀ ਦੁਨੀਆ ਤੋਂ ਚਲੇ ਗਏ। ਬਜ਼ੁਰਗ ਅਕਾਲੀ ਲੀਡਰ ਸੀ, ਕਾਫੀ ਸਮਾਂ ਉਹਨਾਂ ਨੇ ਦੇਖੋ ਅਕਾਲੀ ਦਲ ਦੇ ਵਿੱਚ ਰਹਿ ਕੇ ਕਹਿ ਲਓ ਕਿ ਪੰਜਾਬ ਦੀ ਵੀ ਸੇਵਾ ਕੀਤੀ, ਸਿੱਖਿਆ ਮੰਤਰੀ ਵੀ ਰਹੇ, ਲੰਮੇ ਸਮੇਂ ਤੋਂ ਬਿਮਾਰ ਸੀਗੇ, ਸੋ ਬਿਮਾਰੀ ਕਰਕੇ ਦੁਨੀਆ ਤੋਂ ਚੱਲ ਵਸੇ। ਦੇਖੋ ਸੰਧਾਲੀਆ ਸਾਹਿਬ, ਪਿਛਲੀਆਂ 2 ਚੋਣਾਂ ਭਾਵੇਂ ਉਹ ਹਾਰ ਗਏ, ਪਰ ਮੈਨੂੰ ਲੱਗਦਾ ਕਿ 60 ਦੇ ਆਸ-ਪਾਸ 1960 ਦੇ ਆਸ-ਪਾਸ ਸਰਪੰਚ ਬਣੇ ਸੀ। ਉਹਦੇ ਤੋਂ ਬਾਅਦ ਮੰਡੀ ਬੋਰਡ ਦੇ ਵੀ ਮੁਖੀ ਰਹੇ, ਫਿਰ 3 ਵਾਰੀ MLA ਵੀ ਬਣੇ, 2 ਵਾਰੀ ਕੈਬਨਿਟ ਮਿਨਿਸਟਰ ਬਣੇ, 1 ਵਾਰੀ ਰੌਲਾ ਰੱਪਾ ਪਿਆ, ਅਸਤੀਫਾ ਵੀ ਦੇਣਾ ਪਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵੱਡੇ ਪ੍ਰਬੰਧਾਂ ਦੇ ਵਿੱਚ ਰਹੇ। ਤੇ ਜਦੋਂ ਬੰਦਾ ਸਿਆਸਤ ਦੇ ਵਿੱਚ ਹੁੰਦਾ, ਵਿਵਾਦ ਵੀ ਜੁੜਦੇ ਆ, ਪ੍ਰਾਪਤੀਆਂ ਵੀ ਹਿੱਸੇ ਆਉਂਦੀਆਂ। ਐਤਕੀ ਤਾਂ ਸਗੋਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਥੋੜੇ ਪਰਿਵਾਰਾਂ ਨੂੰ 2 ਟਿਕਟਾਂ ਦਿੱਤੀਆਂ ਸੀ, ਜਿਨ੍ਹਾਂ ਦੇ ਵਿੱਚੋਂ ਮੱਖਣ ਬਰਾੜ ਇਹਨਾਂ ਦੇ ਬੇਟੇ ਦਾ ਨਾਂ ਤੇ ਇਹਨਾਂ ਦਾ ਨਾਂ ਵੀ ਆਉਂਦਾ ਸੀ, ਤੇ ਕਈਆਂ ਨੂੰ ਮਨਾ ਕਰਤਾ ਸੀ ਤੁਹਾਨੂੰ 1 ਹੀ ਦੇਣੀ ਹੈ। ਸੋ ਪਰਿਵਾਰ ਨੂੰ ਤਾਂ ਦੇਖੋ ਦੁੱਖ ਹੁੰਦਾ ਹੀ ਹੈ ਜਦੋਂ ਪਰਿਵਾਰ ਦਾ ਜੀ ਚਲੇ ਜਾਏ। 80 ਸਾਲ ਦੀ ਉਮਰ ਸੀ, ਪਰ ਕੁੱਲ ਮਿਲਾ ਕੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਭਾਈ ਸਾਰੇ ਬੰਦੇ ਸਿਹਤਯਾਬ ਰਹਿਣ, ਚੰਗਾ ਕੰਮ ਕਰਨ ਆਉਣ ਵਾਲੇ ਸਮੇਂ ਦੇ ਵਿੱਚ, ਤੇ ਫੇਰ ਹੀ ਜਾਣੀ ਕੰਮ ਸੋਭਦਾ, ਲੋਕ ਫੇ ਪਿੱਛੋਂ ਚੰਗੀਆਂ ਗੱਲਾਂ ਕਰਨ ਜੀ। ਨਹੀਂ, ਬਿਲਕੁਲ ਸਹੀ। ਚਲੋ ਇਹ ਤਾਂ ਦੁਨੀਆ ਦੀ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ, ਆਪਣੇ ਸਮੇਂ ਨਾਲ ਕੋਈ ਚਲਾ ਜਾਵੇ ਤੇ ਉਹ ਠੀਕ ਹੈ ਗੱਲ, ਬਾਕੀ ਜਿਹੜੇ ਕੰਮ ਉਹ ਕਰਕੇ ਗਏ ਹੁੰਦੇ ਲੋਕ ਉਹਨਾਂ ਨੂੰ ਯਾਦ ਵੀ ਰੱਖਦੇ ਆ। ਬਾਕੀ ਆਪਣੇ ਵੀ ਜਾਣ ਦਾ ਟਾਈਮ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।